ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਸਤਿਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਗ ਧਾਰ। ਭੁਜੰਗ ਛੰਦ ਨਮੋ ਚੰਡਕਾ ਕਾਲਕਾ ਬਾਕ ਬਾਨੀ। ਬਿਗੰਨਾ ਹਰੰਤੀ ਸਦਾ ਬੁੱਧ ਦਾਨੀ। ਕਰੋ ਦਾਤ ਮਾਤਾ ਮੁਝੈ ਦਾਸ ਜਾਨੋ। ਸੁਛੰਦਨ ਗੁਰੂ ਕੀ ਕਥਾ ਹੋਂ ਬਖਾਨੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੁਜੰਗ ਛੰਦ ਨਮੋ ਚੰਡਕਾ ਕਾਲਕਾ ਬਾਕ ਬਾਨੀ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਅਧਿਆਏ 10ਵਾਂ। ਕਵੀ ਸੰਤੋਖ ਸਿੰਘ ਜੀ ਮੰਗਲ ਕਰਦੇ ਹਨ ਕਿ ਮੰਗਲ ਜੋ ਕਿ ਇੱਕ ਪ੍ਰਾਰਥਨਾ ਹੈ ਉਸ ਪਰਮੇਸ਼ਰ ਦੇ ਅੱਗੇ ਤੇ ਉਸ ਦੀਆਂ ਸ਼ਕਤੀਆਂ ਦਾ ਵਰਣਨ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਨਮੋ ਚੰਡਕਾ ਕਾਲਕਾ ਬਾਕ ਬਾਨੀ। ਮੇਰੀ ਨਮਸਕਾਰ ਹੈ ਉਸ ਪਰਮੇਸ਼ਰ ਦੀ ਜੋ ਸ਼ਕਤੀ ਚੰਡਕਾ ਹੈ, ਜੋ ਕਾਲਕਾ ਹੈ, ਜੋ ਕਾਲ ਕਰਨ ਵਾਲੀ ਹੈ, ਜੋ ਦੁਸ਼ਟਾਂ ਦਾ ਖਾਤਮਾ ਕਰਨ ਵਾਲੀ ਹੈ, ਤੇ ਸੁੰਦਰ ਬਾਣੀ ਦਾ ਜੋ ਪ੍ਰਵਾਹ ਚਲਾਉਣ ਵਾਲੀ ਸਰਸਵਤੀ ਰੂਪ ਹੈ। ਬਿਗੰਨਾ ਹਰੰਤੀ ਸਦਾ ਬੁੱਧ ਦਾਨੀ। ਬਿਗਨਤਾ ਬਿਗਨਾ ਨੂੰ ਜਿਹੜਾ ਹੈ ਰੁਕਾਵਟਾਂ ਨੂੰ ਦੂਰ ਕਰਨ ਵਾਲੀ ਹੈ ਤੇ ਸਦਾ ਬੁੱਧ ਇੰਟਲੈਕਟ ਨੂੰ ਜਿਹੜਾ ਹੈ ਦੇਣ ਵਾਲੀ ਹੈ, ਬੁੱਧੀ ਸਵੱਛ ਬੁੱਧੀ ਨੂੰ ਦੇਣ ਵਾਲੀ ਹੈ। ਕਰੋ ਦਾਤ ਮਾਤਾ ਮੁਝੈ ਦਾਸ ਜਾਨੋ। ਇਸ ਕਰਕੇ ਹੇ ਮਾਤਾ, ਹੇ ਪਰਮੇਸ਼ਰ ਦੀ ਸ਼ਕਤੀ ਰੂਪ ਮਾਤਾ ਜੋ ਸੰਸਾਰ ਦੀ ਪਾਲਣਾ ਕਰਨ ਵਾਲੀ ਹੈ, ਹੇ ਮਾਤਾ ਮੇਰੇ ਤੇ ਐਸੀ ਦਾਤ ਮਨੂੰ ਦੇਣਾ ਕਰੋ ਆਪਣਾ ਦਾਸ ਜਾਣ ਕੇ। ਸੋ ਛੰਦਨ ਗੁਰੂ ਕੀ ਕਥਾ ਹੋਂ ਬਖਾਨੋ। ਸੁੰਦਰ ਛੰਦਾਂ ਦੇ ਵਿੱਚ, ਸ੍ਰਿਸ਼ਟ ਛੰਦਾਂ ਦੇ ਵਿੱਚ ਇਸ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਥਾ ਨੂੰ ਕਹਿਣ ਦੀ ਸਮਰੱਥਾ ਤੁਸੀਂ ਮੈਨੂੰ ਬਖਸ਼ਣਾ ਕਰੋ, ਪ੍ਰਦਾਨ ਕਰੋ, ਜਿਸ ਦੇ ਕਰਕੇ ਮੈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਸਤਤ ਉਹਨਾਂ ਦੀ ਜਿਹੜੀ ਹਨ ਕਥਾ ਜੋ ਅਮਰ ਮੁਕਤੀ ਦੇਣ ਵਾਲੀ ਹੈ, ਇਸ ਦਾ ਜਿਹੜਾ ਹੈ ਉਚਾਰਨ ਲਿਖਣਾ ਕਰਾਂ। ਸ੍ਰੀ ਬਾਲਾ ਸੁੰਦਰ ਵਾਚ ਚੌਪਈ ਸੁਨ ਸ੍ਰੀ ਅੰਗਦ ਕਥਾ ਰਸਾਲਾ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਫਰਮਾਉਂਦੇ ਹਨ ਬੇਨਤੀ ਰੂਪ ਕਰਕੇ ਕਿ ਪਾਤਸ਼ਾਹ ਇਹ ਸੁੰਦਰ ਮਿੱਠੀ ਮਨ ਨੂੰ ਲੱਗਣ ਵਾਲੀ ਕਥਾ ਆਪ ਜੀ ਸਰਵਣ ਕਰੋ। ਆਗਿਆ ਗਮਨੇ ਬਹੁਰ ਕਿਰਪਾਲਾ। ਮਹਾਰਾਜ ਹੁਣ ਅੱਗੇ ਹੋਰ ਗਮਨ ਕਰਨਾ ਕੀਤਾ, ਜਾਣਾ ਕੀਤਾ। ਜਗਨਨਾਥ ਕੋ ਜਹ ਅਸਥਾਨਾ। ਕਿੱਥੇ ਗਏ ਹਨ? ਕਹਿੰਦੇ ਜਗਨਨਾਥ, ਜਗਨਨਾਥਪੁਰੀ ਜਿਹੜਾ ਅਸਥਾਨ ਹੈ ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾਣਾ ਕੀਤਾ। ਤਹਾਂ ਜਾਏ ਪਹੁੰਚੇ ਗਤ ਦਾਨਾ। ਮਹਾਰਾਜ ਜਗਨਨਾਥ ਵਿੱਚ ਜਾ ਪਹੁੰਚੇ ਹਨ। ਹਰ ਮੰਦਰ ਕੇ ਦਰ ਪਰ ਜਾਈ। ਉਥੇ ਜਗਨਨਾਥ ਪੁਰੀ ਜਿਹੜਾ ਮੰਦਰ ਹੈ ਜਗਨਨਾਥ ਦਾ, ਜੋ ਕਿ ਬਹੁਤ ਹੀ ਮਹੱਤਵਪੂਰਨ ਜੋ ਹਿੰਦੂ ਧਰਮ ਦੇ ਵਿੱਚ ਮੰਨਿਆ ਗਿਆ ਹੈ, ਉਸ ਮੰਦਰ ਦੇ ਲਾਗੇ ਸਤਿਗੁਰੂ ਜੀ ਪਹੁੰਚ ਗਏ ਹਨ। ਹਰ ਬੈਠੇ ਕਿਤਕ ਕਾਲ ਤੇ ਥਾਈ। ਮਹਾਰਾਜ ਉਸ ਅਸਥਾਨ ਤੇ ਬੈਠਿਆਂ ਨੂੰ ਕੁਝ ਕੁ ਚਿਰ, ਕੁਝ ਕੁ ਸਮਾਂ ਬੀਤ ਗਿਆ ਸੀ। ਸੰਧਿਆ ਕਾਲ ਪਹੁੰਚਿਓ ਜਬ ਹੀ। ਮਹਾਰਾਜ ਉੱਥੇ ਬੈਠਿਆਂ ਨੂੰ ਜੋ ਸੰਧਿਆ ਕਾਲ ਆਇਆ, ਜੋ ਸੂਰਜ ਅਸ਼ਟ ਹੋਣ ਦਾ ਸਮਾਂ ਆਇਆ, ਸਨਸੈਟ ਦਾ ਸਮਾਂ ਆਇਆ, ਸਭ ਪੰਡੇ ਮਿਲ ਆਏ ਤਬ ਹੀ। ਸਾਰੇ ਹੀ ਪੰਡਤ ਇਕੱਠੇ ਹੋ ਕੇ ਜਗਨਨਾਥ ਪੁਰੀ ਦੇ ਮੰਦਰ ਵਿੱਚ ਆਏ। ਕਰਨੇ ਲਗੇ ਆਰਤੀ ਤਹਿਵਾ। ਉੱਥੇ ਆ ਕੇ ਆਰਤੀ ਕਰਨ ਲੱਗੇ। ਸਾਰਿਆਂ ਨੇ ਜਿਹੜਾ ਹੈ ਉਹਨਾਂ ਦਾ ਜਿਹੜਾ ਰੋਜ਼ਾਨਾ ਇਹ ਰੂਟੀਨ ਸੀ ਆਰਤੀ ਕਰਨ ਦੀ, ਪੂਜਾ ਕਰਨ ਦੀ, ਉਹ ਆਗੇ ਹਨ ਸਾਰੇ ਇਕੱਠੇ ਹੋ ਕੇ। ਜਗਨਨਾਥ ਕੋ ਮੰਦਰ ਜਹਵਾ। ਜਿੱਥੇ ਜਗਨਨਾਥ ਦਾ ਮੰਦਰ ਹੈ ਉੱਥੇ ਵੱਡਾ ਇਕੱਠ ਹੋ ਗਿਆ, ਸਾਰੇ ਆਗੇ ਜੀ ਉੱਥੇ। ਸ੍ਰੀ ਗੁਰ ਬੈਠੇ ਰਹੇ ਅਡੋਲਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਅਡੋਲ ਬੈਠੇ ਹਨ। ਮਹਾਰਾਜ ਦੇ ਉੱਤੇ ਕੋਈ ਅਸਰ ਨਹੀਂ ਪੈ ਰਿਹਾ, ਕੋਈ ਇਨਫਲੂਐਂਸ ਨਹੀਂ ਹੋ ਰਿਹਾ ਉਸ ਇਕੱਠ ਦਾ, ਗੈਦਰਿੰਗ ਦਾ। ਠਾਂਡੇ ਭਏ ਨਾ ਕੁਛ ਮੁਖ ਬੋਲਾ। ਦੇਖੋ ਠਾਂਡੇ ਭਏ ਨਾ ਕੁਛ ਮੁਖ ਬੋਲਾ। ਮਹਾਰਾਜ ਜੀ ਉੱਥੇ ਬੈਠੇ ਰਹੇ ਤੇ ਆਲੇ ਦੁਆਲੇ ਲੋਕ ਆ ਕੇ ਖੜੇ ਹੋ ਗਏ, ਜੋ ਕਿ ਮੰਦਰ ਦੇ ਸਾਹਮਣੇ ਉਸ ਪੂਜਾ ਨੂੰ ਦੇਖਣ ਵਾਸਤੇ, ਪੂਜਾ ਵਿੱਚ ਸ਼ਾਮਲ ਹੋਣ ਵਾਸਤੇ ਲੋਕ ਆ ਗਏ ਹਨ। ਗੁਰੂ ਸਾਹਿਬ ਜੀ ਉਸੇ ਤਰ੍ਹਾਂ ਹੀ ਬੈਠੇ ਰਹੇ, ਮਹਾਰਾਜ ਨਹੀਂ ਖੜੇ ਹੋਏ, ਕਿਉਂਕਿ ਉੱਥੇ ਮਰਿਆਦਾ ਇਹ ਹੋਇਆ ਕਰਦੀ ਹੈ ਕਿ ਜਦੋਂ ਆਰਤੀ ਹੁੰਦੀ ਹੈ ਜਗਨਨਾਥਪੁਰੀ ਦੇ ਮੰਦਰ ਦੇ ਵਿੱਚ ਤਾਂ ਸਾਰਿਆਂ ਨੂੰ ਉੱਠ ਕੇ ਖੜੇ ਹੋਣਾ ਪੈਂਦਾ ਹੈ। ਸਤਿਗੁਰੂ ਜੀ ਉੱਥੇ ਬੈਠੇ ਰਹੇ ਅਡੋਲ। ਤੇ ਛਿਨ ਪੰਡੇ ਰਸ ਔਰ ਧਾਰੀ। ਉਸ ਵੇਲੇ ਜਦੋਂ ਉੱਥੋਂ ਦੇ ਰਹਿਣ ਵਾਲੇ ਪੰਡਤਾਂ ਨੇ ਦੇਖਿਆ
ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉੱਠੇ ਨਹੀਂ। ਉਹਨਾਂ ਵਾਸਤੇ ਇਹ ਇੱਕ ਬੇਇੱਜ਼ਤੀ ਵਾਲੀ ਗੱਲ ਹੈ। ਕਹਿੰਦੇ ਵੀ ਸਾਰੇ ਉੱਠ ਕੇ ਆਰਤੀ ਕਰਨ ਲੱਗੇ ਹਨ ਤੇ ਗੁਰੂ ਸਾਹਿਬ ਕਿਉਂ ਨਹੀਂ ਉੱਠਦੇ? ਤਾਂ ਉਹ ਇਹ ਦੇਖ ਕੇ ਗੁਰੂ ਸਾਹਿਬ ਨੂੰ ਬੜੇ ਗੁੱਸੇ ਹੋਏ ਤੇ ਛਿਨ ਪੰਡੇ ਰਿਸ ਔਰ ਧਾਰੀ, ਤੇ ਉਹਨਾਂ ਨੇ ਬੜਾ ਗੁੱਸਾ ਧਾਰਨਾ ਕੀਤਾ ਆਪਣੇ ਹਿਰਦੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ। ਆਨ ਸਮੀਪੰ ਗਿਰਾ ਉਚਾਰੀ, ਉਹ ਗੁਰੂ ਨਾਨਕ ਸਾਹਿਬ ਜੀ ਦੇ ਨੇੜੇ ਆ ਕੇ ਆ ਕਰਕੇ ਇਹ ਕਹਿਣ ਲੱਗੇ, ਕੋ ਹੈ ਤੂੰ ਕਿਹ ਥਲ ਤੇ ਆਇਓ, ਕਹਿਣਗੇ ਤੁਸੀਂ ਕੌਣ ਹੋ ਤੇ ਤੁਸੀਂ ਕਿੱਥੋਂ ਆਏ ਹੋ? ਹੈ ਅਨਜਾਨ ਭੇਦ ਨਹਿ ਪਾਇਓ, ਤੁਸੀਂ ਅਣਜਾਣ ਹੋ, ਤੁਹਾਨੂੰ ਇਹ ਗੱਲ ਦਾ ਭੇਦ ਨਹੀਂ, ਤੁਹਾਨੂੰ ਪਤਾ ਨਹੀਂ ਕਿ ਜਗਨਨਾਥ ਮੰਦਿਰ ਦੇ ਵਿੱਚ ਪੂਜਾ ਹੋ ਰਹੀ ਹੈ ਤੇ ਤੁਸੀਂ ਬੈਠੇ ਹੋ। ਸਭਨ ਆਰਤੀ ਖਰੇ ਉਤਾਰੀ, ਦੇਖੋ ਸਾਰੇ ਲੋਕ ਉੱਠ ਕੇ ਖੜੇ ਹੋਏ ਹਨ ਕਿ ਉਸ ਜਗਨਨਾਥਪੁਰੀ ਮੰਦਿਰ ਦੇ ਵਿੱਚ ਉਹ ਆਰਤੀ ਉਤਾਰ ਰਹੇ ਹਨ। ਤੂੰ ਬੈਠਿਓ ਰਹਿਓ ਇਹ ਬਾਰੀ, ਤੁਸੀਂ ਕਿਉਂ ਇੱਥੇ ਬੈਠੇ ਹੋ? ਤੁਸੀਂ ਉੱਠ ਕੇ ਖੜੇ ਕਿਉਂ ਨਹੀਂ ਹੋਏ? ਜਗਨਨਾਥ ਕੋ ਭਾਓ ਨਾ ਕੀਨੋ, ਤੁਸੀਂ ਜਗਨਨਾਥ ਤੋਂ ਡਰਦੇ ਨਹੀਂ? ਤੁਹਾਨੂੰ ਡਰ ਨਹੀਂ ਆਉਂਦਾ ਇਹ ਜਗਨਨਾਥ ਤੋਂ? ਉੱਠਿਓ ਨਾ ਤੇ ਛਿਨ ਕਿਆ ਤੈ ਚੀਨੋ, ਹਾਂ ਕਹਿਣ ਲੱਗੇ ਉੱਠਿਓ ਨਾ ਤਹਿਸ਼ਨ, ਕਹਿੰਗੇ ਉਸ ਵੇਲੇ ਤੁਸੀਂ ਉੱਠੇ ਨਹੀਂ, ਮਤਲਬ ਕਿ ਤੁਹਾਨੂੰ ਕੋਈ ਇਹ ਗੱਲ ਦੀ ਸਮਝ ਨਹੀਂ ਹੈਗੀ ਵੀ ਜਗਨਨਾਥ ਦੇ ਵਿੱਚ ਕੀ ਮਰਿਆਦਾ ਚੱਲਦੀ ਹੈ, ਕਿਸ ਤਰ੍ਹਾਂ ਪੂਜਾ ਕੀਤੀ ਜਾਂਦੀ ਹੈ। ਇਹ ਤਾਂ ਉਸ ਤਰ੍ਹਾਂ ਹੀ ਹੋ ਗਿਆ ਜਿਸ ਤਰ੍ਹਾਂ ਸਤਿਗੁਰੂ ਜੀ ਮੱਕੇ ਨੂੰ ਗਏ ਸਨ। ਮਹਾਰਾਜ ਜੀ ਜੋ ਕਾਬੇ ਵੱਲ ਆਪਣੇ ਪੈਰ ਪਸਾਰ ਕੇ ਚਰਨ ਪਸਾਰ ਕੇ ਮਹਾਰਾਜ ਜੀ ਲੰਮੇ ਪਏ ਸਨ, ਜਿੱਥੇ ਫਿਰ ਜੀਵਨ ਨੇ ਆ ਕੇ ਮਹਾਰਾਜ ਨਾਲ ਗੁੱਸਾ ਕੀਤਾ ਸੀ। ਦੇਖੋ ਇਹੀ ਗੱਲ ਹੁਣ ਜਗਨਨਾਥ ਵਿੱਚ ਹੋਈ। ਉਹਨਾਂ ਨੇ ਇਹੀ ਗੱਲ ਗੁਰੂ ਨਾਨਕ ਸਾਹਿਬ ਨੂੰ ਕਹੀ ਕਿ ਮਹਾਰਾਜ ਤੁਹਾਨੂੰ ਇਹ ਮਰਿਆਦਾ ਦਾ ਪਤਾ ਕੋਈ ਨਹੀਂ ਹੈਗਾ ਕਿ ਤੁਹਾਨੂੰ ਉੱਠਣਾ ਚਾਹੀਦਾ, ਜੇ ਨਹੀਂ ਵੀ ਪਤਾ ਲੋਕਾਂ ਨੂੰ ਦੇਖ ਕੇ ਉੱਠ ਖੜੋ। ਸੁਣ ਕਰ ਜਗ ਗੁਰ ਬਚਨ ਬਖਾਨੇ, ਇਹ ਉਹਨਾਂ ਦੀਆਂ ਜਿਹੜੇ ਹਨ ਬਚਨ ਰਿਸ ਵਾਲੇ ਗੁੱਸੇ ਵਾਲੇ ਸੁਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਸਦਾ ਆਰਤੀ ਹਮ ਪਹਿਚਾਨੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੁਸੀਂ ਇੱਥੇ ਆਰਤੀ ਉਤਾਰ ਰਹੇ ਹੋ ਤੇ ਕਹਿੰਦੇ ਉਸ ਪਰਮੇਸ਼ਰ ਦੀ ਆਰਤੀ ਤਾਂ ਹਮੇਸ਼ਾ ਹੀ ਹੁੰਦੀ ਹੈ। ਤੁਸੀਂ ਤਾਂ ਇੱਕ ਵਕਤ ਜੋ ਸਨਸੈਟ ਦਾ ਸਮਾਂ ਹੈ ਉਸ ਵੇਲੇ ਆ ਕੇ ਮੰਦਿਰ ਵਿੱਚ ਜਿਹੜਾ ਹਨ ਆਰਤੀ ਕਰਦੇ ਹੋ, ਪਰ ਕਹਿੰਦੇ ਉਹ ਪਰਿਪੂਰਨ ਪਰਮਾਤਮਾ ਜੋ ਸਾਰੇ ਪਾਸੇ ਵਸਦਾ ਹੈ ਉਸ ਦੀ ਆਰਤੀ ਤਾਂ ਹਮੇਸ਼ਾ ਹੀ ਹੁੰਦੀ ਹੈ, ਹਮੇਸ਼ਾ ਹੁੰਦੀ ਰਹਿੰਦੀ ਹੈ। ਸਰਬ ਸਿਰੋਮਣ ਜਸ ਪ੍ਰਭ ਉੱਚੇ, ਕਿਉਂਕਿ ਉਹ ਪ੍ਰਭੂ ਜਿਹੜਾ ਸਭ ਤੋਂ ਸ਼੍ਰੋਮਣੀ ਹੈ, ਹੀ ਇਜ਼ ਦ ਗ੍ਰੇਟੈਸਟ ਅਮੰਗ ਆਲ, ਉਹ ਸੁਪਰੀਮ ਹੈ ਪਰਮਾਤਮਾ। ਕਹਿਣ ਲੱਗੇ ਇਸ ਕਰਕੇ ਪਰਮਾਤਮਾ ਦੀ ਆਰਤੀ ਉਤਾਰਨ ਵਾਲੇ ਆਪਾਂ ਕੌਣ ਹੁੰਦੇ ਹਾਂ? ਇਹ ਸਾਰਾ ਜਗ ਮੰਡਲ ਹੀ ਉਸ ਦਾ ਬਣਾਇਆ ਹੋਇਆ ਹੈ। ਇਹ ਤਾਂ ਇਸ ਤਰ੍ਹਾਂ ਹੋ ਗਿਆ ਨਾ ਜਿਸ ਤਰ੍ਹਾਂ ਕਿ ਕਿਸੇ ਦੀ ਚੀਜ਼ ਨੂੰ ਲੈ ਕੇ ਤੇ ਉਸੇ ਚੀਜ਼ ਦੇ ਨਾਲ ਉਸ ਦੀ ਪੂਜਾ ਕੀਤੀ ਜਾਵੇ। ਕਹਿੰਦੇ ਫਿਰ ਆਪਾਂ ਆਪਣੇ ਆਪ 'ਚ ਮਾਣ ਕਰੀਏ ਕਿ ਮੈਂ ਆਰਤੀ ਕਰਦਾ ਹਾਂ, ਮੈਂ ਨਿਸ਼ਾਵਰ ਕਰਦਾ ਹਾਂ। ਆਰਤੀ ਜਿਹੜੀ ਹੁੰਦੀ ਹੈ ਇੱਕ ਉਹ ਜਿਹੜਾ ਹੈ ਇੱਕ ਐਸੀ ਰੀਤ ਹੈ ਜਿਹਦੇ ਵਿੱਚ ਇੱਕ ਸੇਵਕ ਆਪਣੇ ਆਪ ਨੂੰ ਸਮਰਪਣ ਕਰਦਾ ਹੈ। ਸਮਰਪਣ ਕਰਨਾ ਹੁੰਦਾ ਕਿ ਮੈਂ ਆਪਣੇ ਆਪ ਨੂੰ ਸਰੈਂਡਰ ਕਰਦਾ ਹਾਂ ਵੀ ਮੈਂ ਤੁਹਾਨੂੰ ਵੱਡਾ ਜਾਣਦਾ ਤੇ ਮੈਂ ਛੋਟਾ ਹਾਂ। ਜਿਸ ਦੀ ਆਰਤੀ ਉਤਾਰੀਏ ਉਹਨੂੰ ਆਪਣਾ ਇਸ਼ਟ ਸਮਝਿਆ ਜਾਂਦਾ ਹੈ, ਆਪਣਾ ਪਰਮੇਸ਼ਰ ਜਾਣਿਆ ਜਾਂਦਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਹਾਰਾਜ ਕਹਿੰਦੇ ਦੇਖੋ ਨਾ ਇਹ ਸਭ ਧਰਤੀ ਤਾਂ ਉਸੇ ਦੀ ਹੈ, ਸੋ ਉਸ ਦਾ ਦਿੱਤਾ ਹੋਇਆ ਉਸ ਨੂੰ ਕੀ ਤੁਸੀਂ ਅਰਪਣ ਕਰਦੇ ਹੋ? ਕਰਹਿ ਆਰਤੀ ਤਸ ਮਨ ਸੂਚੇ, ਕਹਿਣ ਲੱਗੇ ਕਰੇ ਆਰਤੀ, ਕਹਿਣ ਲੱਗੇ ਆਰਤੀ ਤਾਂ ਹੁੰਦੀ ਹੈ ਜੇ ਮਨ ਸੁੱਚਾ ਹੋਵੇ। ਮਨ ਸੁੱਚਾ, if you have the purity of your mind, only then the ਆਰਤੀ ਜਿਹੜਾ ਹਨ ਮੇਕ ਸੈਂਸ ਹੈ। ਜੇ ਜਿਹੜਾ ਮਨ ਸੁੱਚਾ ਹੋਵੇ, ਮਨ ਸੁੱਚੇ ਦੇ ਨਾਲ ਹੀ ਆਪਾਂ ਆਪਣੇ ਆਪ ਨੂੰ ਸਮਰਪਣ ਕਰ ਸਕਦੇ ਹਾਂ, ਸਰੈਂਡਰ ਕਰ ਸਕਦੇ ਹਾਂ। ਅਲਪ ਆਰਤੀ ਕਿਆ ਤੁਮ ਕਰ ਹੋ, ਇਹ ਛੋਟੀ ਬਹੁਤੀ ਆਰਤੀ ਜਿਹੜੀ ਇੱਕ ਥਾਲ ਦੇ ਵਿੱਚ ਤੁਸੀਂ ਥੋੜੇ ਜਿਹੇ ਸਮੱਗਰੀ ਦੀਵੇ ਜਗਾ ਕੇ ਤੁਸੀਂ ਜਿਹੜੀ ਆਰਤੀ ਕਰਦੇ ਹੋ ਤਾਂ ਛੋਟੀ ਆਰਤੀ ਹੈ। ਤੁਛ ਸੌਜ ਜਾਮ ਹੈ ਸੁਭ ਧਰ ਹੋ, ਤਾਂ ਕਹਿੰਦੇ ਫਿਰ ਇਹਦੇ ਵਿੱਚ ਸੌਜ ਜਿਹੜੀਆਂ ਸਮੱਗਰੀਆਂ ਤੁਸੀਂ ਧਰਦੇ ਉਹ ਵੀ ਛੋਟੀਆਂ ਹੀ ਨੇ। ਥੋੜੀਆਂ ਸਮੱਗਰੀਆਂ ਇਕੱਠੀਆਂ ਕਰਕੇ ਥੋੜਾ ਜਿਹਾ ਸਮਾਨ ਤੁਸੀਂ ਇਕੱਠਾ ਕਰਕੇ ਇਹਦੇ ਵਿੱਚ ਇੱਕ ਥਾਲ ਵਿੱਚ ਪਾ ਕੇ ਤੁਸੀਂ ਇਹ ਆਰਤੀ ਮਹਾਰਾਜ ਦੀ, ਤੁਸੀਂ ਪਰਮੇਸ਼ਰ ਦੀ ਆਰਤੀ ਕਰ ਸਕਦੇ ਹੋ। ਇਹ ਕਿਵੇਂ ਹੋ ਸਕਦਾ ਹੈ? ਮਨ ਨਿਰਮਲ ਕਰ ਨਹੀਂ ਟਿਕਾਵ ਹੋ। ਤੇ ਦੂਜੀ ਵੱਡੀ ਗੱਲ ਤਾਂ ਇਹ ਹੈ ਕਿ ਆਰਤੀ ਦੇ ਸਮੇਂ ਕਿਤੇ ਵੀ ਤੁਹਾਡਾ ਮਨ ਨਹੀਂ ਟਿਕਦਾ, ਮਨ ਭੜਕਦਾ ਹੈ, ਮਨ ਦੇ ਵਿੱਚ ਥਾਟਸ ਉੱਠਦੇ ਨੇ, ਮਨ ਆਪਣੇ ਕਾਰਜ ਕਰੀ ਜਾਂਦਾ ਹੈ। ਹੱਥ ਪੈਰਾਂ ਦੇ ਨਾਲ ਸਰੀਰ ਕਰਕੇ ਤੁਸੀਂ ਮੰਦਿਰ ਵਿੱਚ ਹਾਜ਼ਰ ਹੋ ਕੇ ਤੇ ਇਹ ਆਰਤੀ ਕਰਦੇ ਹੋ, ਪਰ ਮਨ ਤਾਂ ਹਜੇ ਟਿਕਿਆ ਕੋਈ ਨਹੀਂ।
ਮਨ ਤਾਂ ਸਥਿਰ ਕੋਈ ਨਹੀਂ ਹੈਗਾ। ਤੋ ਅਭਿਮਤ ਕਿਆ ਫਲ ਤੁਮ ਪਾਵਹੋ। ਫਿਰ ਦੇਖੋ ਇਸੀ ਆਰਤੀ ਕਰਨ ਦੇ ਨਾਲ ਤੁਹਾਨੂੰ ਆਪਣੇ ਮਨ ਦੀਆਂ ਇੱਛਾਵਾਂ ਜਿਹੜੀਆਂ ਤੁਸੀਂ ਚਾਹੁੰਦੇ ਹੋ ਕਿਵੇਂ ਪ੍ਰਾਪਤ ਹੋਣਗੀਆਂ। ਜੇ ਤੁਹਾਡਾ ਪਿਆਰ ਸੱਚਾ ਵੀ ਹੋਵੇ, ਜੇ ਮਨ ਨਹੀਂ ਟਿਕਦਾ ਤਾਂ ਫਿਰ ਫਾਇਦਾ ਵੀ ਕੀ ਹੋਇਆ। ਪੰਡੇ ਕਹੈ ਆਰਤੀ ਕੈਸੀ। ਹੁਣ ਉਸ ਪੰਡਤਾਂ ਨੇ ਇੱਕ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ, ਕਹਿੰਦੇ ਮਹਾਰਾਜ ਇਹ ਤਾਂ ਦੱਸੋ ਵੀ ਆਰਤੀ ਕੈਸੀ ਹੋਣੀ ਚਾਹੀਦੀ ਹੈ। ਨਿਤ ਪ੍ਰਤ ਕਰਤ ਰਹੋ ਕਹੋ ਤੈਸੀ। ਜਿੱਥੇ ਤੁਸੀਂ ਇਹ ਦੱਸਿਆ ਹੈ ਕਿ ਨਿਤ ਪਰਤ ਵੀ ਹਮੇਸ਼ਾ ਹੀ ਪਰਮੇਸ਼ਰ ਦੀ ਆਰਤੀ ਹੁੰਦੀ ਹੈ, ਤੇ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਤੁਸੀਂ ਦੱਸੋ ਜੀ ਕੈਸੀ ਆਰਤੀ ਹੁੰਦੀ ਹੈ ਪਰਮੇਸ਼ਰ ਦੀ, ਅਸੀਂ ਤਾਂ ਦੇਖੀ ਨਹੀਂ ਕਿਤੇ। ਤਿੰਨ ਤੇ ਸੁਣ ਕੇ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਬੇਨਤੀ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ। ਸ਼ਬਦ ਆਰਤੀ ਰੀਤ ਬਖਾਨਾ। ਮਹਾਰਾਜ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ, ਤੇ ਇਹ ਸ਼ਬਦ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜਾ ਹੈ 2 ਅੰਗਾਂ ਤੇ ਆਉਂਦਾ ਹੈ। ਪਹਿਲੀ 2 ਵਾਰ ਆਉਂਦਾ ਹੈ, ਪਹਿਲਾ ਤਾਂ 13ਵੇਂ ਅੰਗ ਤੇ ਆਉਂਦਾ ਹੈ, ਤੇ ਦੂਸਰਾ ਜਿਹੜਾ ਹੈ 663 ਅੰਗ ਤੇ ਆਉਂਦਾ ਹੈ। ਇਹ ਸ਼ਬਦ 2 ਵਾਰੀ ਆਉਂਦਾ ਤੇ ਕੁਝ ਕੁ ਭੇਦ ਨਾਲ ਆਉਂਦਾ ਹੈ। ਸੋ ਮਹਾਰਾਜ ਨੇ ਇਹ ਸ਼ਬਦ ਜਿਹੜਾ ਹੈ ਉਚਾਰਨ ਕਰਕੇ ਉਹਨਾਂ ਦੇ ਸਵਾਲ ਦਾ ਜਵਾਬ ਤੇ ਉਹਨਾਂ ਨੂੰ ਆਰਤੀ ਦੱਸੀ ਵੀ ਆਰਤੀ ਹੁੰਦੀ ਕੀ ਹੈ, ਕਿਵੇਂ ਪਰਮੇਸ਼ਰ ਦੀ ਆਰਤੀ ਆਪਣੇ ਆਪ ਹੁੰਦੀ ਹੈ। ਸ੍ਰੀ ਮੁਖ ਵਾਕ ਧਨਾਸਰੀ ਮਹੱਲਾ ਪਹਿਲਾ। ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਧਨਾਂਸਰੀ ਰਾਗ ਦੇ ਵਿੱਚ ਮਹਾਰਾਜ ਜੀ ਉਚਾਰਨ ਕਰਦੇ ਹਨ। ਗੁਰਬਾਣੀ ਦਾ ਸਿਰਲੇਖ ਹੈ ਆਰਤੀ। ਇੱਕ ਓੰਕਾਰ, ਇੱਕ ਜੋ ਅਦੁੱਤੀ ਪਰਮਾਤਮਾ ਹੈ, ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਜੋ ਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਦੇਖੋ ਕਹਿੰਦੇ ਪੰਡਤ ਐਸੀ ਜਿਹੜੀ ਹੈ ਇਹ ਸਾਰਾ ਜਿਹੜਾ ਧਰਤੀ ਦੇ ਉੱਤੇ ਆਕਾਸ਼ ਹੈ, ਜਿਹਨੂੰ ਆਪਾਂ ਗਗਨ ਕਹਿੰਦੇ ਹਾਂ, ਸਕਾਏ ਕਹਿੰਦੇ ਹਾਂ, ਇਹ ਜਿਹੜਾ ਸਾਰਾ ਹੀ ਸਕਾਏ ਹੈ, ਇਹ ਸਾਰਾ ਆਕਾਸ਼ ਜਿਹੜਾ ਹੈ ਇਹ ਇੱਕ ਥਾਲ ਹੈ। ਸੋ ਇੱਕ ਜਿਹੜਾ ਹੈ ਇੱਕ ਵੱਡਾ ਥਾਲ ਹੈ ਜਿਹਦੇ ਉੱਤੇ ਰਵ ਤੇ ਚੰਦ, ਸੂਰਜ ਤੇ ਚੰਦਰਮਾ 2 ਦੀਵੇ ਜਗੇ ਹੋਏ ਹਨ। ਤਾਰਿਕਾ ਮੰਡਲ ਜਨਕ ਮੋਤੀ। ਤੇ ਫਿਰ ਜਿੰਨੇ ਬਾਕੀ ਦੇ ਜਿਹੜੇ ਹਨ ਤਾਰਾ ਮੰਡਲ ਹੈ, ਜਿੰਨਾ ਵੀ ਜਿਹੜੇ ਹਨ ਸਤਾਸ ਹਨ, ਜਿਹੜੇ ਰਾਤ ਨੂੰ ਆਪਾਂ ਨੂੰ ਝਿਮ ਝਿਮ ਕਰਦੇ ਦਿਸਦੇ ਹਨ, ਇਹ ਮੋਤੀ ਰੂਪ ਹੋ ਕੇ ਇਹ ਅਰਪਣ ਕਰਦੇ ਹਨ। ਇਹਨਾਂ ਦੀ ਭੇਟਾ ਪਰਮਾਤਮਾ ਨੂੰ ਹੋ ਰਹੀ ਹੈ। ਧੂਪ ਮਲ ਆਨ ਲੋ ਪਵਨ ਚਵਰੋ ਕਰੇ। ਦੇਖੋ ਫਿਰ ਥਾਲ ਦੀ ਆਰਤੀ ਕਰੀਦੀ ਹੈ, ਉਹਦੇ ਵਿੱਚ ਧੂਫ ਜਗਾਈ ਜਾਂਦੀ ਹੈ। ਸੋ ਧੂਫ ਜਿਹੜੀ ਹੈ ਮਲਿਆਣ ਲੋ ਪਵਨ ਚਵਰੋ ਕਹਿਣ ਲਗੇ। ਦੇਖੋ ਧੂਪ ਮਲਿਆਣ ਲੋ ਹੁੰਦਾ ਸੈਂਡਲਵੁੱਡ। ਹੁਣ ਸੈਂਡਲ ਜਿਹੜਾ ਹੁੰਦਾ ਹੈ ਇਹ ਇੱਕ ਪਹਾੜ ਤੇ ਹੁੰਦਾ ਹੈ। ਚੇਤ ਦੇ ਮਹੀਨੇ ਉੱਥੋਂ ਜਦੋਂ ਹਵਾ ਚਲਦੀ ਹੈ ਤਾਂ ਉਹ ਇਹ ਇਲਾਕਾ ਜਿਹੜਾ ਹੈ ਇਹ ਮਹਾਰਾਸ਼ਟਰਾ ਵੱਲ ਇਲਾਕਾ ਹੈ, ਜਿੱਥੇ ਬਹੁਤਾ ਸਾਰਾ ਸੈਂਡਲਵੁੱਡ ਹੁੰਦਾ ਹੈ। ਕਹਿੰਦੇ ਧੂਫ ਜੀ ਜਿਹੜੀ ਗੱਲ ਕਰਦੇ ਆ ਨਾ, ਫ੍ਰੈਗਨੈਂਸ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇਹ ਤਾਂ ਉਹੀ ਜਿਹੜੇ ਬਨ ਵੱਡੇ ਵੱਡੇ ਬਨ, ਜਿਹੜੇ ਵੱਡੇ ਵੱਡੇ ਫੋਰੈਸਟ ਦੇ ਵਿੱਚ ਸੈਂਡਲਵੁੱਡ ਲੱਗਿਆ ਹੋਇਆ ਹੈ। ਜਦੋਂ ਹਵਾ ਚੱਲਦੀ ਹੈ ਉਧਰਲੇ ਵੱਲੋਂ ਜਦੋਂ ਹਵਾ ਆਉਂਦੀ ਉਹ ਵਾਸ਼ਨਾ ਲੈ ਕੇ ਆਉਂਦੀ ਹੈ। ਐਸੀ ਧੂਫ ਪਰਮੇਸ਼ਰ ਨੂੰ ਹੋ ਰਹੀ ਹੈ ਆਰਤੀ ਵਿੱਚ। ਸਗਲ ਬਨ ਰਾਏ ਫੂਲ ਅੰਤ ਜੋਤੀ। ਦੇਖੋ ਸਗਲ ਬਨ ਰਾਏ ਇਹ ਸਾਰਾ ਜਿਹੜਾ ਫੋਰੈਸਟ ਹੀ ਹੈ, ਜਿੰਨਾ ਫੋਰੈਸਟ ਦੁਨੀਆ ਦਾ ਹੈ, ਕਿਤਨੇ ਤਰ੍ਹਾਂ ਦੇ ਇਹਦੇ ਵਿੱਚ ਫੁੱਲ ਹਨ, ਕਿੰਨੇ ਤਰ੍ਹਾਂ ਦੇ ਫਲ ਹਨ, ਕਿੰਨੇ ਤਰ੍ਹਾਂ ਦੇ ਦਰਖਤ ਹਨ। ਕਹਿਣ ਲਗੇ ਇਹ ਸਾਰੇ ਹੀ ਜਿਹੜੇ ਹਨ ਉਸ ਪਰਮੇਸ਼ਰ ਨੂੰ ਜਿਹੜਾ ਹੈ ਝੁਲਾ ਕਰਕੇ ਪਰਮਾਤਮਾ ਦੇ ਅੱਗੇ ਪਰਮਾਤਮਾ ਦੀ ਆਰਤੀ ਕਰਨ ਲਈ ਹਨ। ਫੁਲੰਤ ਜੋਤੀ, ਉਸ ਜੋਤੀ ਸਰੂਪ ਪਰਮਾਤਮਾ ਨੂੰ ਐਸੀ ਆਰਤੀ ਹੋ ਰਹੀ ਹੈ ਕਿਉਂਕਿ ਉਹ ਜੋਤੀ ਸਰੂਪ ਹਰ ਇੱਕ ਦੇ ਹਿਰਦੇ ਵਿੱਚ ਵਸਣ ਵਾਲਾ ਹੈ। ਦੇਖੋ ਨਾ ਪਰਮਾਤਮਾ ਹਰ ਇੱਕ ਜਿਹੜਾ ਹਨ ਹਰ ਇੱਕ ਕ੍ਰੀਏਸ਼ਨ ਵਿੱਚ ਵਸਣ ਵਾਲਾ ਹੈ। ਸੋ ਜਿਸ ਨੂੰ ਵੀ ਉਹ ਹਵਾ ਲੱਗਦੀ ਹੈ, ਮਾਨੋ ਉਹ ਪਰਮਾਤਮਾ ਦੀ ਆਰਤੀ ਹੋ ਰਹੀ ਹੈ ਤੇ ਪਰਮਾਤਮਾ ਨੂੰ ਹੀ ਉਸ ਦਾ ਜਿਹੜਾ ਅਸਰ ਹੋ ਰਿਹਾ ਹੈ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। हे ਪਰਮੇਸ਼ਰ, हे ਸਤਿਗੁਰੂ, हे ਪਰਿਪੂਰਨ ਪਰਮਾਤਮਾ, हे ਜਿਹੜੇ ਹਨ ਭਵ ਖੰਡਨ ਤੇਰੀ ਆਰਤੀ। हे ਭਵ ਖੰਡਨ ਵਾਲੇ, हे ਦੁੱਖਾਂ ਨੂੰ ਦੂਰ ਕਰਨ ਵਾਲੇ, ਡਰ ਨੂੰ ਦੂਰ ਕਰਨ ਵਾਲੇ
ਪੀੜਾਂ ਨੂੰ ਦੂਰ ਕਰਨ ਵਾਲੇ हे ਪਰਮੇਸ਼ਰ, ਤੇਰੀ ਆਰਤੀ ਕੈਸੀ ਹੋ ਰਹੀ ਹੈ? ਬੜੀ ਸੁੰਦਰ ਆਰਤੀ ਹੋ ਰਹੀ ਹੈ ਸਾਰੇ ਪਾਸਿਓਂ। ਅਨਹਤਾ ਸ਼ਬਦ ਵਾਜੰਤ ਭੇਰੀ। ਅਨਹੱਥਾ ਸ਼ਬਦ ਕਹਿਣ ਲੱਗੇ, ਹੁਣ ਸ਼ਬਦ ਢੋਲ ਵਜਾਏ ਜਾਂਦੇ ਨੇ ਆਰਤੀ ਵੇਲੇ, ਜਿਹੜਾ ਹਨ ਉੱਥੇ ਜਿਹੜੇ ਗੀਤ ਗਾਏ ਜਾਂਦੇ ਨੇ, ਉੱਥੇ ਸੁਰਤੀਆਂ ਗਾਈਆਂ ਜਾਂਦੀਆਂ ਨੇ ਵੇਦਾਂ ਦੀਆਂ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਨਹੱਥਾ ਸ਼ਬਦ ਉਹ ਪਰਮਾਤਮਾ ਦੇ ਸ਼ਬਦ ਜੋ ਵੱਜ ਰਹੇ ਹਨ, ਕਹਿੰਦੇ ਅਨਹੱਤ ਹਨ, ਉਹ ਬਿਨਾਂ ਮੁੱਕਣ ਤੋਂ ਐਂਡਲੈਸ ਉਸਦੇ ਸ਼ਬਦ ਹਨ। ਸ੍ਰਿਸ਼ਟੀ ਦੇ ਵਿੱਚ ਜੋ ਵੀ ਜਿਹੜਾ ਹਨ ਖੜਕਾ ਹੁੰਦਾ ਹੈ, ਜੋ ਵੀ ਸੁੰਦਰ ਰਿਦਮ ਬਣਦੇ ਹਨ ਨੇਚਰਲੀ, ਕਹਿੰਦੇ ਉਹ ਸਾਰੇ ਹੀ ਪਰਮਾਤਮਾ ਦਾ ਜਸ ਗਾ ਰਹੇ ਹਨ। ਰਹਾਓ ਵਿਸਰਾਮ ਦੇ ਕੇ ਸਤਿਗੁਰੂ ਜੀ ਕਹਿੰਦੇ ਹਨ, ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਹੇ ਪਰਮੇਸ਼ਰ, ਜਦੋਂ ਆਪ ਜੀ ਦਾ ਸਰੂਪ ਅਸੀਂ ਦੇਖਦੇ ਹਾਂ ਸਰਗੁਣ ਰੂਪ ਹੋ ਕੇ, ਜਦੋਂ ਆਪ ਜੀ ਸਰਗੁਣ ਰੂਪ ਦੇ ਵਿੱਚ ਹੋ, ਫਾਰਮ ਰੂਪ ਦੇ ਵਿੱਚ ਆਪ ਜੀ ਹੋ, ਇੱਕ ਫਾਰਮ ਦੇ ਰੂਪ ਜਦੋਂ ਆਪ ਜੀ ਨੂੰ ਦੇਖਿਆ ਜਾਂਦਾ ਹੈ, ਤਾਂ ਆਪ ਜੀ ਦੇ ਜਿਹੜੇ ਹਨ ਸਹਿਸ ਹਜ਼ਾਰਾਂ ਹੀ ਅੱਖਾਂ ਹਨ। ਹਜ਼ਾਰਾਂ ਅੱਖਾਂ ਦਾ ਮਤਲਬ ਹੁੰਦਾ ਹੈ ਸਾਰੀਆਂ ਹੀ, ਜਿੰਨੀਆਂ ਵੀ ਅੱਖਾਂ ਇਸ ਸ੍ਰਿਸ਼ਟੀ ਦੇ ਵਿੱਚ, ਇਸ ਰਚਨਾ ਦੇ ਵਿੱਚ ਜਿੰਨੀਆਂ ਵੀ ਅੱਖਾਂ ਹਨ, ਜੋ ਉਹਨਾਂ ਦੀ ਦੇਖਣ ਦੀ ਸ਼ਕਤੀ ਹੈ, ਉਹ ਅੱਖਾਂ ਨੇ, ਉਹ ਵੀ ਪਰਮੇਸ਼ਰ ਹੀ ਹੈ। ਸਾਰੀਆਂ ਅੱਖਾਂ ਦੇ ਰਾਹੀਂ ਉਹ ਪਰਮੇਸ਼ਰ ਹੀ ਦੇਖਦਾ ਹੈ। ਇਸ ਕਰਕੇ ਸਰਗੁਣ ਰੂਪ ਦੇ ਵਿੱਚ ਹੈ ਪਰਮੇਸ਼ਰ, ਸਾਰੀਆਂ ਅੱਖਾਂ ਰਾਹੀਂ ਤੁਸੀਂ ਸਭ ਕੁਝ ਆਪ ਹੀ ਦ੍ਰਿਸ਼ਟਾਤਾ ਹੋ ਕੇ, ਤੁਸੀਂ ਦ੍ਰਿਸ਼ਟੀ ਰੂਪ ਹੋ ਕੇ ਦੇਖਦੇ ਹੋ। ਪਰ ਜਦੋਂ ਤੁਹਾਨੂੰ ਨਿਰਗੁਣ ਸਰੂਪ ਵਿੱਚ ਦੇਖਿਆ ਜਾਵੇ, ਨਨ ਨੈਣ, ਫਿਰ ਇੱਕ ਵੀ ਤੁਹਾਡਾ ਨੈਣ ਨਹੀਂ। ਜਦੋਂ ਤੁਸੀਂ ਨਿਰਗੁਣ ਰੂਪ ਵਿੱਚ ਹੁੰਦੇ ਹੋ ਤਾਂ ਹਜ਼ਾਰਾਂ ਅੱਖਾਂ, ਜਿੱਥੇ ਸਰਗੁਣ ਰੂਪ ਵਿੱਚ ਹੋ ਉੱਥੇ ਇੱਕ ਵੀ ਅੱਖ ਨਹੀਂ ਰਹਿ ਜਾਂਦੀ ਨਿਰਗੁਣ ਰੂਪ ਵਿੱਚ। ਸਹਸ ਮੂਰਤ ਨਨਾ ਏਕ ਤੋਹੀ। ਦੇਖੋ ਸਹਸ ਮੂਰਤ ਕਹਿਣਗੇ, ਤੁਹਾਡੀਆਂ ਕਿੰਨੀਆਂ ਹੀ ਹਜ਼ਾਰਾਂ ਹੀ ਤੁਹਾਡੀਆਂ ਮੂਰਤਾਂ ਹਨ। ਜਿੰਨਾ ਵੀ ਕੁਝ ਆਪਾਂ ਦੇਖਦੇ ਹਾਂ ਇਸ ਸੰਸਾਰ ਵਿੱਚ, ਸਾਰਾ ਹੀ ਪਰਮਾਤਮਾ ਦਾ ਆਪਣਾ ਸਰੂਪ ਹੈ। ਸੋ ਕਹਿੰਦਾ ਨਨਾ ਏਕ ਤੋਹੀ, ਜਦੋਂ ਨਿਰਗੁਣ ਰੂਪ ਵਿੱਚ ਫਿਰ ਤੁਸੀਂ ਫਾਰਮਲੈਸ ਹੋ ਜਾਂਦੇ ਹੋ, ਫਿਰ ਇੱਕ ਵੀ ਰੂਪ ਨਹੀਂ ਰਹਿ ਜਾਂਦਾ। ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ। ਸੋ ਦੇਖੋ ਕਹਿੰਦੇ ਹੇ ਪਰਮਾਤਮਾ, ਜਦੋਂ ਤੁਸੀਂ ਸਰਗੁਣ ਰੂਪ ਵਿੱਚ ਹੁੰਦੇ ਹੋ, ਤੁਹਾਡੇ ਜਿਹੜਾ ਹਜ਼ਾਰਾਂ ਹੀ ਪੈਰ ਹਨ, ਹਜ਼ਾਰਾਂ ਹੀ ਪੈਰ ਹਨ ਜਿਹਦੇ ਨਾਲ ਤੁਸੀਂ ਚੱਲਦੇ ਹੋ। ਹੇ ਪਰਮਾਤਮਾ, ਨਿਰਗੁਣ ਰੂਪ ਦੇ ਵਿੱਚ ਤੁਹਾਡਾ ਇੱਕ ਵੀ ਪੈਰ ਨਹੀਂ ਹੁੰਦਾ। ਸਰਗੁਣ ਰੂਪ ਦੇ ਵਿੱਚ ਤੁਹਾਡੇ ਕਿੰਨੀਆਂ ਹੀ ਜਿਹੜੀਆਂ ਨਾਸਾਂ ਹਨ, ਇਹ ਜਿਹੜਾ ਨੱਕ ਹਨ ਜਿਹਦੇ ਨਾਲ ਸੁੰਘਿਆ ਜਾਂਦਾ ਹੈ। ਪਰ ਜਦੋਂ ਨਿਰਗੁਣ ਰੂਪ ਦੇ ਵਿੱਚ ਫਿਰ ਇੱਕ ਵੀ ਨੱਕ ਨਹੀਂ ਰਹਿ ਜਾਂਦਾ। ਉਹ ਸੁਗੰਧੀ ਲੈਣ ਵਾਲੀ ਜੋ ਜਿਹੜੀ ਹੈ, ਉਹਦੇ ਵਿੱਚ ਇਹ ਲੋੜੀ ਮੁੱਕ ਜਾਂਦੀ ਹੈ। ਸਹਸ ਤਵ ਗੰਧ ਇਵ ਚਲਤ ਮੋਹੀ। ਇਉਂ ਕਰਕੇ ਜਿਹੜਾ ਹਨ ਸਹਸ ਤਵ ਗੰਧ, ਇਸ ਕਰਕੇ ਸਰਗੁਣ ਰੂਪ ਦੇ ਵਿੱਚ ਜਿਹੜਾ ਹੈ, ਜਿੱਥੇ ਨੱਕ ਹਨ ਉੱਥੇ ਕਿੰਨੀਆਂ ਹੀ ਤਰ੍ਹਾਂ ਦੀਆਂ ਵਾਸ਼ਨਾ ਹਨ, ਕਿੰਨੇ ਤਰ੍ਹਾਂ ਦੀਆਂ ਫ੍ਰੈਗਨੈਂਸ ਹਨ, ਤਰ੍ਹਾਂ ਦੀਆਂ, ਜੋ ਕਿ ਜਿਹੜਾ ਹਨ ਸੁੰਘਣ ਨੂੰ ਮਿਲਦੀਆਂ। ਦੇਖੋ ਨਾ, ਜੇ ਬੰਦੇ ਕੋਲ ਨੱਕ ਵੀ ਹੋਵੇ ਪਰ ਸੁਗੰਧੀ ਨਾ ਹੋਵੇ ਤਾਂ ਫਾਇਦਾ ਕੀ ਹੋਇਆ। ਦੇਖੋ ਇਹ ਦੋਵੇਂ ਜਿਹੜੇ ਹਨ, ਇਹ ਸਤਿਗੁਰੂ ਜੀ ਪਰਮੇਸ਼ਰ ਨੇ ਇਹ ਸਭ ਕੁਝ ਆਪਣੀ ਰਚਨਾ ਵਿੱਚ ਬਣਾਇਆ ਹੈ। ਇਵ ਚਲਤ ਮੋਹੀ, ਹੇ ਪਰਮਾਤਮਾ, ਇਸੇ ਤਰ੍ਹਾਂ ਹੀ ਤੁਸੀਂ ਇਸ ਸੰਸਾਰ ਦੀ ਕਾਰਜ ਨੂੰ ਚਲਾ ਰਹੇ ਹੋ। ਸਭ ਮਹਿ ਜੋਤ ਜੋਤ ਹੈ ਸੋਏ। ਦੇਖੋ ਹੇ ਪਰਮਾਤਮਾ, ਸਾਰਿਆਂ ਦੇ ਜੀਵਨ ਦੇ ਵਿੱਚ ਤੁਸੀਂ ਜੀਵਨ ਰੂਪ ਹੋ, ਸਾਰਿਆਂ ਦੇ ਅੰਦਰ ਜੋਤੀ ਰੂਪ ਹੋ ਕੇ ਤੁਸੀਂ ਆਤਮਾ ਸਰੂਪ ਹੋ ਕੇ ਵਸਦੇ ਹੋ। ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਹੇ ਪਰਮਾਤਮਾ, ਤੁਹਾਡਾ ਚਾਨਣ ਦਿੱਤਾ ਹੋਇਆ ਹੋਣ ਕਰਕੇ ਹੀ ਸਾਰਿਆਂ ਦੇ ਅੰਦਰ ਚਾਨਣ ਹੈ। ਇਹ ਅੱਖਾਂ ਚਾਨਣ ਤਾਂ ਦੇਖਦੀਆਂ ਨੇ ਜੇ ਚਾਨਣ ਤੁਹਾਡਾ ਦਿੱਤਾ ਹੋਇਆ ਹੈ। ਹਨੇਰੇ ਤੇ ਚਾਨਣ ਦਾ ਫਰਕ ਦਾ ਪਤਾ ਵੀ ਤਾਂ ਹੀ ਲੱਗਦਾ ਹੈ ਜੇ ਕਿਤੇ ਹਨੇਰਾ ਹੈ ਤੇ ਚਾਨਣ ਹੈ। ਮਹਾਰਾਜ, ਇਹ ਦੋਵੇਂ ਤੁਸੀਂ ਦਿੱਤੇ ਹੋਏ ਹਨ। ਦੂਸਰਾ ਅਰਥ ਹੈ, ਇਹ ਹੈ ਤਿਸਕੇ ਚਾਨਣ, ਕਹਿਣਗੇ ਹੇ ਪਰਮਾਤਮਾ, ਤੁਹਾਡਾ ਗਿਆਨ ਦਿੱਤਿਆਂ ਹੋਇਆਂ ਹੀ ਉਹ ਆਤਮਾ ਦੀ ਪਹਿਚਾਣ ਹੁੰਦੀ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰ ਸਾਖੀ, ਗੁਰੂ ਦੀ ਸਿੱਖਿਆ ਦੇ ਨਾਲ ਹੀ ਅੰਦਰੋਂ ਆਤਮਾ ਦੀ ਸਮਝ ਜਿਹੜੀ ਹੈ ਉਹ ਪ੍ਰਗਟ ਹੁੰਦੀ ਹੈ। ਆਤਮਾ ਦਾ ਸਰੂਪ ਜਿਹੜਾ ਹੈ ਅੰਦਰੋਂ ਹੀ ਅੰਦਰ ਦਿਖਾਈ ਦਿੰਦਾ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ। ਹੇ ਪਰਮਾਤਮਾ, ਜਿਵੇਂ ਤੈਨੂੰ ਭਾਉਂਦਾ ਹੈ ਇਹ ਸੰਸਾਰ ਤੇ ਵੈਸਾ ਹੀ ਹੁੰਦਾ ਹੈ, ਤੇ ਤੁਹਾਡਾ ਭਾਣੇ ਕਰਕੇ ਹੀ ਇਹ ਆਰਤੀ ਹੋ ਰਹੀ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ। ਹੇ ਪਰਮਾਤਮਾ, ਤੁਹਾਡੇ ਚਰਨ ਕਵਲ ਫੁੱਲ ਵਰਗੇ ਹਨ। ਮੇਰਾ ਮਨ ਜਿਹੜਾ ਹੈ, ਇਹ ਜਿਹੜਾ ਹੈ ਇੱਕ ਬੀਜ ਦੀ ਤਰ੍ਹਾਂ, ਤੁਹਾਡੇ ਮਨ, ਤੁਹਾਡੇ ਚਰਨ ਜਿਹੜੇ ਹਨ
ਕਮਲ ਫੁੱਲ ਵਰਗੇ ਉਹਨਾਂ ਨੂੰ ਲੋਚਦਾ ਹੈ। ਅਨ ਦਿਨੋ ਮੋਹੇ ਆਹੀ ਪਿਆਸਾ। ਰਾਤ ਦਿਨ ਮਨੋ ਤੁਹਾਡੇ ਪ੍ਰੇਮ ਦੀ ਹੀ ਪਿਆਸ ਲੱਗੀ ਰਹਿੰਦੀ ਹੈ, ਤੁਹਾਡੇ ਨਾਮ ਦੀ ਹੀ ਪਿਆਸ ਲੱਗੀ ਰਵੇ। हे परमात्मा ऐसी कृपा कर दियो। ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕੋ। हे ਕਿਰਪਾ ਦੇ ਖਜ਼ਾਨੇ, हे ਪਰਮੇਸ਼ਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, हे ਸਾਰੰਗ, ਇੱਕ ਜਿਹੜਾ ਹਨ ਬੋ ਨੂੰ ਧਾਰਨ ਕਰਨ ਵਾਲੇ, हे ਪਰਮਾਤਮਾ ਤੁਸੀਂ ਇਹ ਕਿਰਪਾ ਕਰਕੇ ਐਸਾ ਮੇਰੇ ਤੇ ਕਿਰਪਾ ਕਰ ਦਿਓ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਤੇ ਜਿਹੜਾ ਹੈ ਮੈਨੂੰ ਪਿਆਸੇ ਨੂੰ ਤੁਸੀਂ ਆਪਣੇ ਨਾਮ ਰੂਪੀ ਜਿਹੜਾ ਜਲ ਦੇਣਾ ਕਰੋ। ਹੋਏ ਜਾਤੇ ਤੇਰਾ ਨਾਮ ਵਾਸਾ। ਜਿਹਦੇ ਕਰਕੇ ਤੁਹਾਡੇ ਨਾਮ ਦਾ ਹੀ ਵਾਸਾ ਮੇਰੇ ਹਿਰਦੇ ਵਿੱਚ ਹੋ ਜਾਵੇ ਤੇ ਮੇਰਾ ਜੀਵਨ ਤੁਹਾਡੇ ਨਾਮ ਦੇ ਵਿੱਚ ਹੀ ਵਾਸਾ ਲੈ ਲਵੇ। ਦੋਹਰਾ। ਸੋ ਇੱਥੇ ਸਮਾਪਤੀ ਕੀਤੀ ਇਹ ਸ਼ਬਦ ਦੀ, ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਉਸ ਪੰਡਤਾਂ ਨੂੰ ਵੀ ਆਰਤੀ ਕੈਸੀ ਹੋਣੀ ਚਾਹੀਦੀ ਹੈ। ਰਵਿੰਦਰਨਾਥ ਟੈਗੋਰ ਨੂੰ ਵੀ ਜਦੋਂ ਕਿਤੇ ਕਿਸੇ ਨੇ ਪੁੱਛਿਆ ਸੀ ਨਾ, ਕਹਿੰਦੇ ਦੇਖੋ, ਕਹਿੰਦੇ ਵੀ ਜਿਹੜਾ ਹੈ ਇੱਕ ਐਂਥਮ ਚਾਹੀਦਾ ਹੈ, ਯੂਨੀਵਰਸਲ ਐਂਥਮ ਚਾਹੀਦਾ ਦੁਨੀਆ ਵਾਸਤੇ। ਰਵਿੰਦਰਨਾਥ ਟੈਗੋਰ ਨੇ ਇੱਕੋ ਗੱਲ ਕਹੀ, ਉਹਨਾਂ ਨੇ ਇਹ ਸ਼ਬਦ ਪੜ੍ਹਿਆ, ਕਹਿੰਦੇ ਦੁਨੀਆ ਦਾ ਐਂਥਮ ਜਿਹੜਾ ਹੈ ਉਹ ਤਾਂ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਆਪੇ ਲਿਖ ਗਏ ਹਨ। ਇਹ ਆਰਤੀ ਦਾ ਜਿਹੜਾ ਸ਼ਬਦ ਹੈ ਇਹੀ ਯੂਨੀਵਰਸਲ ਐਂਥਮ ਹੈ ਕਿ ਪਰਮਾਤਮਾ ਕਿਵੇਂ ਆਪਣੇ ਸੰਸਾਰ ਵਿੱਚ ਵਸਦਾ ਹੈ। ਇਹ ਸੰਸਾਰ ਦੀ ਸੁੰਦਰਤਾ ਕਿਸ ਤਰ੍ਹਾਂ ਦੀ ਹੈ ਤੇ ਇਹ ਸੁੰਦਰ ਜਿਹੜਾ ਹਨ ਇਹ ਸੰਸਾਰ ਦੇ ਵਿੱਚ ਪਰਮਾਤਮਾ ਆਪ ਕਿਵੇਂ ਵਸਦਾ ਹੈ। ਦੋਹਰਾ। ਇਸ ਪ੍ਰਕਾਰ ਕੀ ਆਰਤੀ ਨਿਤ ਉਤਾਰ ਕਰਤਾਰ। ਇਸ ਪ੍ਰਕਾਰ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਦੇਖੋ ਉਹ ਪਰਮਾਤਮਾ ਇਸ ਪ੍ਰਕਾਰ ਦੀ ਜਿਹੜੀ ਆਰਤੀ, ਇਹ ਜਿਹੜੀ ਕੁਦਰਤ ਹੈ ਨਾ ਜੋ ਪਰਮਾਤਮਾ ਦੀ ਬਣਾਈ ਹੋਈ ਹੈ ਨਾ, ਇਹ ਪਰਮਾਤਮਾ ਦੀ ਆਰਤੀ ਇਸ ਤਰ੍ਹਾਂ ਉਤਾਰਦੀ ਹੈ ਨਿਤ ਪ੍ਰਤ, ਹਰ ਵੇਲੇ ਹੀ ਉਸਦੀ ਆਰਤੀ ਉਤਾਰਦੀ ਹੈ। ਕਿਉਂਕਿ ਜਿਹੜੀ ਨੇਚਰ ਹੈ, ਨੇਚਰ ਦਾ ਮਾਲਕ ਉਹ ਪਰਮਾਤਮਾ ਆਪ ਹੈ। ਇਸ ਕਰਕੇ ਨੇਚਰ ਆਪਣੇ ਆਪ ਹੀ ਪਰਮਾਤਮਾ ਦੀ ਆਰਤੀ ਕਰਦੀ ਹੈ। ਮਨ ਕੋ ਰੋਕ ਜੋ ਕਰਤ ਇਉ ਫਿਰ ਨਾ ਪਾਏ ਸੰਸਾਰ। ਦੇਖੋ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕੀਤਾ, ਕਹਿੰਦੇ ਹੇ ਪੰਡਤ, ਮਨ ਨੂੰ ਰੋਕ ਕਰਕੇ ਜਿਹੜਾ ਵੀ ਕੋਈ ਪਰਮਾਤਮਾ ਵਿੱਚ ਆਪਣਾ ਚਿੱਤ ਜੋੜ ਕਰਕੇ ਪਰਮਾਤਮਾ ਦੀ ਐਸੀ ਆਰਤੀ ਆਪਣੇ ਆਲੇ ਦੁਆਲੇ ਹੁੰਦੀ ਨੂੰ ਹਮੇਸ਼ਾ ਹੀ ਦੇਖਦਾ ਹੈ, ਮਨ ਰੋਕ ਕਰਕੇ ਮਨ ਨੂੰ ਜਿਹੜਾ ਹੈ ਪਰਮੇਸ਼ਰ ਦੇ ਸਿਮਰਨ ਵਿੱਚ ਲਾ ਕਰਕੇ ਫੇਰ ਨਾ ਪਾਏ ਸੰਸਾਰ, ਉਹ ਮੁੜ ਕੇ ਸੰਸਾਰ ਵਿੱਚ ਨਹੀਂ ਆਏਗਾ। ਚੌਪੇ ਸੁਨ ਕਰ ਪੰਡੇ ਬੰਧਨ ਕਰਹੀ। ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਦਾ ਸੁਣ ਕਰਕੇ ਪੰਡਤਾਂ ਨੇ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਜੀ ਨੂੰ। ਮਹਾਪੁਰਖ ਇਹ ਬਚਨ ਉਚਰਹੀ। ਉਹਨਾਂ ਨੇ ਕਿਹਾ ਕਿ ਇਹ ਤਾਂ ਮਹਾਪੁਰਖ ਹੈ। ਕਹਿਣਗੇ ਤੁਸੀਂ ਤਾਂ ਜਿਹੜਾ ਮਹਾਪੁਰਖ ਹੋ, ਤੁਸੀਂ ਆਮ ਇਨਸਾਨ ਨਹੀਂ ਹੋ ਜਿਹੜਾ ਐਸਾ ਸਾਨੂੰ ਉਪਦੇਸ਼ ਅੱਜ ਦਿੱਤਾ ਤੁਸੀਂ। ਇਹ ਸਤ ਸਭ ਇਨ ਕੋ ਕਹਿਨੋ। ਇਹ ਸੱਤ ਕਹਿ ਲਗੇ, ਇਹਨਾਂ ਨੇ ਜੋ ਕਿਹਾ ਹੈ ਉਹ ਸੱਤ ਹੀ ਹੈ, ਉਹ ਸੱਚ ਹੈ, ਉਹਦੇ ਚ ਨਿਰਾ ਭਰ ਵੀ ਝੂਠ ਨਹੀਂ ਹੈ। ਮਨ ਸਥਿਰ ਇੱਕ ਛਿਨ ਨਹਿ ਰਹਿਨੋ। ਕਹਿ ਲਗੇ ਮਨ ਅਸਥਿਰ, ਕਹਿ ਲਗੇ ਉਹ ਮੰਨ ਗਏ ਹਨ। ਕਹਿੰਦੇ ਜਿਹੜਾ ਮਨ ਹੁੰਦਾ ਹੈ ਨਾ ਉਹ ਇੱਕ ਛਿਨ ਵਿੱਚ ਵੀ, ਇੱਕ ਛਿਨ ਇੱਕ ਸੈਕਿੰਡ ਵਾਸਤੇ, ਮਿਲੀ ਸੈਕਿੰਡ ਵਾਸਤੇ ਵੀ ਸਥਿਰ ਨਹੀਂ ਰਹਿੰਦਾ, ਸਟੇਬਲ ਨਹੀਂ ਰਹਿੰਦਾ, ਭੜਕਦਾ ਰਹਿੰਦਾ ਹੈ। ਦੋਏ ਦਿਵਸ ਤਹਿ ਰਾਖਿਓ ਡੇਰਾ। ਉੱਥੇ ਗੁਰੂ ਨਾਨਕ ਸਾਹਿਬ ਜੀ 2 ਦਿਨ ਰਹੇ ਜਗਨਨਾਥਪੁਰੀ ਵਿੱਚ। ਦੋਹਰੋ ਗਵਨੇ ਹੋਤ ਸਵੇਰਾ। ਫਿਰ ਮਹਾਰਾਜ ਜੀ ਸਵੇਰ ਹੁੰਦਿਆਂ ਸਾਰ 2 ਦਿਨਾਂ ਬਾਅਦ ਸਤਿਗੁਰਾਂ ਨੇ ਫਿਰ ਉੱਥੋਂ ਅੱਗੇ ਜਾਣਾ ਕੀਤਾ। ਉੱਥੋਂ ਮਹਾਰਾਜ ਜੀ ਅੱਗੇ ਚੱਲ ਪਏ। ਕਿਤਕ ਦੂਰ ਗਏ ਸਾਗਰ ਤੀਰਾ। ਸੋ ਕੁਝ ਕੁ ਦੂਰ ਤੁਰਦਿਆਂ ਹੋਇਆਂ ਸਾਗਰ ਤੀਰ, ਸਾਗਰ ਓਸ਼ਨ ਦੇ ਕੰਢੇ ਪਹੁੰਚ ਗਏ। ਅਤ ਤਰੰਗ ਕੋ ਉਛਰਤ ਨੀਰਾ। ਉਸ ਵੇਲੇ ਦੇਖਿਆ ਸਮੁੰਦਰ ਉਛਲਦਾ ਸੀ, ਬੜੀਆਂ ਉਛਾਲਾਂ ਮਾਰ ਰਿਹਾ ਸੀਗਾ, ਬੜੀਆਂ ਉੱਚੀਆਂ ਉੱਚੀਆਂ ਤਰੰਗਾਂ ਆ ਰਹੀਆਂ ਸਨ। ਉਨ ਤੱਟ ਬੈਠੇ ਕਿਰਪਾ ਨਿਧਾਨਾ। ਮਹਾਰਾਜ ਉਸ ਸਮੁੰਦਰ ਦੇ ਕੰਢੇ ਤੇ ਜਾ ਬੈਠੇ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਨਾਲ ਹਨ। ਗਾਵਨ ਲਗਾ ਸ਼ਬਦ ਮਰਦਾਨਾ। ਉਸ ਵੇਲੇ ਭਾਈ ਮਰਦਾਨੇ ਨੇ ਰਬਾਬ ਆਪਣੇ ਹੱਥ ਵਿੱਚ ਲੈ ਕੇ ਐਸੀ ਸੁਰੀਲੀ ਆਵਾਜ਼ ਦੇ ਨਾਲ, ਸੁੰਦਰ ਆਵਾਜ਼ ਦੇ ਨਾਲ ਇੱਕ ਸ਼ਬਦ ਪੜਿਆ। ਉੱਚੀ ਸੁਰਸੋਂ ਔਰ ਹਰਖਾਇਓ। ਉੱਚੀ ਸੁਰ ਦੇ ਵਿੱਚ ਐਸਾ ਸ਼ਬਦ ਜਿਹੜਾ ਹੈ ਜਿਹੜੇ ਟੁੱਟੇ ਹੋਇਆਂ ਨੂੰ ਜੋੜਨ ਵਾਲਾ ਸੀਗਾ, ਜੋ ਕਿ ਭੜਕਦੇ ਮਨਾਂ ਨੂੰ ਜਿਹੜਾ ਹੈ ਅਸਥਿਰ ਕਰਨ ਵਾਲਾ ਸੀ। ਐਸਾ ਸ਼ਬਦ ਪਿਆਰ ਨਾਲ ਭਾਈ ਮਰਦਾਨੇ ਨੇ ਪੜਿਆ ਉੱਚੀ ਸੁਰ ਦੇ ਨਾਲ। ਅਦਕ ਮਨੋਜ ਰਬਾਬ ਵਜਾਇਓ। ਕਹਿਣਗੇ ਅਦਕ,
ਕਹਿੰਦੇ ਉਤੋਂ ਜਿਹੜੀ ਹੈ ਰਬਾਬ ਦੀ ਜਿਹੜੀ ਧੁਨ ਸੀਗੀ ਉਹ ਕੰਪਲੀਮੈਂਟ ਕਰ ਰਹੀ ਸੀਗੀ। ਕਹਿੰਦੇ ਬੜੀ ਸੁੰਦਰ ਉਹ ਜਿਹੜੀ ਹੈ ਰਬਾਬ ਦੀ ਧੁਨ ਵੀ ਵੱਜ ਰਹੀ ਸੀ। ਦੋਹਰਾ ਇੱਕ ਮਿਰਤਕ ਮਾਨਵ ਪਰਾ ਬ੍ਰਿਕ ਖਾਨ ਤੇ ਆਏ। ਕੀ ਹੋਇਆ? ਕਹਿੰਦੇ ਉਸ ਵੇਲੇ ਅੱਖਾਂ ਦੇ ਸਾਹਮਣੇ ਇਹ ਦ੍ਰਿਸ਼ਟ ਪੈਣ ਲੱਗਿਆ ਕਿ ਭਾਈ ਬਾਲੇ ਨੇ ਦੇਖਿਆ, ਕਹਿੰਦੇ ਇੱਕ ਜਿਹੜਾ ਬਘਿਆੜ ਹੈ ਨਾ, ਇੱਕ ਬਘਿਆੜ ਆਉਂਦਾ ਹੈ ਤੇ ਉੱਥੇ ਇੱਕ ਮਰਿਆ ਹੋਇਆ ਸਰੀਰ ਪਿਆ ਹੈ, ਇੱਕ ਡੈਡ ਬੋਡੀ ਪਈ ਹੈ। ਬ੍ਰਿਕ ਖਾਨ ਤੇ ਆਏ। ਬਘਿਆੜ ਉਸ ਨੂੰ ਖਾਣ ਵਾਸਤੇ ਉੱਥੇ ਆ ਰਿਹਾ ਹੈ। ਬਘਿਆੜ ਜਿਹੜਾ ਹੈ ਉਹਨੇ ਜਿਹੜਾ ਉਹਨੂੰ ਭੁੱਖ ਲੱਗੀ ਹੋਈ ਸੀ ਤੋ ਉਹ ਮਰੇ ਹੋਏ ਸਰੀਰ ਨੂੰ ਖਾਣ ਵਾਸਤੇ ਆ ਰਿਹਾ ਹੈ। ਅਦਿਕ ਛੁਦਾ ਜਿਹੇ ਕੋ ਲਗੀ ਚੁਮਿਓ ਮਸਤਕ ਜਾਏ। ਤੇ ਉਹ ਜਿਹੜਾ ਬਘਿਆੜ ਹੈ ਨਾ, ਦੇਖਣ ਵਿੱਚ ਇਹ ਇੱਕ ਹੈਰਾਨ ਕਰਨ ਵਾਲੀ ਗੱਲ ਹੈ। ਬਘਿਆੜ ਆਉਂਦਾ ਹੈ ਉਹ ਸਰੀਰ ਨੂੰ ਖਾਣ ਵਾਸਤੇ, ਜਿਹਨੂੰ ਕੋਈ ਵੀ ਰੋਕ ਨਹੀਂ ਰਿਹਾ। ਤੇ ਇਹ ਬਘਿਆੜ ਨੇ ਜਦੋਂ ਜਾ ਕੇ ਉਹ ਮਰੇ ਹੋਏ ਸਰੀਰ ਦਾ ਮੱਥਾ ਸੁੰਘਿਆ, ਕਿਉਂਕਿ ਇਹਨਾਂ ਨੂੰ ਆਦਤ ਹੁੰਦੀ ਨਾ ਬਘਿਆੜ ਨੂੰ ਜਾਂ ਕੋਈ ਵੀ ਜਾਨਵਰ ਖਾਣ ਤੋਂ ਪਹਿਲਾਂ ਸੁੰਘਦੇ ਹਨ। ਸੁੰਘਦਿਆਂ ਹੋਇਆਂ ਜਦੋਂ ਉਹਨੇ ਮੱਥੇ ਨੂੰ ਸੁੰਘਿਆ, ਚੌਪੇ ਨਹਿ ਖਾਇਓ ਹਟ ਕਰ ਸੋ ਗਇਓ। ਇਹ ਬਘਿਆੜ ਉਸ ਡੈਡ ਬੋਡੀ ਨੂੰ ਜਿਹੜਾ ਹੈ ਉਸਨੇ ਨਹੀਂ ਖਾਧਾ। ਕੀ ਕੀਤਾ? ਇਹ ਜਿਹੜਾ ਹੈ ਉਹਨੂੰ ਛੱਡ ਕੇ ਪਿੱਛੇ ਮੁੜ ਗਿਆ। ਦੂਰ ਜਾਏ ਪੁਨ ਆਵਤ ਭਇਓ। ਦੂਰ ਚਲਿਆ ਗਿਆ ਬਘਿਆੜ। ਦੂਰੋਂ ਖੜ ਕੇ ਫੇਰ ਦੇਖਦਾ ਹੈ ਉਹ ਡੈਡ ਬੋਡੀ ਨੂੰ, ਉਸ ਮਰੇ ਹੋਏ ਸਰੀਰ ਨੂੰ, ਲੋਥ ਨੂੰ ਦੇਖ ਕੇ ਫੇਰ ਜਿਹੜਾ ਹਨ ਧਿਆਨ ਨਾਲ ਦੇਖਦਾ ਹੈ। ਆ ਦੇਖ ਕੇ ਫੇਰ ਉਹਦੇ ਕੋਲ ਆਉਂਦਾ ਹੈ ਦੂਸਰੀ ਵਾਰ। ਪੱਗ ਕਰ ਔਰ ਸੂੰਗਾ ਤੇ ਸਾਰਾ। ਉਹਨੇ ਕੀ ਕੀਤਾ? ਐਤਕੀ ਬਘਿਆੜ ਨੇ ਉਸਦੇ ਪੈਰ ਸੁੰਘੇ ਉਹ ਮਰੇ ਹੋਈ ਬੋਡੀ ਦੇ, ਦੂਜਾ ਉਹਦੇ ਹੱਥ ਸੁੰਘੇ, ਫੇਰ ਤੀਜਾ ਉਹਦੀ ਛਾਤੀ ਸੁੰਘੀ, ਫੇਰ ਜਿਹੜਾ ਇਹ ਸਭ ਕੁਝ ਸੁੰਘ ਕੇ ਬਿਨ ਖਾਏਗਾ ਬਨ ਹੈ ਮਝਾਰਾ। ਉਹ ਬਘਿਆੜ ਵਿਚਾਰਾ ਜਿਹੜਾ ਹੈ ਫੇਰ ਵੀ ਉਹ ਡੈਡ ਬੋਡੀ ਨੂੰ ਉਸਨੇ ਖਾਧਾ ਨਹੀਂ। ਉਹਨੇ ਖਾਧਾ ਨਹੀਂ ਤੇ ਸੁੰਘ ਕਰਕੇ ਉਹ ਫੇਰ ਮੁੜ ਕੇ ਭੱਜ ਗਿਆ। ਤੇ ਪਰ ਹੁਣ ਐਸਾ ਭੱਜਿਆ ਕਿ ਦੂਰੋਂ ਵੀ ਖੜ ਕੇ ਉਹ ਨਹੀਂ ਦੇਖ ਰਿਹਾ, ਉਹ ਪੂਰਾ ਆਪਣਾ ਜਿਹੜਾ ਹੈ ਪਿੱਠ ਦੇ ਕੇ ਜੰਗਲ ਵੱਲ ਭੱਜ ਗਿਆ। ਸ੍ਰੀ ਪ੍ਰਭ ਸੋ ਬੂਝਤ ਮਰਦਾਨਾ। ਉਸ ਵੇਲੇ ਭਾਈ ਮਰਦਾਨਾ ਵੀ ਇਹ ਦ੍ਰਿਸ਼ਟ ਦੇਖ ਰਿਹਾ ਸੀਗਾ। ਇਹ ਦੇਖ ਕਰਕੇ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ, ਮਿਰਤਕ ਕੋ ਬ੍ਰਿਕ ਖੀਨ ਨਾ ਖਾਨਾ। ਕਹਿਣ ਲੱਗੇ ਮਹਾਰਾਜ ਮੈਨੂੰ ਬੜੀ ਹੈਰਾਨਗੀ ਹੋ ਰਹੀ ਹੈ। ਮੈਂ ਦੇਖਦਾ ਹਾਂ ਇੱਕ ਬਘਿਆੜ ਵਿਚਾਰ ਲੱਗਦਾ ਭੁੱਖਾ ਹੈ ਤੇ ਆਉਂਦਾ ਹੈ ਇਸ ਲੋਥ ਨੂੰ ਖਾਣ ਵਾਸਤੇ, ਪਰ ਇਹਨੂੰ ਕਿਉਂ ਨਹੀਂ ਖਾਦਾ? ਕਿਉਂ ਨਹੀਂ ਖਾ ਕੇ ਗਿਆ? ਇੱਕ ਬੁਰਕ ਵੀ ਉਹਨੇ ਨਹੀਂ ਖਾਦਾ। ਸੂੰਗ ਹਟਿਓ ਕਿਉਂ ਕਹੀਏ ਸੁਆਮੀ। ਮਹਾਰਾਜ ਇਹ ਸੁੰਘ ਕੇ ਪਿੱਛੇ ਕਿਉਂ ਹਟ ਜਾਂਦਾ ਹੈ? ਘਟ ਘਟ ਕੇ ਤੁਮ ਅੰਤਰ ਜਾਮੀ। हे ਪਰਮੇਸ਼ਰ ਸੁਆਮੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਅੰਤਰਜਾਮੀ ਹੋ। ਮਹਾਰਾਜ ਸਾਨੂੰ ਇਸ ਦਾ ਉੱਤਰ ਦਿਓ। ਸੁਨ ਮਰਦਾਨੇ ਸ਼ਬਦ ਜੋ ਗਾਇਓ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਦੱਸਿਆ, ਕਹਿੰਦੇ ਮਰਦਾਨਿਆ ਜਿਹੜਾ ਸ਼ਬਦ ਤੂੰ ਹੁਣ ਪੜਿਆ ਸੀ ਨਾ ਹੁਣੇ ਹਜੇ ਕੀਰਤਨ ਰੂਪ ਵਿੱਚ, ਯਾ ਤੇ ਹਿਰਦਾ ਸੁਧ ਹੋਇ ਆਇਓ। ਇਹ ਕੀਰਤਨ ਦੀ ਆਵਾਜ਼ ਉਸ ਬਘਿਆੜ ਦੇ ਕੰਨਾਂ ਵਿੱਚ ਪਈ, ਜਿਹਦੇ ਕਰਕੇ ਉਹਦਾ ਹਿਰਦਾ ਸੁੱਧ ਹੋ ਗਿਆ, ਉਹਦਾ ਮਨ ਸ਼ੁੱਧ ਹੋ ਗਿਆ। ਦੇਖੋ ਕੀਰਤਨ ਸੁਣਿਆ, ਬਘਿਆੜ ਨੂੰ ਕੀਰਤਨ ਦੇ ਅਰਥਾਂ ਦਾ ਵੀ ਕੋਈ ਨਹੀਂ ਪਤਾ। ਬਘਿਆੜ ਨੂੰ ਜਿਹੜਾ ਹੈ ਕੋਈ ਵੀ ਗਿਆਨ ਨਹੀਂ ਹੈ ਵੀ ਮੇਰੇ ਕੰਨਾਂ ਵਿੱਚ ਕਿਹੜੀ ਆਵਾਜ਼ ਪੈ ਰਹੀ ਹੈ। ਪਰ ਬਘਿਆੜ ਨੇ ਜਦੋਂ ਇਹ ਸ਼ਬਦ ਕੀਰਤਨ ਰੂਪ ਵਿੱਚ ਸੁਣਿਆ ਤਾਂ ਉਹਦਾ ਮਨ ਸ਼ੁੱਧ ਹੋ ਗਿਆ। ਉਹਦਾ ਮਨ ਦੇ ਵਿੱਚੋਂ ਪਾਪਾਂ ਦੀ ਮੈਲ ਉਤਰ ਗਈ। ਪਾਪ ਪੁੰਨ ਕੋ ਭਇਓ ਵਿਚਾਰਾ। ਦੇਖੋ ਹੁਣ ਜਦੋਂ ਉਸਦਾ ਮਨ ਜਿਹੜਾ ਹੈ ਸਾਫ਼ ਹੋ ਗਿਆ, ਬਘਿਆੜ ਦਾ ਮਨ ਪਿਓ ਹੋ ਗਿਆ, ਉਹਨੂੰ ਹੁਣ ਪਾਪ ਤੇ ਪੁੰਨ ਦਾ ਵਿਚਾਰ ਹੋਣ ਲੱਗ ਪਿਆ ਵੀ ਇਹ ਪਾਪ ਹੈ, ਇਹ ਪੁੰਨ ਹੈ। ਭਖ ਅਭਖ ਹੈ ਲਖਿਓ ਆਹਾਰਾ। ਉਹਨੇ ਇਹ ਵੀ ਜਾਣ ਲਿਆ ਪਾਪ ਪੁੰਨ ਕਰਕੇ ਵੀ ਕੀ ਖਾਣ ਵਾਲੀ ਚੀਜ਼ ਹੈ ਤੇ ਕੀ ਨਹੀਂ ਖਾਣ ਵਾਲੀ ਚੀਜ਼, ਜਿਹੜੀ ਖਾਣ ਯੋਗ ਹੈ ਤੇ ਨਹੀਂ ਖਾਣ ਯੋਗ ਕਿਹੜੀ ਚੀਜ਼ ਹੈ, ਵਾਟ ਇਜ਼ ਇਟੇਬਲ ਵਾਟ ਇਜ਼ ਨਾਟ ਇਟੇਬਲ, ਉਹਨੂੰ ਇਹ ਗੱਲ ਦਾ ਗਿਆਨ ਹੋ ਗਿਆ। ਦੋਹਰਾ ਮਿਰਤਕ ਬੇਮੁਖ ਨਾਮ ਤੇ ਨਹਿ ਕੀਨੋ ਸਤਸੰਗ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜਾ ਮਿਰਤਕ ਲੋਥ ਪਈ ਆ ਨਾ, ਜਿਹੜੇ ਬੰਦੇ ਦੀ ਲੋਥ ਹੈ, ਕਹਿਣ ਲੱਗੇ ਇਹ ਬੇਮੁਖ ਸੀਗਾ ਨਾਮ ਤੋਂ। ਇਹਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਸਾਰੀ ਉਮਰ ਇੱਕ ਵਾਰ ਵੀ ਇਹਨੇ ਵਾਹਿਗੁਰੂ ਨਹੀਂ ਕਿਹਾ, ਇਹਨੇ ਪਰਮੇਸ਼ਰ ਦਾ ਜਾਪ ਨਹੀਂ ਕੀਤਾ। ਤੇ ਦੂਸਰਾ ਇਹਨੇ ਸਤਸੰਗ ਨਹੀਂ ਕੀਤਾ, ਇਹਨੇ ਸੰਤਾਂ ਦਾ ਸੰਗ ਨਹੀਂ ਕੀਤਾ, ਇਹਨੇ ਸਤਸੰਗ ਵਿੱਚ ਬਹਿ ਕੇ ਨਾਮ ਨਹੀਂ ਜਪਿਆ। ਆਂਖ ਨਾ ਦਰਸਿਓ ਸੰਤ ਕਬ ਹਿਰਦੈ ਨਾ ਹਰ ਕੋ ਰੰਗ। ਦੇਖੋ ਅੱਖਾਂ ਦੇ ਨਾਲ ਕਿਤੇ ਵੀ ਇਹਨੇ ਸੰਤ ਦੇ ਰੂਪ ਦੇ ਦਰਸ਼ਨ ਨਹੀਂ ਕੀਤੇ। ਦੂਸਰਾ ਇਹਦੇ ਹਿਰਦੇ ਦੇ ਵਿੱਚ ਕਿਤੇ ਵੀ ਪਰਮੇਸ਼ਰ ਦਾ ਪਿਆਰ ਨਹੀਂ ਆਇਆ, ਇੱਕ ਵਾਰੀ ਵੀ ਇਹਦੇ ਜੀਵਨ ਵਿੱਚ ਪਰਮਾਤਮਾ ਦਾ ਪਿਆਰ ਨਹੀਂ ਜਾਗਿਆ। ਚੌਪੇ ਹਸਤਨ ਸੋ ਕਬ ਟਹਿਲ ਨਾ ਕੀਨੀ। ਫਿਰ ਹੱਥਾਂ ਦੇ ਨਾਲ ਕਿਤੇ ਇਹਨੇ ਸੇਵਾ ਨਹੀਂ ਕੀਤੀ, ਕਿਸੇ ਦਾ ਕੰਮ ਨਹੀਂ ਕੀਤਾ,
ਕੋਈ ਮਜ਼ਦੂਰੀ ਵੀ ਨਹੀਂ ਕੀਤੀ ਜਿਹੜੀ ਹਨ, ਤੇ ਕਿਸੇ ਦੀ ਸੇਵਾ ਵੀ ਨਾ ਕੀਤੀ। ਹਰ ਜਸ ਧੁਨ ਸਰਵਣਨ ਨਹਿ ਦੀਨੀ। ਦੇ ਫਿਰ ਕੰਨਾਂ ਦੇ ਰਾਹੀਂ ਕਿਤੇ ਵੀ ਇਹਨੇ ਪਰਮੇਸ਼ਰ ਦਾ ਪ੍ਰੇਸ, ਪਰਮੇਸ਼ਰ ਦੀ ਬਾਣੀ ਇਹਨੇ ਨਹੀਂ ਸੁਣੀ। ਜਾਣੇ ਸਭੈ ਅੰਗ ਅਪਵਿੱਤ। ਸੋ ਇਹ ਬਘਿਆੜ ਜਦੋਂ ਆ ਕੇ ਇਹਨੂੰ ਸੁੰਘਦਾ ਸੀ, ਉਹਨੇ ਦੇਖਿਆ ਕਿ ਇਹਦੇ ਸਾਰੇ ਹੀ ਅੰਗ ਅਪਵਿੱਤਰ ਹਨ, ਗੰਦੇ ਹਨ, ਫਿਲਤੀ ਹਨ, ਕਿਉਂਕਿ ਇਹਨਾਂ ਅੰਗਾਂ ਦੇ ਨਾਲ, ਇਹ ਸਰੀਰ ਦੇ ਅੰਗਾਂ ਦੇ ਨਾਲ ਕਿਤੇ ਵੀ ਇਹਨੇ ਪਰਮੇਸ਼ਰ ਨੂੰ ਜਿਹੜਾ ਹਨ ਨਹੀਂ ਜਪਿਆ, ਕਿਤੇ ਵੀ ਹੱਥਾਂ ਨਾਲ ਸੇਵਾ ਨਹੀਂ ਕੀਤੀ, ਪੈਰਾਂ ਨਾਲ ਸਤਸੰਗ ਵੱਲ ਤੁਰ ਕੇ ਨਹੀਂ ਗਿਆ, ਤੇ ਜਿਹੜਾ ਹਿਰਦੇ ਦੇ ਵਿੱਚ ਕਿਤੇ ਨਾਮ ਨਹੀਂ ਜਪਿਆ, ਅੱਖਾਂ ਨਾਲ ਪਰਮੇਸ਼ਰ ਦੇ ਪਿਆਰਿਆਂ ਦੇ ਦਰਸ਼ਨ ਨਹੀਂ ਕੀਤੇ, ਕੰਨਾਂ ਨਾਲ ਕਿਤੇ ਸ਼ਬਦ ਨਹੀਂ ਸੁਣਿਆ, ਇਸ ਕਰਕੇ ਇਹ ਪਵਿੱਤਰ ਹੈ, ਗੰਦਾ ਹੈ ਇਹ। ਇਸ ਖਾਵਨ ਤੇ ਹੋਏ ਅਦੋਗਤ। ਤੇ ਉਹਨੂੰ ਇਹ ਗਿਆਨ ਹੋ ਗਿਆ ਬਘਿਆੜ ਨੂੰ, ਜੇ ਕਿਤੇ ਮੈਂ ਇਹਦਾ ਮਾਸ ਖਾ ਲਿਆ ਤਾਂ ਮੈਂ ਵੀ ਨਰਕਾਂ ਨੂੰ ਜਾਵਾਂਗਾ, ਮੇਰੇ ਵੀ ਕੀਤੇ ਹੋਏ ਪੁੰਨ ਖਤਮ ਹੋ ਜਾਣਗੇ। ਜੇ ਕਿਤੇ ਮੈਂ ਇਹਦਾ ਮਾਸ ਖਾ ਲਿਆ ਤਾਂ ਇਹਦਾ ਅਸਰ ਮੇਰੇ ਤੇ ਵੀ ਪੈ ਜਾਣਾ ਹੈ। ਜਿਹੜਾ ਹਨ ਮਹਾਰਾਜ ਦਾ ਹੁਕਮ ਹੈ, ਜਿਹੜਾ ਹੈ ਸਤਿਗੁਰੂ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਸੋ ਐਸਾ ਹੁੰਦਾ ਹੈ, ਕਹਿੰਦੇ ਵੀ ਮੈਂ ਵੀ ਪਾਪਾਂ ਦਾ ਭਾਗੀ ਬਣ ਜਾਵਾਂਗਾ। ਦੇਖੋ ਨਾ, ਜੇ ਪਾਪ ਦੀ ਕਮਾਈ ਆਪਾਂ ਖਾਈਏ ਤਾਂ ਆਪਾਂ ਵੀ ਪਾਪੀ ਬਣ ਜਾਂਦੇ ਹਾਂ। ਸੋ ਇਸ ਕਰਕੇ ਜਾਂ ਤੇ ਤਜਿਓ ਸੁਨੋ ਮਰਦਾਨਾ। ਇਸ ਕਰਕੇ ਮਰਦਾਨਿਆਂ ਉਹ ਬਘਿਆੜ ਨੂੰ ਵੀ ਗਿਆਨ ਹੋ ਗਿਆ ਕੀਰਤਨ ਸੁਣ ਕਰਕੇ। ਦੇਖੋ ਇੱਥੇ ਇੱਕ ਨੋਟ ਕਰਨ ਵਾਲੀ ਗੱਲ ਹੈ, ਜਦੋਂ ਵੀ ਆਪਾਂ ਕੀਰਤਨ ਸੁਣਦੇ ਹਾਂ, ਕੀਰਤਨ ਦਾ ਅਸਰ ਸਿੱਧਾ ਆਪਣੇ ਮਨ ਤੇ ਹੁੰਦਾ ਹੈ। ਮਨ ਦੇ ਵਿੱਚੋਂ ਜਿਹੜੀ ਹਨ ਪਾਪਾਂ ਦੀ ਮੈਲ ਦੂਰ ਹੋ ਜਾਂਦੀ ਹੈ, ਤੇ ਅੰਦਰੋਂ ਜਿਹੜਾ ਹੈ ਜਗਿਆਸਾ ਉੱਠਦੀ ਹੈ ਵੀ ਪਰਮੇਸ਼ਰ ਦਾ ਕੁਝ ਆਪਾਂ ਗਿਆਨ ਪ੍ਰਾਪਤ ਕਰੀਏ, ਹੋਰ ਬਾਣੀ ਪੜ੍ਹੀਏ, ਪਰ ਮਨ ਸਵੱਛ ਹੋ ਜਾਂਦਾ ਹੈ। ਪਰ ਅੱਜ ਕੱਲ ਸਿਆਣੇ ਹੋ ਕੇ ਨਾ ਆਪਾਂ ਇੱਕ ਗੱਲ ਜ਼ਰੂਰ ਕਹਿ ਦਿੰਦੇ ਹਾਂ, ਇਹ ਬਾਣੀ ਸੁਣਨ ਦਾ ਫਾਇਦਾ ਕੀ ਹੈ, ਜਿਹੜਾ ਹਨ ਕੀਰਤਨ ਸੁਣਨ ਦਾ ਫਾਇਦਾ ਕੀ ਹੈ, ਇਫ ਯੂ ਡੋਂਟ ਅੰਡਰਸਟੈਂਡ ਦ ਮੀਨਿੰਗ। ਜੇ ਉਹਦੇ ਅਰਥਾਂ ਦੀ ਸਮਝ ਨਾ ਪਵੇ ਤਾਂ ਫਿਰ ਸ਼ਬਦ ਪੜ੍ਹਨੇ ਦਾ ਕੀ ਫਾਇਦਾ ਹੈ, ਗੁਰਬਾਣੀ ਪੜ੍ਹਨ ਦਾ ਕੀ ਫਾਇਦਾ ਹੈ। ਕਈ ਲੋਕ ਕਹਿੰਦੇ ਨਿਤਨੇਮ ਆਪਾਂ ਕਰਦੇ ਹਾਂ ਹਰ ਰੋਜ਼, ਕਹਿੰਦੇ ਨਿਤਨੇਮ ਕਰਨ ਦਾ ਫਾਇਦਾ ਕੀ ਹੈ, ਰੋਜ਼ ਜਪਜੀ ਸਾਹਿਬ ਪੜ੍ਹੀ ਜਾਣਾ, ਉਹੀ ਉਪਦੇਸ਼, ਉਹੀ ਬਾਣੀ ਹੈ, ਰੋਜ਼ ਪੜ੍ਹ ਕੇ ਕੀ ਲੈਣਾ, ਉਹੀ ਜਾਪ ਸਾਹਿਬ ਹੈ, ਉਹੀ ਸਵਈਏ ਨੇ, ਉਹੀ ਜਿਹੜੀ ਬੇਨਤੀ ਚੌਪਈ ਹੈ, ਉਹੀ ਜਿਹੜਾ ਆਨੰਦ ਸਾਹਿਬ ਹੈ, ਆਪਾਂ ਰੋਜ਼ ਪੜ੍ਹੀ ਜਾਣਾ, ਮੁੜ ਕੇ ਪੜ੍ਹੀ ਜਾਣਾ, ਰਹਿ ਰਾਸ ਪੜ੍ਹੀ ਜਾਣੀ, ਉਹੀ ਬਾਣੀ ਹੈ, ਕੀ ਫਾਇਦਾ। ਇੱਕ ਵਾਰੀ ਪੜ੍ਹ ਕੇ ਅਰਥ ਸਮਝ ਲਓ, ਦੈਟਸ ਇਟ, ਯੂ ਸ਼ੁੱਡ ਨਾਟ ਰੀਡ ਅਗੇਨ। ਲੋਕਾਂ ਦਾ ਇਹ ਖਿਆਲ ਹੈ, ਇਹ ਇੰਟੈਲੈਕਚੁਅਲਸ ਜਿਹੜੇ ਹੁੰਦੇ ਨੇ। ਪਰ ਦੇਖੋ ਇੱਥੇ ਕਹਿੰਦੇ ਬਾਣੀ ਸੁਣਨ ਦੇ ਨਾਲ ਹੀ ਮਨ ਸਵੱਛ ਹੁੰਦਾ ਹੈ, ਭਾਵੇਂ ਅਰਥ ਸਮਝ ਆਉਣ ਚਾਹੇ ਨਾ ਆਉਣ, ਇਹਦੇ ਵਿੱਚ ਫਰਕ ਨਹੀਂ, ਕਿਉਂਕਿ ਜਿਹੜਾ ਹਨ ਅਰਥਾਂ ਦਾ ਜਿਹੜਾ ਸਮਝ ਹੈ ਉਹ ਤਾਂ ਪਰਮੇਸ਼ਰ ਦਾ ਗਿਆਨ ਹੈ। ਉਹ ਜਿਹੜਾ ਗਿਆਨ ਹੈ ਉਹ ਤਾਂ ਗਿਆਨ ਐਸਾ ਹੈ ਜਿਵੇਂ ਸੂਰਜ ਹੈ। ਸੋ ਜਿਵੇਂ ਹੁਣ ਸੂਰਜ ਹੈ, ਆਪਾਂ ਸੂਰਜ ਦੇ ਨੇੜੇ ਨਹੀਂ ਜਾ ਸਕਦੇ, ਉਹਦੀਆਂ ਕਿਰਨਾਂ ਦੇ ਨਾਲ ਹੀ ਆਪਾਂ ਨੂੰ ਹੀਟ ਮਿਲ ਜਾਂਦੀ ਹੈ, ਚਾਨਣ ਮਿਲ ਜਾਂਦਾ ਹੈ। ਇਸੇ ਤਰ੍ਹਾਂ ਹੀ ਗੁਰਬਾਣੀ ਹੈ, ਗੁਰਬਾਣੀ ਦਾ ਆਪਾਂ ਅੰਤ ਨਹੀਂ ਪਾ ਸਕਦੇ, ਗੁਰਬਾਣੀ ਨੂੰ ਆਪਾਂ ਸੁਣ ਕਰਕੇ ਆਪਣੇ ਹਿਰਦਿਆਂ ਨੂੰ ਸਵੱਛ ਪਿਓ ਕਰ ਸਕਦੇ ਹਾਂ। ਇਸ ਕਰਕੇ ਦੇਖੋ, ਇੱਕ ਜਾਨਵਰ ਹੈ, ਟੇਢੀ ਜੂਨ ਹੈ, ਪਸ਼ੂ ਜੁਨੀ ਹੈ, ਇਹਨੇ ਵੀ ਬਾਣੀ ਸੁਣੀ ਤੇ ਇਹ ਵੀ ਪਵਿੱਤਰ ਹੋ ਗਿਆ। ਐਸੀ ਕਿਰਪਾ ਹੈ ਬਾਣੀ ਤੇ, ਕਿਉਂਕਿ ਬਾਣੀ ਇਜ਼ ਨਾਟ ਲਾਈਕ ਐਨੀ ਅਦਰ ਪੋਇਟਰੀ ਔਰ ਵਰਸਸ ਦੈਟ ਵੀ ਹੀਅਰ। ਗੁਰਬਾਣੀ ਗੁਰੂ ਹੈ, ਬਾਣੀ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਅੰਮ੍ਰਿਤ ਸਾਰੇ। ਮਹਾਰਾਜ ਇਹ ਤਾਂ ਨਹੀਂ ਕਿ ਵੀ ਬਾਣੀ ਦੇ ਅਰਥਾਂ ਵਿੱਚ ਅੰਮ੍ਰਿਤ ਹੈ, ਬਾਣੀ ਵਿੱਚ ਅੰਮ੍ਰਿਤ ਹੈ, ਉਹੀ ਗੱਲ ਹੈ। ਪਰ ਜਿਹੜਾ ਹੈ, ਜੇ ਕੋਈ ਜਿਹੜਾ ਹੈ ਇਸ ਨੂੰ ਚਿੱਤ ਲਾ ਕੇ ਇਸ ਬਾਣੀ ਨਾਲ ਪ੍ਰੇਮ ਕਰੇਗਾ, ਗੁਰੂ ਨਾਲ ਜੁੜੇਗਾ, ਉਹਦਾ ਮਨ ਸਵੱਛ ਹੋ ਜਾਏਗਾ। ਬਿਨਾ ਨਾਮ ਕਬ ਨਹਿ ਕਲਿਆਣਾ। ਦੇਖੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬਾਣੀ ਬਿਨਾ, ਨਾਮ ਬਿਨਾ ਕਿਸੇ ਦੀ ਕਲਿਆਣ, ਲਿਬਰੇਸ਼ਨ ਨਹੀਂ ਹੁੰਦੀ, ਛੁਟਕਾਰਾ ਨਹੀਂ ਹੁੰਦਾ। ਇਹ ਫਲ ਨਰ ਸਰੀਰ ਹੈ ਸੋਈ। ਇਸ ਕਰਕੇ ਇਹ ਸਰੀਰ ਜਿਹੜਾ ਹੈ ਯੂਸਲੈਸ ਹੈ, ਨਿਫਲ ਹੈ। ਜੇ ਕਿਤੇ ਇਹ ਸਰੀਰ ਦੇ ਵਿੱਚ ਲੈ ਕਰਕੇ ਵੀ ਆਪਾਂ ਨਾਮ ਨਹੀਂ ਜਪਿਆ, ਬਾਣੀ ਨਹੀਂ ਪੜ੍ਹੀ, ਪਰਮੇਸ਼ਰ ਦਾ ਜਸ ਨਹੀਂ ਸੁਣਿਆ, ਹੱਥਾਂ ਦੇ ਨਾਲ ਸੇਵਾ ਨਹੀਂ ਕੀਤੀ, ਪੈਰਾਂ ਨਾਲ ਚੱਲ ਕੇ ਸੰਗਤ ਵਿੱਚ ਨਹੀਂ ਗਏ, ਅੱਖਾਂ ਨਾਲ ਸੰਤਾਂ ਦੇ ਦਰਸ਼ਨ ਨਾ ਕੀਤੇ, ਸਾਧ ਸੰਗਤ ਵਿੱਚ ਜਾ ਕੇ ਆਪਣਾ ਸਮਾਂ ਸਫਲ ਨਾ ਕੀਤਾ, ਤਾਂ ਕਹਿੰਦੇ ਯੂਸਲੈਸ ਹੈ ਇਹ ਬੋਡੀ। ਇਹ ਬੋਡੀ ਰੱਖਣ ਦਾ ਮਤਲਬ ਹੀ ਇਹੀ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਕਰਨੀ। ਜਿਨ ਕਬਹੂ ਸਤਸੰਗ ਨਾ ਜੋਈ। ਜਿਨ੍ਹਾਂ ਨੇ ਕਦੇ ਵੀ ਸਤਸੰਗ ਨਹੀਂ ਕੀਤੀ ਤਾਂ ਉਹਨਾਂ ਦਾ ਜੀਵਨ ਅਸਫਲ ਹੋ ਜਾਂਦਾ ਹੈ। ਨਾਮ ਜਪਣ ਨਰ ਜਗ ਮੈਂ ਆਇਓ। ਦੇਖੋ, ਨਾਮ ਜਪਣ ਵਾਸਤੇ ਹੀ ਪਰਮੇਸ਼ਰ ਨੇ ਆਪਾਂ ਨੂੰ ਇਸ ਸੰਸਾਰ ਵਿੱਚ ਭੇਜਿਆ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸੋ ਇਸ ਕਰਕੇ ਅਵਰ ਕਾਜ ਤੇਰੇ ਕਿਤੇ ਨਾ ਕਾਮਲ, ਸਾਧ ਸੰਗਤ ਭਜ ਕੇਵਲ ਨਾਮ।
ਸੋ ਪਰਮੇਸ਼ਰ ਦਾ ਨਾਮ ਹੀ ਜਪਣਾ ਚਾਹੀਦਾ ਹੈ। ਭੁੱਲਿਓ ਤਾਹੇ ਬਿਸੈ ਲਪਟਾਇਓ। ਦੇਖੋ ਬੰਦਾ ਭੁੱਲ ਜਾਂਦਾ ਇਹ ਗੱਲਾਂ, ਕਿਉਂਕਿ ਉਹਨੂੰ ਵਿਸ਼ੇ ਵਿਕਾਰ ਮਿੱਠੇ ਲੱਗਦੇ ਹਨ। ਉਹ ਜਿਹੜਾ ਹਨ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੋ ਕੇ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ। ਸੁਣ ਕੇ ਨਮੋ ਕੀਨ ਮਰਦਾਨੇ। ਸੋ ਇਹ ਉਪਦੇਸ਼ ਨੂੰ ਸੁਣ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਖਾਰ ਬਿੰਦ ਤੋਂ ਭਾਈ ਮਰਦਾਨੇ ਨੇ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਜੀ ਨੂੰ। ਧੰਨ ਪ੍ਰਭੂ ਸੱਚ ਕਰਤ ਬਖਾਨੇ। ਹੱਥ ਜੋੜ ਕੇ ਕਹਿੰਦਾ ਧੰਨ ਹੋ हे ਪ੍ਰਭੂ, ਤੁਸੀਂ ਜਿਹੜਾ ਹੈ ਜੋ ਤੁਸੀਂ ਬਚਨ ਕੀਤੇ ਇਹ ਸੱਤ ਹਨ। ਮਹਾਰਾਜ ਤੁਸੀਂ ਧੰਨ ਹੋ ਐਸਾ ਉਪਦੇਸ਼ ਦੇਣ ਵਾਲੇ। ਅਪਰ ਥਾਨ ਪੁਨ ਕੀਨ ਪਿਆਨਾ। ਮਹਾਰਾਜ ਫਿਰ ਉੱਥੋਂ ਅੱਗੇ ਮਹਾਰਾਜ ਨੇ ਤੁਰਨਾ ਕੀਤਾ। ਮਹਾਰਾਜ ਜੀ ਅੱਗੇ ਗਏ ਭਾਈ ਬਾਲੇ ਤੇ ਭਾਈ ਮਰਦਾਨੇ ਦੇ ਨਾਲ। ਆਵਾ ਕਾਨਨ ਅਧਿਕ ਭਿਆਨਾ। ਹੁਣ ਕੀ ਹੁੰਦਾ ਹੈ, ਅੱਗੇ ਜੋ ਤੁਰਦੇ ਜਾ ਰਹੇ ਹਨ, ਹਨੇਰਾ ਸਾਹਮਣੇ ਆ ਰਿਹਾ ਹੈ, ਬਹੁਤ ਜ਼ਿਆਦਾ ਹਨੇਰਾ, ਪਿੱਛ ਡਾਕ ਜਿਹੜਾ ਹੁੰਦਾ ਹੈ, ਹਨੇਰਾ ਆ ਰਿਹਾ ਹੈ ਸਾਹਮਣੇ ਵੱਡਾ। ਤਹਾਂ ਜਾਏ ਬੈਠੇ ਗੁਣ ਖਾਨੀ। ਮਹਾਰਾਜ ਉੱਥੇ ਜਾ ਕੇ ਬੈਠ ਕੇ ਜਿੱਥੇ ਅੱਗੇ ਹਨੇਰਾ ਆ ਰਿਹਾ ਹੈ, ਜਿਉ ਹੋਈ ਤਿਉ ਸੁਨੋ ਕਹਾਣੀ। ਹੁਣ ਉੱਥੇ ਜਿਵੇਂ ਹੋਈ ਇਹ ਕਹਾਣੀ, ਇਹ ਸਾਖੀ ਆਪ ਜੀ ਸਰਵਣ ਕਰੋ। ਤੇਛਨ ਉੱਠੀ ਵਿਸਾਲ ਅੰਧੇਰੀ। ਉੱਥੇ ਹਨੇਰੀ ਉੱਠੀ, ਟਵਿਸਟਰ ਆ ਗਏ, ਭੁਜਾਲ ਆ ਗਿਆ ਉਸ ਵੇਲੇ ਉੱਥੇ। ਭੈਦਾਇਕ ਆਰਣ ਰੰਗ ਗੇਰੀ। ਦੇਖੋ ਫਿਰ ਭੈਦਾਇਕ ਡਰਾਉਣ ਵਾਲਾ ਉਹ ਜਿਹੜਾ ਹੈ এনवायरमेंट ਬਣ ਗਿਆ, ਜਿਵੇਂ ਸਾਰੀ ਕੁਦਰਤ ਹੀ ਅਗੇਂਸਟ ਚਲੀ ਗਈ ਹੋਵੇ, ਜਿਵੇਂ ਕੁਦਰਤ ਨੇ ਆਪਣੇ ਅਸੂਲ ਛੱਡ ਦਿੱਤੇ ਹੋਣ। ਤੇ ਕਹਿੰਦੇ ਕਾਲਾ ਤੇ ਲਾਲ ਐਸਾ ਰੰਗ ਉੱਥੇ ਆ ਰਿਹਾ ਹੈ ਸਾਹਮਣੇ। ਕਹਿੰਦੇ ਕਿ ਲਾਲੀ ਦੇ ਵਿੱਚ ਹਨੇਰਾ ਹੈ, ਇਸ ਤਰ੍ਹਾਂ ਦਾ ਭਿਆਨਕ ਰੂਪ ਬਣ ਕੇ ਸਾਹਮਣੇ ਆ ਰਿਹਾ ਹੈ ਦ੍ਰਿਸ਼ਟ। ਅਧਿਕ ਪਰਭੰਜਨ ਜੋਰ ਲਗਾਵਾ। ਕਹਿਣ ਲੱਗੇ ਜਿਹੜਾ ਹਨ ਹਵਾ ਦਾ ਬੜਾ ਜ਼ੋਰ ਪੈ ਰਿਹਾ ਹੈ ਉੱਥੇ, ਬਹੁਤ ਭਾਰੀ ਜਿਹੜਾ ਹੈ ਇਹ ਜਿਹੜਾ ਹਵਾ ਜਿਹੜੀ ਹੈ ਬੜੀ ਤੇਜ਼ੀ ਨਾਲ ਚੱਲ ਰਹੀ ਹੈ। ਕੰਕਰ ਧੂੜ ਉੱਡੀ ਨਾ ਬਛਾਵਾ। ਕੰਕਰ ਕਹਿਣ ਲੱਗੇ ਧੂੜ ਡਸਟ ਜਿਹੜੀ ਹੈ, ਮਿੱਟੀ ਜਿਹੜੀ ਹੈ ਧਰਤੀ ਤੋਂ ਉੱਠ ਕੇ ਆਕਾਸ਼ ਵੱਲ ਜਾਂਦੀ ਹੈ। ਦੋਹਰਾ ਬਿਰਖ ਚਲੇ ਜਿਹੇ ਸੰਗ ਉੱਡ ਹੋਇਓ ਤਿਮਰ ਗੁਬਾਰ। ਦੇਖੋ ਇੰਨੀ ਹਨੇਰੀ ਆਈ ਜਿਹਦੇ ਕਰਕੇ ਦਰਖਤ ਵੀ ਜੜਾਂ ਦੇ ਸਮੇਤ ਪੁੱਟੇ ਜਾਂਦੇ ਹਨ ਧਰਤੀ ਤੋਂ, ਅਪਰੂਟ ਹੋ ਕੇ ਟਰੀਜ਼ ਜਿਹੜੇ ਹਨ ਉੱਡ ਰਹੇ ਹਨ। ਤੇ ਕਹਿੰਦੇ ਜਿਹੜਾ ਹਨ ਫੇ ਹਨੇਰਾ ਬਹੁਤ ਜ਼ਿਆਦਾ ਹੋ ਗਿਆ। ਹਾਥ ਪਸਾਰ ਨਾ ਸੂਝਈ ਦੁੱਖ ਬਹੁ ਦੇਵਨ ਹਾਰ। ਇੰਨਾ ਹਨੇਰਾ ਸੀ ਕਿ ਹੱਥ ਕੱਢਿਆ ਵੀ ਹੱਥ ਨਹੀਂ ਦਿਸਦਾ ਸੀਗਾ। ਕਹਿੰਦੇ ਇੰਨਾ ਹਨੇਰਾ ਹੋ ਗਿਆ, ਪੂਰਾ ਹਨੇਰਾ ਹੋ ਗਿਆ। ਦੁੱਖ ਬਹੁ ਦੇਵਨ ਹਾਰ, ਇਹ ਜਿਹੜਾ ਹਨੇਰਾ ਸੀ ਬੜਾ ਦੁੱਖ ਦੇਣ ਵਾਲਾ ਸੀ, ਉਹ ਜਿਹੜਾ ਹਨ ਬੜਾ ਦੁਖੀ ਕਰਨ ਵਾਲਾ ਸੀ। ਚੌਪੇ ਜਬ ਮਰਦਾਨੇ ਤਹਿ ਦਿਸ ਦੇਖਾ। ਜਦੋਂ ਭਾਈ ਮਰਦਾਨੇ ਨੇ ਇਸ ਜਿਹੜਾ ਹਨ ਇਸ ਪਾਸੇ ਵੱਲ ਦੇਖਿਆ, ਹਿਰਦੈ ਮਦ ਭੈ ਕੀਨ ਬਿਸੇਖਾ। ਹਿਰਦੇ ਮਦ, ਉਹਨਾਂ ਨੇ ਆਪਣੇ ਹਿਰਦੇ ਵਿੱਚ ਬੜਾ ਭੈ ਮੰਨਿਆ। ਜਿਹੜਾ ਹਨ ਉਹਨਾਂ ਦੇ ਅੰਦਰੋਂ ਬੜਾ ਡਰ ਉੱਠਿਆ ਭਾਈ ਮਰਦਾਨੇ ਦੇ। ਆਨਨ ਪਰ ਅੰਬਰ ਕੋ ਪਾਇਓ। ਭਾਈ ਮਰਦਾਨੇ ਤੋਂ ਦੇਖਿਆ ਨਾ ਗਿਆ। ਭਾਈ ਮਰਦਾਨੇ ਨੇ ਕੀ ਕੀਤਾ, ਲੈ ਕੇ ਕਪੜਾ ਆਪਣੇ ਜਿਹੜਾ ਹਨ ਮੂੰਹ ਤੇ ਰੱਖ ਲਿਆ, ਅੱਖਾਂ ਬੰਦ ਕਰ ਲਿਆ ਤੇ ਲੰਮੇ ਪੈ ਗਏ। ਪੌੜਿਓ ਭੂਮ ਵਿਖੇ ਅਕੁਲਾਇਓ। ਕਹਿ ਲਗੇ ਡਰ ਦੇ ਵਿੱਚ ਲੰਮਾ ਪੈ ਗਿਆ ਭਾਈ ਮਰਦਾਨਾ, ਮੂੰਹ ਢੱਕ ਲਿਆ। ਕਹਿੰਦੇ ਮੈਂ ਨਹੀਂ ਦੇਖਣਾ, ਹੁਣ ਮੇਰੇ ਤੋਂ ਨਹੀਂ ਹੁਣ ਦੇਖਿਆ ਜਾਂਦਾ। ਸ੍ਰੀ ਨਾਨਕ ਸੋ ਬਚਨ ਉਚਾਰੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਆਪਣੇ ਮੂੰਹ ਤੇ ਕਪੜਾ ਦੇ ਕੇ ਨਾ ਜਿਹੜਾ ਹਨ ਕਹਿ ਰਿਹਾ ਹੈ, ਬੇਨਤੀ ਕਰ ਰਿਹਾ ਗੁਰੂ ਨਾਨਕ ਸਾਹਿਬ ਜੀ ਨੂੰ। ਵੱਡ ਉਦਿਆਨ ਆਨ ਕਹਿ ਮਾਰੇ। ਮਹਾਰਾਜ ਜੇ ਮਾਰਨਾ ਸੀ ਤਾਂ ਕੋਈ ਚੰਗੇ ਥਾਂ ਤੇ ਮਾਰ ਦਿੰਦੇ। ਇਹ ਕੀ ਜੰਗਲ, ਇਹ ਕੀ ਭਿਆਨਕ ਥਾਂ ਤੇ ਲਿਆ ਕੇ ਤੁਸੀਂ ਮਰਾਉਣ ਲੱਗੇ ਹੋ। ਇੰਨਾ ਭੈੜਾ ਥਾਂ ਹੈ ਮਹਾਰਾਜ, ਇੱਥੇ ਤਾਂ ਮਰ ਕੇ ਵੀ ਕੁਝ ਨਹੀਂ ਦਿਸਣਾ। ਜਿਉਂਦਿਆਂ ਨੂੰ ਤਾਂ ਦਿਸਦਾ ਨਹੀਂ ਕੁਝ ਵੀ, ਮਰ ਕੇ ਕੀ ਦਿਸੇਗਾ ਇੱਥੇ ਮਹਾਰਾਜ। ਕਿਹੇ ਜੇ ਭੈੜੇ ਥਾਂ ਤੇ ਆ ਕੇ ਮਾਰਨਾ ਕੀਤਾ ਤੁਸੀਂ ਸਾਨੂੰ। ਗੋਰ ਕਫਨ ਤੇ ਪੀ ਹੋ ਰਹਾ। ਮਹਾਰਾਜ ਹੋਰ ਤਾਂ ਕੀ, ਮੈਨੂੰ ਤਾਂ ਕਫਨ ਵੀ ਇੱਥੇ ਨਹੀਂ ਮਿਲਣਾ, ਮੇਰੇ ਤਾਂ ਉੱਤੇ ਕੱਪੜਾ ਵੀ ਨਹੀਂ ਸਰਨਾ 2 ਗਜ ਦਾ। ਮਹਾਰਾਜ ਇਹ ਜਿਹੜਾ ਇੰਨਾ ਦੁੱਖ ਦੇ ਜਿਹੜਾ ਹਨ ਥਾਂ ਤੇ ਕਿਉਂ ਮੈਨੂੰ ਲਿਆਉਣਾ ਸੀ ਮਹਾਰਾਜ। ਮਾਰਨਾ ਸੀ ਕੋਈ ਚੰਗੇ ਥਾਂ ਤੇ ਮਾਰ ਦੇ, ਕਫਨ ਤਾਂ ਮਿਲਦਾ ਚੰਗਾ ਮੈਨੂੰ। ਇਹਾ ਆਨ ਬਹੁਤ ਦੁੱਖ ਲਹਾ। ਕਹਿਣ ਲੱਗੇ ਇੱਥੇ ਆ ਕੇ ਤਾਂ ਬੜਾ ਦੁੱਖ ਹੈ ਮਹਾਰਾਜ, ਜਿਉਂਦਿਆਂ ਜੀ ਇੰਨਾ ਦੁੱਖ ਹੈ, ਮਰ ਕੇ ਤਾਂ ਪਤਾ ਨਹੀਂ ਕਿੰਨਾ ਕੁ ਅੱਗੇ ਦੁੱਖ ਹੋਵੇਗਾ। ਬਿਗਸਤ ਸ੍ਰੀ ਮੁਖ ਧੀਰਜ ਦੀਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੁਸਕਰਾਉਣ ਲੱਗ ਪਏ, ਹੱਸਦਿਆਂ ਹੋਇਆਂ ਭਾਈ ਮਰਦਾਨੇ ਨੂੰ ਧੀਰਜ ਦਿੰਦੇ ਹਨ। ਕਿਉਂ ਮਰਦਾਨੇ ਤੈ ਭੈ ਕੀਨਾ। ਕਹਿਣਗੇ ਮਰਦਾਨਿਆਂ ਤੂੰ ਕਿਉਂ ਡਰ ਮੰਨਿਆ, ਕਿਉਂ ਡਰ ਰਿਹਾ ਹਾਂ। ਨਹੀਂ ਸਮੀਪ ਆਏ ਕਛ ਤੇਰੇ। ਕਹਿਣ ਲੱਗੇ ਮਰਦਾਨਿਆਂ ਤੇਰੇ ਕੋਲ ਕੁਝ ਨਹੀਂ ਆਏਗਾ,
ਇਹ ਬਸ ਦੂਰ ਦੂਰ ਹੀ ਰਹਿਣ ਵਾਲੀਆਂ ਚੀਜ਼ਾਂ ਨੇ, ਇਹ ਤੇਰੇ ਕੋਲ ਨਹੀਂ ਆਣਗੀਆਂ। ਦੇ ਵਿਲ ਨੈਵਰ ਕਮ ਨੀਅਰ ਯੂ, ਕਹਿਣਗੇ ਥੋੜੇ ਨੇੜੇ ਨਹੀਂ ਇਹਨਾਂ ਨੇ ਆਉਣਾ। ਕਿਉਂ ਤੂੰ ਭਇਓ ਅਧੀਰ ਕਨੇਰੇ, ਕਿਉਂ ਤੂੰ ਆਪਣਾ ਧੀਰਜ ਛੱਡ ਰਿਹਾ ਹਾਂ, ਕਿਉਂ ਇੰਨਾ ਡਰ ਮੰਨ ਰਿਹਾ ਆਪਣੇ ਹਿਰਦੇ ਵਿੱਚ। ਸੁਨੋ ਪ੍ਰਭੂ ਮੁਝ ਕੰਪ ਕਨੇਰਾ। ਮਹਾਰਾਜ ਭਾਈ ਮਰਦਾਨਾ ਕਹਿੰਦਾ, ਹੇ ਪ੍ਰਭੂ ਮੇਰਾ ਤਾਂ ਸਰੀਰ ਕੰਬ ਰਿਹਾ ਹੈ, ਆਮ ਸ਼ਿਵਰਿੰਗ, ਮੇਰਾ ਸਾਰਾ ਸਰੀਰ ਕੰਬ ਰਿਹਾ ਹੈ ਹੁਣ। ਐਸਾ ਸੀਤ ਨਾ ਮੈਂ ਕਬ ਹੇਰਾ, ਮੈਂ ਇੰਨੀ ਠੰਡ ਕਿਤੇ ਵੀ ਮਹਿਸੂਸ ਨਹੀਂ ਕੀਤੀ ਆਪਣੇ ਜੀਵਨ ਵਿੱਚ ਜੋ ਮੈਨੂੰ ਹੁਣ ਲੱਗ ਰਹੀ ਹੈ। ਜੀਵ ਲੈਣ ਇਹ ਆਏ ਅੰਧੇਰੀ। ਦੇਖੋ ਕਹਿੰਦੇ ਜੀਵ ਲੈਣ, ਇਹ ਤਾਂ ਜਿਹੜੀ ਹਨੇਰੀ ਆ ਰਹੀ ਆ ਆਪਾਂ ਨੂੰ ਮਾਰਨ ਵਾਸਤੇ ਹੀ ਆ ਰਹੀ ਹੈ, ਇਹ ਸਪੈਸ਼ਲ ਆ ਰਹੀ ਹੈ, ਇਹਨੇ ਆਪਾਂ ਨੂੰ ਮਾਰੇ ਦੇਣਾ ਹੁਣ। ਭਈ ਆਰ ਬਲ ਪੂਰਨ ਮੇਰੀ। ਮਹਾਰਾਜ ਮੈਨੂੰ ਲੱਗਦਾ ਮੇਰੀ ਉਮਰ ਪੂਰੀ ਹੋ ਗਈ, ਆਈ ਐਮ ਡਨ, ਮਾਈ ਲਾਈਫ ਇਸ ਜਿਹੜਾ ਹਨ ਇੱਥੇ ਆ ਕੇ ਐਂਡ ਹੋ ਰਹੀ ਹੈ। ਮੈਨੂੰ ਲੱਗਦਾ ਮੇਰੀ ਹੋਰ ਕੋਈ ਲਾਈਫ ਨਹੀਂ ਹੈਗੀ ਬਾਕੀ। ਪੁੰਨ ਸੋ ਦੈਤ ਦੇਹ ਧਰ ਆਵਾ। ਕਹਿਣਗੇ ਪੁੰਨ ਸੋ ਦੈਂਤ, ਕੀ ਹੋਇਆ ਜੀ ਹੁਣ ਸਾਹਮਣੇ ਹੌਲੀ ਹੌਲੀ ਉਹ ਹਨੇਰੀ ਦਾ ਰੂਪ ਬਦਲਦਾ ਜਾ ਰਿਹਾ ਹੈ। ਉਹ ਸੰਕੋਚ ਕਰਕੇ ਇੱਕ ਬਾਡੀ ਦਾ ਰੂਪ, ਇੱਕ ਡੀਮਨ ਦਾ ਰੂਪ ਧਾਰਨ ਕਰਕੇ ਸਾਹਮਣੇ ਆ ਰਿਹਾ ਹੈ। ਸਿਰ ਨਭ ਪਗ ਪਾਤਾਲ ਬਣਾਵਾ। ਦੇਖੋ ਉਹ ਬਾਡੀ ਏਡੀ ਵੱਡੀ ਹੈ ਉਹ ਦੈਂਤ ਡੀਮਨ ਦੀ ਕਿ ਉਹਦਾ ਸਿਰ ਜਿਹੜਾ ਸੀ ਨਾ ਆਕਾਸ਼ ਨੂੰ ਲੱਗਦਾ ਸੀ, ਉਹਦੇ ਪੈਰ ਜਿਹੜੇ ਸਨ ਪਤਾਲ ਦੇ ਵਿੱਚ ਸਨ। ਮਤਲਬ ਕਿ ਜੋ ਦਿਸ ਰਿਹਾ ਸਿਰਫ ਉਹਦਾ ਸਰੀਰ ਵਿਚਾਲਾ ਹਿੱਸਾ ਹੀ ਦਿਸ ਰਿਹਾ ਹੈ। ਦੀਰਘ ਦਾਂਤ ਭਿਆਨਕ ਰੂਪਾ। ਦੇਖੋ ਬਹੁਤ ਭਿਆਨਕ ਡਰਾਉਣਾ ਉਸਦਾ ਰੂਪ ਹੈ। ਭਾਈ ਬਾਲਾ ਜੀ ਕਹਿੰਦੇ ਵੱਡੇ ਵੱਡੇ ਉਹਦੇ ਦੰਦ ਹਨ ਮੂੰਹ ਦੇ ਵਿੱਚੋਂ ਜੋ ਬਾਹਰ ਨੂੰ ਆ ਰਹੇ ਹਨ। ਨਾਸਾਂ ਕਰਨ ਬਨੇ ਤਮ ਕੂਪਾ। ਦੇਖੋ ਉਹਦੀਆਂ ਨਾਸਾਂ, ਉਹਦੇ ਜਿਹੜਾ ਹਨ ਨੋਜ਼ ਜਿਹੜਾ ਹੈ, ਜਿਹੜੀਆਂ ਨੋਜ਼ ਦੀਆਂ ਗਲੀਆਂ ਹਨ ਜਿਵੇਂ ਅੰਨਾ ਖੂਹ ਹੁੰਦਾ ਹੈ, ਇਸ ਤਰ੍ਹਾਂ ਕਰਕੇ ਉਹਦੀਆਂ ਨਾਸਾਂ ਨੇ। ਉਹਦੇ ਕੰਨ ਵੀ ਇਸੇ ਤਰ੍ਹਾਂ ਹੀ ਨੇ ਜਿਵੇਂ ਅੰਨਾ ਖੂਹ ਕੋਈ ਹੁੰਦਾ ਹੈ, ਡੂੰਗਾ ਖੂਹ ਵੈਲ ਜਿਹੜੀ ਹੈ। ਮੁਖ ਉਘਾਰ ਮਰਦਾਨੇ ਦੇਖਾ। ਸੋ ਮੁਖ ਉਘਾਰ, ਸੋ ਭਾਈ ਮਰਦਾਨੇ ਨੇ ਕੱਪੜਾ ਜਿਹਾ ਚੱਕਿਆ ਆਪਣੇ ਜਿਹੜਾ ਹਨ ਮੂੰਹ ਦੇ ਉਤੋਂ, ਤੇ ਭਾਈ ਮਰਦਾਨੇ ਨੇ ਦੇਖਿਆ ਵੀ ਸਾਹਮਣੇ ਕੀ ਆ ਰਿਹਾ ਹੈ। ਭਇਓ ਹਿਰਦੇ ਭੈ ਪੀਤ ਵਿਸੇਖਾ। ਉਹਦੇ ਮਨ 'ਚ ਹੋਰ ਡਰ ਹੋ ਗਿਆ ਜੀ, ਭਾਈ ਮਰਦਾਨਾ ਤਾਂ ਕੰਬਣ ਲੱਗ ਗਿਆ ਡਰ ਦੇ ਵਿੱਚ। ਤੇ ਅੰਧੇਰੀ ਤੇ ਬਚ ਰਹੇ। ਤੇ ਕਹਿੰਦੇ ਹਨੇਰੀ ਤੋਂ ਪਹਿਲਾਂ ਮਹਾਰਾਜ ਬਚ ਗਏ ਸੀ, ਪਰ ਹੁਣ ਜਿਹੜੀ ਬਲਾ ਸਾਹਮਣੇ ਆ ਰਹੀ ਹੈ ਨਾ, ਇਹ ਤੋਂ ਤਾਂ ਪਤਾ ਬਚਣਾ ਕਿ ਨਹੀਂ ਬਚਣਾ ਹੁਣ। ਅਬ ਇਹ ਦੈਂਤ ਖਾਵਨੋ ਚਾਹੇ। ਮਹਾਰਾਜ ਕਹਿੰਦੇ ਇਹ ਦੈਂਤ ਨੇ ਛੱਡਣਾ ਨਹੀਂ ਆਪਾਂ ਨੂੰ, ਇਹ ਐਡਾ ਵੱਡਾ, ਇਹ ਤਾਂ ਖਾ ਕੇ ਹੀ ਛੱਡੂ। ਇਹਨੇ ਤਾਂ ਜਿਹੜਾ ਹੈ ਇਹਨੇ ਤਾਂ ਆਪਾਂ ਨੂੰ ਚੱਬ ਕੇ ਹੀ ਖਾ ਜਾਣਾ ਹੈ। ਗੁਰੂ ਭਨੈ ਇਹ ਹੈ ਕਿਛ ਨਾਹੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮਰਦਾਨਿਆ ਇਹ ਤਾਂ ਕੁਝ ਵੀ ਨਹੀਂ ਹੈ, ਇਹਨੂੰ ਤੂੰ ਕੁਝ ਵੀ ਨਾ ਮੰਨ, ਇਹ ਤਾਂ ਹੈ ਹੀ ਕੱਖ ਨਹੀਂ, ਇਹ ਕੁਝ ਵੀ ਨਹੀਂ ਹੈ, ਇਹਦੀ ਐਕਚੁਅਲ ਐਗਜ਼ਿਸਟੈਂਸ ਨਹੀਂ ਹੈ। ਨਿਕਟ ਨਾ ਆਵੇ ਜਾਏ ਪਰਾਹੀ। ਕਹਿਣ ਲੱਗੇ ਇਹ ਦੂਰ ਦੂਰ ਰਹੇਗਾ, ਆਪਣੇ ਨੇੜੇ ਨਹੀਂ ਇਹ ਆਏਗਾ। ਵਾਹਿਗੁਰੂ ਕਹਿ ਧੀਰਜ ਕਰੀਏ। ਕਹਿੰਦੇ ਮਰਦਾਨਿਆ ਵਾਹਿਗੁਰੂ ਕਹਿ, ਤੂੰ ਵਾਹਿਗੁਰੂ ਕਹੇਗਾ ਇਹ ਤੇਰੇ ਨੇੜੇ ਨਹੀਂ ਆਏਗਾ, ਇਹ ਤੇਰੇ ਨੇੜੇ ਤਾਂ ਆਏਗਾ ਜੇ ਤੂੰ ਵਾਹਿਗੁਰੂ ਨੂੰ ਭੁੱਲੇਗਾ। ਕਹਤੇ ਤਨਕ ਨਾ ਤਰਾਸ ਵਿਚਰੀਏ। ਕਹਿਤੇ ਕਹਿਣ ਲੱਗੇ ਉਸ ਵੇਲੇ ਭਾਈ ਮਰਦਾਨੇ ਨੇ ਕਹਿ ਦਿੱਤਾ, ਕਹਿੰਦੇ ਭਾਈ ਮਰਦਾਨਿਆ ਕਹਿ ਦੇ ਇੱਕ ਵਾਰ, ਫਿਰ ਦੇਖੀ ਤੈਨੂੰ ਡਰ ਲੱਗਦਾ ਕਿ ਨਹੀਂ ਲੱਗਦਾ। ਵਾਹਿਗੁਰੂ ਕਹਿ ਦੇ ਇੱਕ ਵਾਰ। ਕਲ ਜੁਗ ਅਗਨ ਬੇਖ ਤਨ ਧਾਰਾ। ਉਸ ਵੇਲੇ ਕਲਯੁਗ ਨੇ ਜਿਹੜਾ ਹੈ ਆਪਣਾ ਸਰੀਰ ਅੱਗ ਵਾਲਾ ਧਾਰਨ ਕੀਤਾ, ਜਿਵੇਂ ਅੱਗ ਦਾ ਗੋਲਾ ਆ ਰਿਹਾ ਹੁੰਦਾ ਹੈ ਸਾਹਮਣੇ। ਧੂਮ ਉਠਿਓ ਚੌਹ ਤਰਫ ਅਪਾਰਾ। ਧੂਮ ਕਹਿਣ ਲੱਗੇ ਧੂਆਂ, ਸਮੋਕ ਉੱਠਣ ਲੱਗਿਆ ਚਾਰੇ ਪਾਸੇ ਬਹੁਤ ਸਾਰਾ। ਮੁਖ ਢੱਪ ਪੌੜ ਰਹਿਓ ਮਰਦਾਨਾ। ਭਾਈ ਮਰਦਾਨਾ ਮੂੰਹ ਢੱਕ ਕੇ ਫਿਰ ਸੌਂ ਗਿਆ ਜੀ, ਲੰਮਾ ਪਿਆ ਹੋਇਆ, ਮੂੰਹ ਢੱਕ ਲਿਆ ਆਪਣਾ ਫਿਰ। ਅਚਰਜ ਦੇਖ ਅਧਿਕ ਭੈ ਮਾਨਾ। ਕਹਿਣ ਲੱਗੇ ਅਚਰਜ ਦੇਖ, ਕਹਿਣ ਲੱਗੇ ਇਹ ਹੈਰਾਨ ਕਰਨ ਵਾਲਾ ਜੋ ਨਹੀਂ ਕਿਤੇ ਦੇਖਿਆ ਸੀ, ਹੈਰਾਨ ਕਰਨ ਵਾਲਾ ਜਿਹੜਾ ਦ੍ਰਿਸ਼ ਨੂੰ ਦੇਖ ਕੇ ਬੜਾ ਇਹ ਜਿਹੜਾ ਹਨ ਭੈ ਫੀਅਰ ਆਪਣੇ ਮਨ ਵਿੱਚ ਮੰਨਣ ਲੱਗਿਆ। ਦੋਹਰਾ ਅਗਨ ਬੇਖ ਕੋ ਤਿਆਗ ਕੈ ਘਟਾ ਬੜੀ ਪੁਨ ਹੋਏ। ਫਿਰ ਕੀ ਹੋਇਆ ਜੀ, ਅੱਗ ਦਾ ਗੋਲੇ ਦਾ ਰੂਪ ਉਹਨੇ ਹਟਾ ਕੇ ਫਿਰ ਇੱਕ ਟਵਿਸਟਰ ਦਾ ਰੂਪ ਧਾਰਨ ਕਰ ਲਿਆ, ਇੱਕ ਭੁਚਾਲ ਦਾ ਰੂਪ ਧਾਰਨ ਕਰ ਲਿਆ। ਕਰਤ ਪਰਖ ਨਾ ਗੁਰੂ ਕੀ ਕਲਯੁਗ ਆਵਤ ਸੋਏ। ਇਹ ਕੌਣ ਸੀ ਅਸਲ ਵਿੱਚ? ਕਹਿੰਦੇ ਇਹ ਕਲਯੁਗ ਸੀਗਾ। ਇਹ ਕਲਯੁਗ ਜਿਹੜਾ ਸਮਾਂ ਹੈ ਨਾ, ਹੁਣ ਕਲਯੁਗ ਦਾ ਯੁੱਗ ਆਪਾਂ ਕਹਿੰਦੇ ਕਲ ਯੁੱਗ ਹੈ, ਇਹ ਕੱਲ ਦਾ ਯੁੱਗ ਹੈ। ਕਹਿੰਦੇ ਉਹ ਕੱਲ ਦੇ ਯੁੱਗ ਨੇ ਇੱਕ ਰੂਪ ਬਣਾ ਕੇ ਸਤਿਗੁਰਾਂ ਨੂੰ ਡਰਾਉਣ ਵਾਸਤੇ ਪਹਿਲਾਂ ਆਇਆ, ਮਹਾਰਾਜ ਨੂੰ ਫੀਅਰ ਦੇਣ ਵਾਸਤੇ ਆਪਣਾ ਪਾਵਰ ਦਿਖਾਇਆ ਉਹਨੇ ਆ ਕੇ ਵੀ ਮੇਰੇ ਵਿੱਚ ਇੰਨਾ ਪਾਵਰ ਹੈ। ਤੋ ਸਤਿਗੁਰਾਂ ਨੂੰ ਡਰਾਉਣ ਵਾਸਤੇ ਜਿਹੜਾ ਹਨ ਫਰਾਈਟਨ ਕਰਨ ਵਾਸਤੇ ਇਹਨੇ ਕੋਸ਼ਿਸ਼ ਕਰ ਰਿਹਾ ਸੀ ਕਲਯੁਗ। ਚੌਪੇ ਭੀ ਕਾਲੀ ਘਟ ਨਿਸਾ ਸਮਾਨਾ। ਭੀ ਕਾਲੀ ਘਟ, ਫੇ ਕਹਿੰਦੇ ਅਸਮਾਨ ਦੇ ਵਿੱਚੋਂ ਕਾਲੀਆਂ ਘਟਾਵਾਂ ਜਿਹੜੇ ਹਨ, ਕਲਾਊਡਸ ਜਿਹੜੇ ਹਨ, ਬਲੈਕ ਕਲਾਊਡਸ ਜਿਹੜੇ ਹੁੰਦੇ ਹਨ ਮੀਂਹ ਦੇ ਭਰੇ ਹੋਏ, ਉਹ ਇਕੱਠੇ ਹੋਣ ਲੱਗੇ। ਦਾਮਨ ਚਮਕਤ ਮਨੋ ਕਿਰਪਾਨਾ। ਫਿਰ ਉੱਤੇ ਆਕਾਸ਼ ਦੇ ਵਿੱਚ ਬਿਜਲੀ ਖੜਕਣ ਲੱਗ ਪਈ। ਉਹ ਬਿਜਲੀ ਦੀ ਧਮਕ ਜਿਹੜੀ ਸੀਗੀ ਸਾਰੀ ਧਰਤੀ ਨੂੰ ਹਿਲਾਉਣ ਵਾਲੀ,
ਕਹਿੰਦੇ ਇੰਨੀ ਜ਼ਿਆਦਾ ਉੱਥੇ ਬਿਜਲੀ ਵੱਜਣ ਲੱਗੀ ਆਕਾਸ਼ ਵਿੱਚ, ਮਾਨੋ ਕਹਿੰਦੇ ਕੋਈ ਜਿਹੜਾ ਹਨ ਯੁੱਧ ਕਰ ਰਿਹਾ ਹੈ ਤੇ ਕਿਰਪਾਨਾਂ ਇੱਕ ਦੂਜੇ ਨਾਲ ਵੱਜ ਰਹੀਆਂ ਹਨ, ਜਿਹਦੇ ਕਰਕੇ ਖੜਕਾ ਵੀ ਹੋ ਰਿਹਾ ਹੈ ਤੇ ਉਹਦੇ ਵਿੱਚੋਂ ਲਾਈਟ ਵੀ ਆ ਰਹੀ ਹੈ, ਸਪਾਰਕਸ ਵੀ ਆ ਰਹੇ ਹਨ। ਕਰਕਾ ਕੋਬਰ ਖਾਏ ਬਿਸਾਲਾ। ਦੇਖੋ ਕਰਕਾ ਇਸੇ ਤਰ੍ਹਾਂ ਹੀ ਜਿਹੜਾ ਹੈ ਉੱਥੇ ਗੜੇ ਹੁੰਦੇ ਆ ਨਾ, ਜਿਹੜਾ ਹੇਲ ਸਟੋਨ ਆਪਾਂ ਕਹਿੰਦੇ ਹੇਲ ਰੇਨ ਕਹਿ ਦਿੰਦੇ ਹਾਂ। ਜੋ ਇਹ ਜਿਹੜਾ ਹੈ ਕਹਿੰਦੇ ਗੜੇ ਪੈਣ ਲੱਗੇ, ਉੱਥੇ ਬਹੁਤ ਸਾਰੇ ਗੜੇ ਪਏ। ਕਿੰਨੇ ਪਏ ਜੀ? ਪਾਹਨ ਸਮ ਭਾਰੀ ਤੇ ਕਾਲਾ। ਤੇ ਉਹ ਗੜੇ ਛੋਟੇ ਨਹੀਂ ਸੀ, ਮਾਊਂਟਨ ਜਿੰਨੇ ਵੱਡੇ ਵੱਡੇ ਗੜੇ, ਪਾਣੀ ਦੇ ਜਿਹੜਾ ਬਰਫ਼ ਹੈ ਨਾ, ਕਹਿੰਦੇ ਉਹ ਗੜੇ ਡਿੱਗਣ ਲੱਗੇ ਧਰਤੀ ਤੇ। ਉਹਨਾਂ ਦਾ ਆਕਾਰ ਸੀਗਾ ਇੱਕ ਮਾਊਂਟਨ ਦੀ ਤਰ੍ਹਾਂ, ਹਿਲ ਦੀ ਤਰ੍ਹਾਂ। ਧਰ ਧੀਰਜ ਗੁਰ ਤਹਾਂ ਸੁਹਾਏ। ਮਹਾਰਾਜ ਜਿੱਥੇ ਬੈਠੇ ਸਨ ਨਾ, ਮਹਾਰਾਜ ਨਹੀਂ ਹਿੱਲੇ, ਧੀਰਜ ਰੱਖ ਕੇ ਉੱਥੇ ਹੀ ਬੈਠੇ ਰਹੇ। ਨਿਕਟ ਕਛੂ ਛੋਹਿਨਾ ਨਹਿ ਪਾਏ। ਮਹਾਰਾਜ ਦੇ ਨੇੜੇ ਕੋਈ ਨਾ ਆ ਸਕਿਆ, ਮਹਾਰਾਜ ਦੇ ਕੋਲ ਵੀ ਨਹੀਂ ਕੋਈ ਆਉਣ ਦੀ ਉਹਨੇ ਹਿੰਮਤ ਕੀਤੀ ਕਲਯੁਗ ਨੇ। ਤਬ ਕਲਯੁਗ ਨੇ ਨਿਸ਼ਚੈ ਜਾਨੀ। ਸੋ ਹੁਣ ਕਲਯੁਗ ਨੇ ਇੱਕ ਗੱਲ ਨਿਸ਼ਚੈ ਕਰਕੇ ਜਾਣ ਲਈ। ਕਲਯੁਗ ਨੇ ਇਹ ਗੱਲ ਜਿਹੜੀ ਹੈ ਉਹਨੇ ਬਿਲੀਵ ਕਰ ਲਈ, ਉਹਨੇ ਇਹ ਗੱਲ ਸਮਝ ਲਈ। ਕੀ ਗੱਲ ਜਾਣੀ ਹੈ ਅਵਤਾਰ ਰੂਪ ਗੁਣ ਖਾਨੀ। ਕਹਿਣ ਲੱਗੇ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਈ ਅਵਤਾਰ ਹੈ, ਇਹ ਕੋਈ ਇਨਸਾਨ ਨਹੀਂ। ਜੇ ਆਮ ਕੋਈ ਹੁੰਦਾ ਤਾਂ ਡਰ ਕੇ ਭੱਜ ਜਾਣਾ ਸੀ ਉਸਨੇ, ਉਹਨੇ ਆ ਕੇ ਮੇਰੇ ਚਰਨੀ ਪੈ ਜਾਣਾ ਸੀਗਾ। ਹੁਣ ਇਹ ਗੱਲ ਕਲਯੁਗ ਕਹਿੰਦਾ ਇਹ ਤਾਂ ਸੱਚਮੁੱਚ ਪਰਮਾਤਮਾ ਆਪ ਹੀ ਹੈ, ਇਹ ਅਵਤਾਰੀ ਪੁਰਸ਼ ਹੈ ਜੋ ਗੁਨਾਹ ਦਾ ਟ੍ਰੈਸ਼ਰ ਹੈ, ਜਿਹੜਾ ਇੱਕ ਵੀ ਕਦਮ ਅੱਗੇ ਪਿੱਛੇ ਨਹੀਂ ਹੋਇਆ ਤੇ ਮੂੰਹ ਤੇ ਅੱਖਾਂ ਦੇ ਵਿੱਚ ਕੋਈ ਡਰ ਨਾ ਆਇਆ। ਮਾਨੁਖ ਰੂਪ ਧਾਰ ਪੁਨ ਆਇਓ। ਦੇਖੋ ਨਾ, ਡਰ ਉਹ ਚੀਜ਼ ਹੈ ਜਿਹਨੂੰ ਕੋਈ ਛੁਪਾ ਨਹੀਂ ਸਕਦਾ। ਜਦੋਂ ਬੰਦੇ ਨੂੰ ਡਰ ਲੱਗਦਾ ਹੈ ਨਾ, ਉਹ ਚੀਜ਼ ਨੂੰ ਆਪਾਂ ਹਾਈਡ ਨਹੀਂ ਕਰ ਸਕਦੇ ਆਪਣੇ ਅੰਦਰ, ਉਹ ਆਪਣੇ ਆਪ ਮੂੰਹ ਦੇ ਉੱਤੇ ਐਕਸਪ੍ਰੈਸ਼ਨਸ ਬਣ ਜਾਂਦੇ ਨੇ, ਅੱਖਾਂ ਦੇ ਵਿੱਚੋਂ ਫੀਅਰ ਆ ਜਾਂਦਾ ਹੈ। ਸੋ ਇਹ ਚੀਜ਼ ਨੂੰ ਆਪਾਂ ਕਿਤੇ ਵੀ ਜਿਹੜਾ ਹੈ ਹਿਡਨ ਜਾਂ ਲੁਕੋ ਨਹੀਂ ਸਕਦੇ। ਇਸ ਕਰਕੇ ਕਲਯੁਗ ਨੇ ਇਹ ਚੀਜ਼ ਗੁਰੂ ਨਾਨਕ ਸਾਹਿਬ ਦੇ ਵਿੱਚ ਦੇਖੀ ਕਿ ਮਹਾਰਾਜ ਨੇ ਬਿਲਕੁਲ ਹੀ ਫੀਅਰ ਨਹੀਂ ਦਿਖਾਇਆ। ਤਾਂ ਇਹ ਦੇਖ ਕਰਕੇ ਉਹਨੇ ਕੀ ਕੀਤਾ, ਕਲਯੁਗ ਨੇ ਇੱਕ ਆਮ ਮਨੁੱਖ ਦਾ ਰੂਪ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਆ ਗਿਆ। ਅਧਿਕ ਬਦਨ ਤੇ ਅਗਨ ਬਮਾਇਓ। ਤੇ ਆਪਣਾ ਮਨੁੱਖਾ ਸਰੀਰ ਧਾਰਨ ਕਰਕੇ ਵੀ ਆਪਣੇ ਸਰੀਰ ਵਿੱਚੋਂ ਅੱਗ ਕੱਢਦਾ ਹੋਇਆ ਮਹਾਰਾਜ ਨੂੰ ਅਖੀਰਲਾ ਫੇਰ ਟਰਾਈ ਕਰ ਰਿਹਾ ਹੈ ਵੀ ਮੈਂ ਡਰਾ ਦੇਵਾਂ, ਮੈਂ ਫਰਾਈਟਨ ਕਰ ਦੇਵਾਂ ਗੁਰੂ ਨੂੰ। ਦੇਖੋ ਇਹੀ ਚੀਜ਼ ਹੈ ਜੋ ਹਮੇਸ਼ਾ ਮਾਇਆ ਆਪਾਂ ਨੂੰ ਡਰਾਉਂਦੀ ਹੈ। ਇਹ ਸੰਸਾਰ ਦੇ ਵਿੱਚ ਆਪਾਂ ਹਮੇਸ਼ਾ ਹੀ ਡਰਦੇ ਹਾਂ, ਕਿਉਂਕਿ ਆਪਣੇ ਹਿਰਦੇ ਵਿੱਚ ਜਦੋਂ ਤੱਕ ਉਹ ਨਿਰਭੈ ਰੂਪ, ਨਿਰਭਉ ਰੂਪ ਜਿਹੜਾ ਪਰਮਾਤਮਾ ਹੈ ਨਾ, ਉਹ ਨਹੀਂ ਵਸਦਾ ਨਾ, ਉਦੋਂ ਤੱਕ ਆਪਾਂ ਹਰ ਇੱਕ ਚੀਜ਼ ਤੋਂ ਡਰਦੇ ਹਾਂ। ਜੇ ਇੱਕ ਪਰਮਾਤਮਾ ਦਾ ਡਰ ਹਿਰਦੇ ਵਿੱਚ ਵਸ ਜਾਵੇ ਤਾਂ ਬਾਕੀ ਚੀਜ਼ਾਂ ਤੋਂ ਫਿਰ ਡਰ ਨਹੀਂ ਲੱਗਦਾ। ਸੋ ਇਹਨੇ ਜਿਹੜਾ ਹਨ ਆਪਣੇ ਸਰੀਰ ਵਿੱਚੋਂ ਅੱਗ ਕੱਢਦਾ ਆਉਂਦਾ ਹੈ। ਹੁਣ ਦੇਹ ਕੰਚ ਕੀ ਜਾਹੇ ਸਵਾਰੀ। ਦੇਖੋ ਇਹਦੀ ਜਿਹੜੀ ਸਰੀਰ ਹੈ ਸੋਨੇ ਵਰਗਾ ਇਹਦਾ ਸਰੀਰ ਹੈ, ਜੋ ਸੋਨੇ ਮੁਝੇ ਸੋਨਾ ਤਪਦਾ ਹੁੰਦਾ ਹੈ ਨਾ, ਇਸ ਤਰ੍ਹਾਂ ਦਾ ਸਰੀਰ ਇਹਨੇ ਬਣਾ ਲਿਆ ਆਪਣਾ। ਇੱਕ ਹੱਥ ਮੈਂ ਜਿਹਵਾ ਧਾਰੀ। ਇਹਨੇ ਆਪਣੇ ਇੱਕ ਹੱਥ ਦੇ ਵਿੱਚ ਜੀਭ ਨੂੰ ਰੱਖਿਆ, ਜੀਭ ਨੂੰ ਫੜ ਕੇ ਲੈ ਕੇ ਆ ਰਿਹਾ ਹੈ। ਕਹਿਓ ਲਿੰਗ ਕੋ ਦੂਸਰ ਹੱਥ। ਹੁਣ ਜਿਹੜਾ ਪ੍ਰਾਈਵੇਟ ਪਾਰਟ ਹੁੰਦਾ ਹੈ ਨਾ ਇੱਕ ਮੇਲ ਦਾ, ਕਹਿੰਦਾ ਉਹ ਆਪਣੇ ਹੱਥ ਵਿੱਚ ਦੂਜੇ ਹੱਥ ਵਿੱਚ ਲੈ ਕੇ ਆ ਰਿਹਾ ਹੈ। ਆਵਾ ਸਨਮੁਖ ਜਹ ਜਗਨਾਥਾ। ਮਹਾਰਾਜ ਦੇ ਸਾਹਮਣੇ ਆ ਗਿਆ ਜੀ, ਇਹ ਦੋਵੇਂ ਹੱਥਾਂ ਵਿੱਚ ਜੀਭ ਤੇ ਲਿੰਗ ਨੂੰ ਲੈ ਕੇ ਮਹਾਰਾਜ ਦੇ ਸਾਹਮਣੇ ਆ ਗਿਆ। ਹੁਣ ਬਿਗਸਤ ਮੁਖ ਤੇ ਕਹਿ ਸੁਖ ਰਾਸਾ। ਮਹਾਰਾਜ ਹੱਸ ਕੇ ਇਸ ਕਲਯੁਗ ਨੂੰ, ਮਹਾਰਾਜ ਸੁੱਖਾਂ ਦੀ ਰਾਸ ਹਨ, ਹੱਸ ਕੇ ਇਹ ਕਲਯੁਗ ਨੂੰ ਕਹਿਣ ਲੱਗੇ ਮਰਦਾਨੇ ਉੱਠ ਦੇਖ ਤਮਾਸ਼ਾ। ਤੇ ਮਹਾਰਾਜ ਉਸ ਵੇਲੇ ਹੁਣ ਕਲਯੁਗ ਨੂੰ ਕੁਝ ਕਹਿੰਦੇ ਭਾਈ ਮਰਦਾਨੇ ਨੂੰ ਹੱਥ ਲਾ ਕੇ ਕਹਿੰਦੇ, ਮਰਦਾਨਿਆ ਉੱਠ ਖੜ, ਹੁਣ ਉੱਠਣ ਦਾ ਵੇਲਾ ਆ ਗਿਆ, ਉੱਠ ਕੇ ਦੇਖ ਤਮਾਸ਼ਾ। ਹੁਣ ਸਾਵਧਾਨ ਹੋਇਆ ਧੀਰਜ ਧਰੀਏ। ਕਹਿਣਗੇ ਸਾਵਧਾਨ ਹੋ ਜਾ ਭਾਈ ਮਰਦਾਨਿਆ, ਬੈਠ ਜਾ ਹੁਣ, ਕਿਉਂਕਿ ਤੈਨੂੰ ਤਮਾਸ਼ਾ ਦਿਖਾਉਂਦੇ ਹਾਂ। ਇਹ ਤਮਾਸ਼ਾ ਦੇਖਣ। ਦੇਖੋ ਗੁਰੂ ਨਾਨਕ ਵਾਸਤੇ ਜਿਹੜਾ ਸਭ ਤੋਂ ਵੱਡਾ ਫੀਅਰ ਹੈ ਨਾ ਦੁਨੀਆ ਦਾ, ਮਹਾਰਾਜ ਵਾਸਤੇ ਇੱਕ ਤਮਾਸ਼ਾ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੈ ਨਾ, ਦੇਖਣ ਆਇਓ ਜਗਤ ਤਮਾਸ਼ਾ। ਮਹਾਰਾਜ ਕਹਿੰਦੇ ਇਹ ਤਮਾਸ਼ਾ ਦੇਖਣ ਵਾਸਤੇ ਅਸੀਂ ਆਏ ਆ। ਮਹਾਰਾਜ ਵਾਸਤੇ ਤਾਂ ਇਹ ਸਾਰਾ ਤਮਾਸ਼ਾ ਹੀ ਹੈ। ਜਿਹੜੀ ਚੀਜ਼ ਤੋਂ ਆਪਾਂ ਡਰ ਕੇ ਆਪਣੇ ਧਰਮ ਨੂੰ ਨਸ਼ਟ ਕਰ ਲੈਂਦੇ ਹਾਂ, ਜਿਹਦੇ ਕਰਕੇ ਆਪਾਂ ਆਪਣੇ ਪ੍ਰਿੰਸੀਪਲਸ ਨੂੰ ਕੰਪਰੋਮਾਈਜ਼ ਕਰ ਲੈਂਦੇ ਹਾਂ ਦੁਨੀਆ ਦੇ ਵਿੱਚ, ਜਿਹਦੇ ਕਰਕੇ ਆਪਾਂ ਡਰ ਕੇ ਗੁਰੂ ਨੂੰ ਛੱਡ ਦਿੰਦੇ ਹਾਂ, ਜਿਹਦੇ ਕਰਕੇ ਲਾਲਚ ਕਰਕੇ ਆਪਣੇ ਗੁਰੂ ਨੂੰ ਛੱਡ ਦਿੰਦੇ ਹਾਂ। ਗੁਰੂ ਮਹਾਰਾਜ ਵਾਸਤੇ ਇਹ ਦੁਨੀਆ ਇੱਕ ਤਮਾਸ਼ਾ ਹੈ। ਕਹਿੰਦੇ ਮਰਦਾਨਿਆ ਉੱਠ, ਹੁਣ ਤੁਹਾਨੂੰ ਤਮਾਸ਼ਾ ਦਿਖਾਉਂਦੇ ਹਾਂ। ਕਾਹੋ ਤਨਕ ਨਾ ਤਰਾਸ ਵਿਚਰੀਏ। ਕਹਿਣਗੇ ਮਰਦਾਨਿਆ ਭੋਰਾ ਨਹੀਂ ਡਰਨਾ ਹੈਗਾ, ਥੋੜਾ ਬਹੁਤਾ ਵੀ ਆਪਣੇ ਵਿੱਚ ਡਰ ਨਾ ਰੱਖ, ਸਾਵਧਾਨ ਹੋ ਕੇ ਬਹਿ ਜਾ। ਹੁਣ ਆਨ ਕਲੀ ਤਬ ਬੰਧਨ ਕਰਕੇ। ਦੇਖੋ ਇਹ ਜਿਹੜਾ ਕਲਯੁਗ ਉਦੋਂ ਤੱਕ ਮਹਾਰਾਜ ਦੇ ਕੋਲ ਪਹੁੰਚ ਗਿਆ,
ਪਹੁੰਚ ਕਰਕੇ ਮਹਾਰਾਜ ਨੂੰ ਮੱਥਾ ਟੇਕਿਆ ਇਸ ਕਲਯੁਗ ਨੇ। ਬੋਲਿਓ ਨਿਜ ਅਪਰਾਧ ਵਿਚਰ ਕੈ। ਤੇ ਬੋਲਿਆ, ਉਹਨੇ ਜਾਣਿਆ ਕਿ ਮੇਰੇ ਤੋਂ ਅਪਰਾਧ, ਮੇਰੇ ਤੋਂ ਗਲਤੀ ਹੋ ਗਈ। ਕਲਯੁਗ ਨੇ ਜਾਣਿਆ ਕਿ ਮੇਰੇ ਤੋਂ ਇੱਕ ਗਲਤੀ ਹੋ ਗਈ ਬਹੁਤ ਵੱਡੀ, ਤੇ ਮੈਂ ਜਿਹੜਾ ਇਹਦਾ ਗੁਰੂ ਨਾਨਕ ਦਾ ਟੈਸਟ ਲੈ ਲਿਆ, ਤੇ ਇਹ ਪੂਰੇ ਉਤਰੇ, ਇਹ ਮਹਾਪੁਰਸ਼ ਨੇ, ਇਹ ਤਾਂ ਆਪ ਪਰਮੇਸ਼ਰ ਰੂਪ ਨੇ, ਤੇ ਉਹਨੇ ਮਾਫੀ ਮੰਗੀ ਆ ਕੇ। ਬਖਸ਼ੋ ਖਤਾ ਜਿਤੀ ਮੈਂ ਕੀਨੀ। ਦੇਖੋ ਨਾ, ਇਹ ਜਿਹੜਾ ਦੁਨੀਆ ਦਾ ਜਿੰਨੇ ਵੀ ਆਪਾਂ ਨੂੰ ਡਰ ਹਨ, ਦੁਨੀਆ ਦਾ ਜਿੰਨਾ ਆਪਾਂ ਨੂੰ ਥ੍ਰੈਟ ਮਹਿਸੂਸ ਹੁੰਦਾ ਹੈ, ਜਦੋਂ ਤੱਕ ਆਪਾਂ ਇਹਨਾਂ ਤੋਂ ਡਰਦੇ ਹਾਂ, ਜਦੋਂ ਤੱਕ ਇਹਨਾਂ ਦੇ ਥ੍ਰੈਟ ਨੂੰ ਆਪਾਂ ਮੰਨਦੇ ਹਾਂ, ਉਦੋਂ ਤੱਕ ਉਹ ਮਾਸਟਰ ਹੋ ਜਾਂਦੇ, ਆਪਾਂ ਉਹਨਾਂ ਦੇ ਸਲੇਵ ਹੋ ਜਾਂਦੇ ਹਾਂ। ਪਰ ਜੇ ਅਗਰ ਪਰਮਾਤਮਾ ਦਾ ਭਰੋਸਾ ਹਿਰਦੇ ਵਿੱਚ ਵਸਿਆ ਹੋਵੇ, ਪਰਮਾਤਮਾ ਤੇ ਹੀ ਜਿਹੜਾ ਹੈ ਭਰੋਸਾ ਬਣਿਆ ਰਹੇ, ਤਾਂ ਕਹਿੰਦੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ, ਜਿਹੜੇ ਥ੍ਰੈਟ ਬਣਦੇ ਨੇ, ਜਿਹੜਾ ਫੀਅਰ ਹੈ, ਜਿਹੜੀਆਂ ਤਕੜੀਆਂ ਚੀਜ਼ਾਂ, ਵੱਡੀਆਂ ਚੀਜ਼ਾਂ ਬਣ ਦਿੰਦੀਆਂ, ਇਹ ਸਾਰੀਆਂ ਸਲੇਵ ਬਣ ਜਾਂਦੀਆਂ ਤੁਹਾਡੀਆਂ। ਇਹ ਤੁਹਾਡੇ ਕਦਮਾਂ ਵਿੱਚ ਆ ਖੜੋਂਦੀਆਂ ਹਨ, ਖੜ ਜਾਂਦੀਆਂ ਤੁਹਾਡੇ ਕਦਮਾਂ ਵਿੱਚ ਆ ਕੇ। ਗੁਰੂ ਨਾਨਕ ਸਾਹਿਬ ਦਾ ਜਿਹੜਾ ਹੈ ਸੱਚਮੁੱਚ ਮਹਾਰਾਜ ਨੇ ਇਹ ਕਰਕੇ ਦਿਖਾਇਆ। ਇਸ ਕਰਕੇ ਆਪਾਂ ਸਾਖੀਆਂ ਸੁਣਦੇ ਹਾਂ ਨਾ, ਮਹਾਰਾਜ ਨੇ ਵੀ ਇਹਨਾਂ ਨਾਲ ਡੀਲ ਕੀਤਾ ਹੈ, ਤੇ ਮਹਾਰਾਜ ਨੇ ਡੀਲ ਕਰਕੇ ਆਪਾਂ ਨੂੰ ਇਹ ਸਿੱਖਿਆ ਦਿੱਤੀ ਹੈ ਕਿ ਪਰਮੇਸ਼ਰ ਦੇ ਨਾਮ ਨਾਲੋਂ ਕੋਈ ਵੱਡਾ ਨਹੀਂ। ਕਲਯੁਗ ਭਾਵੇਂ ਕਿੰਨਾ ਵੀ ਕੁਝ ਕਰ ਰਿਹਾ ਸੀ, ਮਹਾਰਾਜ ਨੇ ਸਿਰਫ ਭਾਈ ਮਰਦਾਨੇ ਨੂੰ ਇਹੀ ਕਿਹਾ ਕਿ ਤੂੰ ਵਾਹਿਗੁਰੂ ਜਪ, ਤੂੰ ਵਾਹਿਗੁਰੂ ਕਹਿਣ ਦੇ ਨਾਲ ਇਹ ਤੇਰਾ ਕੁਝ ਨਹੀਂ ਵਿਗਾੜ ਸਕਦਾ। ਤੇ ਐਸਾ ਹੀ ਹੋਇਆ, ਤੇ ਉਹ ਕਲਯੁਗ ਆ ਕੇ ਕਦਮਾਂ ਵਿੱਚ ਪੈ ਕੇ ਕਹਿੰਦਾ ਬਖਸ਼ੋ ਖਤਾ ਜਿਤੀ ਮੈਂ ਕੀਨੀ। ਮਹਾਰਾਜ ਮੇਰੀ ਖਤਾ, ਮੇਰੀ ਗਲਤੀ ਨੂੰ ਮਾਫ ਕਰ ਦੇ, ਜਿੰਨਾ ਕੁਝ ਮੈਂ ਹੁਣ ਤੱਕ ਕੀਤਾ ਤੁਹਾਡੇ ਨਾਲ। ਰਾਵਰ ਕੀ ਮਹਿਮਾ ਨਹਿ ਚੀਨੀ। ਮਹਾਰਾਜ ਮੈਨੂੰ ਪਤਾ ਨਹੀਂ ਸੀ, ਮੈਂ ਤੁਹਾਡੀ ਮਹਿਮਾ, ਤੁਹਾਡੀ ਪ੍ਰੇਸ ਨੂੰ ਜਾਣਦਾ ਨਹੀਂ ਸੀ, ਪਛਾਣਦਾ ਨਹੀਂ ਸੀ। ਅਬ ਇਸ ਸਮੇਂ ਮੋਰ ਸਿੱਖਦਾਰੀ। ਮਹਾਰਾਜ ਦੇਖੋ ਨਾ, ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ, ਕੱਲ ਜੋ ਕਹਿੰਦਾ ਇਹ ਮੇਰਾ ਸਮਾਂ ਹੈ, ਇਹ ਮੇਰੀ ਸਰਦਾਰੀ ਕਰਨ ਦਾ ਸਮਾਂ ਹੈ। ਇਟਸ ਦ ਟਾਈਮ ਫॉर ਮੀ ਟੂ ਰੂਲ, ਇਟਸ ਮਾਈ ਟਾਈਮ। ਇਹ ਮੇਰਾ ਟਾਈਮ ਆ ਗਿਆ ਹੁਣ, ਕਿਉਂਕਿ ਇਹ ਸਮਾਂ ਕਲਯੁਗ ਹੈ। ਹੁਣ ਇਹ ਸਮਾਂ ਜਿਹੜਾ ਕਲਯੁਗ ਹੈ, ਕਹਿੰਦਾ ਮੇਰਾ ਰਾਜ ਹੈ, ਆਈ ਐਮ ਦ ਕਿੰਗ। ਹੁਣ ਮੈਂ ਆਪਣਾ ਰਾਜ ਚਲਾਉਣਾ ਹੈ। ਦੀਨੀ ਤੁਮ ਨਿਜ ਕਰਨਾ ਧਾਰੀ। ਪਰ ਇਹ ਰਾਜ ਕਿਹਨੇ ਦਿੱਤਾ? ਕਹਿੰਦੇ ਦੀਨੀ ਤੁਮ। ਕਲਯੁਗ ਕਹਿੰਦਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਰਾਜ ਵੀ ਤੁਸੀਂ ਹੀ ਮੈਨੂੰ ਦਿੱਤਾ ਹੈ, ਆਪਣੀ ਕਿਰਪਾ ਕਰਕੇ ਦਿੱਤਾ ਹੈ। ਅਬ ਲੱਛਣ ਨਰ ਜੈਸੇ ਕਰਹੀ। ਹੁਣ ਦੇਖੋ, ਕਹਿੰਦੇ ਇਸ ਸਮੇਂ ਦੇ ਵਿੱਚ ਲੋਕਾਂ ਦਾ ਕੈਰੈਕਟਰ ਕੈਸਾ ਹੋਊਗਾ, ਲੋਕਾਂ ਦੀ ਐਟੀਟਿਊਡ ਕੈਸੀ ਹੋਵੇਗੀ, ਲੋਕੀ ਇਹ ਸਮੇਂ ਵਿੱਚ ਕੀ ਕਰਨਗੇ, ਇਹ ਸੁਣੋ ਤੁਸੀਂ ਹੁਣ। ਤੈਸੇ ਬੇਖ ਆਇਓ ਮੈਂ ਧਰਹੀ। ਦੇਖੋ, ਜੈਸਾ ਬੇਖ ਮੈਂ ਧਾਰ ਕੇ ਆਇਆ ਹਾਂ, ਕਿਉਂਕਿ ਇੱਕ ਹੱਥ ਵਿੱਚ ਉਹਦੀ ਜੀਭ ਸੀ, ਦੂਜੇ ਹੱਥ ਵਿੱਚ ਲਿੰਗ ਸੀ। ਕਹਿੰਦੇ ਮੈਂ ਮਹਾਰਾਜ, ਮੈਂ ਐਸਾ ਰੂਪ ਧਾਰਨ ਕਰਕੇ ਤੁਹਾਡੇ ਕੋਲ ਕਿਉਂ ਆਇਆ ਹਾਂ? ਦੈਵ ਸੰਪਦਾ ਤਜ ਕਰ ਸਾਰੀ। ਦੇਖੋ, ਇਹ ਸਮਾਂ ਹੈ ਜਿੱਥੇ ਸ਼ੁਭ ਗੁਣ, ਵਰਚੂਸ ਨੂੰ ਛੱਡ ਕਰਕੇ ਲੋਕ ਜਿਹੜੇ ਹਨ ਪਾਪ ਕਰਨਗੇ। ਕਿਸੇ ਨੇ ਵਰਚੂ ਵਾਲਾ ਕੰਮ ਨਹੀਂ ਕਰਨਾ। ਸਤ ਸੰਤੋਖ ਦਇਆ ਧਰਮ ਵਿਚਾਰ ਜਿਹੜੀ ਹੈ, ਇਹ ਨਹੀਂ ਰਹਿਣੀ ਲੋਕਾਂ ਦੇ ਵਿੱਚ, ਇਹਦੀ ਕਦਰ ਵੀ ਨਹੀਂ ਰਹਿਣੀ, ਇਹਦਾ ਵੈਲਿਊ ਵੀ ਲੋਕਾਂ ਵਿੱਚ ਨਹੀਂ ਰਹਿ ਜਾਣਾ। ਦੁਐ ਇੰਦਰੈ ਸਵਾਦਨ ਬਸਕਾਰੀ। ਦੇਖੋ, ਇਹ ਦੋ ਇੰਦਰੇ ਨੇ, ਇੱਕ ਲਿੰਗ ਸੀ ਤੇ ਇੱਕ ਜਿਹੜੀ ਜੀਭ ਸੀਗੀ। ਕਹਿੰਦੇ ਇਹ ਦੋਵਾਂ ਦੇ ਵਸ ਵਿੱਚ ਰਹਿਣਗੀ ਸਾਰੀ ਦੁਨੀਆ। ਬਸ ਲੋਕਾਂ ਨੂੰ ਬਸ ਇਹ ਦੋ ਜਿਹੜੇ ਹਨ ਅੰਗਾਂ ਦੇ ਵਿੱਚ ਹੀ ਉਹ ਫਸੇ ਰਹਿਣਗੇ ਸਾਰੀ ਉਮਰ। ਕਹਿ ਤੋ ਰਸਨਾ ਸਵਾਦ ਹੈ ਲਾਈ। ਦੇਖੋ, ਜੀਭ ਦੇ ਨਾਲ ਉਹ ਰਸ ਲੈਣਗੇ, ਜਿਹੜਾ ਹਨ 36 ਪ੍ਰਕਾਰ ਦੇ ਭੋਜਨ ਦੇ ਰਸ ਵੀ ਉਹਨਾਂ ਵਾਸਤੇ ਪੂਰੇ ਨਹੀਂ ਆਉਣੇ। 6 ਰਸ ਜਿਹੜੇ ਹੁੰਦੇ ਨੇ ਉਹ ਵੀ ਪੂਰੇ ਨਹੀਂ ਹੋਣੇ। ਤੇ ਕਹਿੰਦੇ ਲੋਕਾਂ ਨੂੰ ਜਿਹੜਾ ਹੈ ਜੀਭ ਦੇ ਰਸ ਕਰਕੇ ਕਿਹੜਾ ਕਿਹੜਾ ਪਾਪ ਨਹੀਂ ਉਹ ਕਰਨਗੇ, ਕੀ ਕੁਝ ਨਹੀਂ ਉਹ ਕਰਨਗੇ ਆਪਣੇ ਆਪ ਨੂੰ ਸੈਟੀਸਫਾਈਡ ਕਰਨ ਵਾਸਤੇ। ਤੇ ਉਹਨਾਂ ਨੂੰ ਜਿਹੜਾ ਹੈ, ਇਹ ਜਿਹੜਾ ਉਹਨਾਂ ਦਾ ਉਦਮ ਹੋਵੇਗਾ, ਇਹ ਉਦਮ ਕਰਦਿਆਂ ਹੋਇਆਂ ਉਹਨਾਂ ਨੇ ਕੋਈ ਵਿਚਾਰ ਨਹੀਂ ਕਰਨੀ ਪਾਪ ਦੀ। ਲਿੰਗ ਸਵਾਦ ਕੇ ਬਸ ਹੋਏ ਜਾਏ। ਦੇਖੋ, ਦੂਸਰਾ ਇਹ ਲਿੰਗ ਹੈ ਜਿਹੜਾ ਲਸਟ ਹੈ। ਲਸਟ ਜਿਹੜਾ ਹੈ ਇਹ ਵੀ ਰਾਜ ਕਰੇਗਾ। ਮੇਰੇ ਸਮੇਂ ਵਿੱਚ ਲੋਕੀ ਲਸਟਫੁਲ ਹੋਣਗੇ, ਲੋਕੀ ਕਾਮੀ ਹੋਣਗੇ। ਲੋਕਾਂ ਨੇ ਕਾਮ ਕਰਕੇ ਜਿਹੜਾ ਹਨ ਸਾਰੇ ਹੀ ਜਿਹੜਾ ਹੈ ਪਾਪ ਕਰਨਗੇ, ਕੋਈ ਵੀ ਪਾਪ ਨਹੀਂ ਛੱਡਣਗੇ। ਇਹ ਜਿਹੜਾ ਪਾਪ ਐਸੇ ਐਸੇ ਭੈੜੇ ਦੁਨੀਆ ਵਿੱਚ ਹੋਣਗੇ, ਲਸਤ ਕਰਕੇ ਵੱਡੀਆਂ ਵੱਡੀਆਂ ਲੜਾਈਆਂ ਹੋਣਗੀਆਂ, ਵੱਡੇ ਵੱਡੇ ਜੰਗ ਹੋਣਗੇ, ਵੱਡੇ ਵੱਡੇ ਪਾਪ ਹੋਣਗੇ ਦੁਨੀਆ ਦੇ ਵਿੱਚ। ਦੇਖੋ, ਇਹੀ ਕਾਰਨ ਹੈ ਦੁਨੀਆ ਦੇ ਵਿੱਚ, ਕਹਿੰਦੇ ਦੋ ਹੀ ਕਾਰਨ ਹੈ, ਇੱਕ ਜੀਭ ਹੈ, ਇੱਕ ਲਿੰਗ ਹੈ। ਬਸ ਇਹੀ ਦੋ ਚੀਜ਼ਾਂ ਕਰਕੇ ਸਾਰਾ ਸੰਸਾਰ ਗੁੰਮਰਾਹ ਹੋ ਕੇ ਪਰਮਾਤਮਾ ਨੂੰ ਭੁੱਲ ਜਾਏਗਾ। ਮਾਤ ਪਿਤਾ ਗੁਰ ਲੱਜਾ ਤਿਆਗੀ। ਦੇਖੋ, ਉਹ ਮਾਤਾ ਪਿਤਾ ਤੇ ਆਪਣੇ ਗੁਰੂ ਦੀ ਸ਼ਰਮ ਨੂੰ ਛੱਡ ਦੇਣਗੇ। ਕੋਈ ਸ਼ਰਮ ਨਹੀਂ ਹੋਗੀ ਆਪਣੇ ਮਾਤਾ ਪਿਤਾ ਦੀ ਜਾਂ ਆਪਣੇ ਗੁਰੂ ਦੀ। ਆਪਣੇ ਮਾਤਾ ਪਿਤਾ ਤੇ ਗੁਰੂ ਦੀ ਇੱਜ਼ਤ ਵੀ ਨਹੀਂ ਕਰਨਗੇ। ਆਪਣੇ ਜਿਹੜਾ ਹਨ ਉਹਨਾਂ ਨੂੰ ਜਿਹੜਾ ਡਿਊ ਰੈਸਪੈਕਟ ਵੀ ਨਹੀਂ ਦੇਣਗੇ। ਉਹਨਾਂ ਨੂੰ ਜਿਹੜਾ ਹੈ
ਉਹਨਾਂ ਨੂੰ ਤਿਰਸਕਾਰ ਕਰਨਗੇ ਵੀ ਇਹਨਾਂ ਨੂੰ ਜਿਵੇਂ ਟਿਸ਼ੂ ਪੇਪਰ ਵਰਤੀਦਾ ਹੈ ਨਾ, ਆਪਣੇ ਮਾਂ ਪਿਓ ਤੇ ਗੁਰੂ ਨੂੰ ਟਿਸ਼ੂ ਪੇਪਰ ਸਮਝ ਕੇ ਸੁੱਟ ਦੇਣਗੇ ਵੀ ਵਰਤ ਲਿਆ ਹੁਣ ਸੁੱਟ ਦੋ ਇਹਨੂੰ ਪਰੇ। ਇਨਕੇ ਬਸੀ ਹੋ ਹੈ ਅਨੁਰਾਗੀ, ਇਨਕੇ ਬਸੀ ਇਹਨਾਂ ਦੇ ਵਸ ਹੋ ਕੇ ਰਹਿਣਗੇ। ਜੀਵ ਦੇ ਸਵਾਦ ਤੇ ਲਿੰਗ, ਕਹਿਣਗੇ ਜਿਹੜਾ ਲਸਤ ਹੈ ਤੇ ਜਿਹੜਾ ਸਵਾਦ ਨੇ ਜੀਵ ਦੇ, ਇਹਦੇ ਵਿੱਚ ਫਸੇ ਰਹਿਣਗੇ ਸਾਰੀ ਉਮਰ, ਤੇ ਉਹਨਾਂ ਨੂੰ ਉਹੀ ਚੀਜ਼ ਪਿਆਰੀ ਹੋਵੇਗੀ, ਬਾਕੀ ਸਭ ਕੁਝ ਉਹਨਾਂ ਨੂੰ ਨਹੀਂ ਚੰਗਾ ਲੱਗਣਾ। ਤੇ ਦੇਖੋ ਦੈਟਸ ਨੋ ਐਂਡ, ਜੀਵ ਦਾ ਵੀ ਕੋਈ ਐਂਡ ਨਹੀਂ, ਇਹ ਲਿੰਗ ਦਾ ਵੀ ਕੋਈ ਐਂਡ ਨਹੀਂ ਹੈਗਾ। ਜਾਂ ਤੇ ਭੀ ਮਮ ਮਤ ਵਿਪਰੀਤਾ, ਇਸ ਕਰਕੇ ਕਹਿੰਦੇ ਮਮ ਮਤ ਵਿਪਰੀਤਾ, ਇਸ ਕਰਕੇ ਸਾਰਿਆਂ ਦੀ ਮਤ ਵਿਪਰੀਤ ਹੋ ਜਾਏਗੀ, ਭੈੜੀ ਹੋ ਜਾਏਗੀ, ਮਤ ਗੰਦੀ ਹੋ ਜਾਏਗੀ ਤੇ ਵਿਪਰੀਤ ਪਰਮਾਤਮਾ ਤੋਂ ਉਲਟੀ ਹੋ ਜਾਏਗੀ। ਕਿ ਤੁਮ ਸੋ ਛਲ ਹੋਏ ਨਿਰਭੀਤਾ, ਕੀ ਤੁਮ ਸੋ ਕਹਿਣ ਲੱਗੇ ਅਸੀਂ ਤੁਹਾਡੇ ਨਾਲ ਜਿਹੜਾ ਹੈ ਨਿਡਰ ਹੋ ਕੇ, ਕਹਿੰਦੇ ਐਸਾ ਜਿਹੜਾ ਅਸੀਂ ਕਿਉਂ ਕੀਤਾ ਤੁਹਾਡੇ ਨਾਲ, ਇਹ ਛਲ ਜਿਹੜਾ ਅਸੀਂ ਕੀਤਾ ਨਾ, ਐਸਾ ਛਲ ਇਹ ਕਲਯੁਗੀ ਜੀਵ ਤੁਹਾਡੇ ਨਾਲ ਵੀ ਕਰਨਗੇ। ਕਹਿੰਦੇ ਹੇ ਪਰਮਾਤਮਾ ਰੂਪ ਗੁਰੂ ਨਾਨਕ ਸਾਹਿਬ ਜੀ, ਲੋਕੀ ਤੁਹਾਡੇ ਨਾਲ ਵੀ ਧੋਖਾ ਕਰਨਗੇ, ਦਿਖਾਉਣਗੇ ਲੋਕਾਂ ਨੂੰ ਅਸੀਂ ਪਾਠ ਕਰਦੇ ਹਾਂ, ਅਸੀਂ ਪੂਜਾ ਕਰਦੇ ਹਾਂ, ਪਰ ਅੰਦਰੋਂ ਲਾਲਚ ਮਾਇਆ ਦਾ ਹੋਵੇਗਾ। ਕਹਿੰਦੇ ਲੋਕ ਦਿਖਾਵੇ ਵਾਸਤੇ ਕਰਨਗੇ, ਕੀਰਤਨ ਕਰਨਗੇ, ਕਥਾ ਕਰਨਗੇ, ਪਾਠ ਪੂਜਾ ਕਰਨਗੇ, ਪੂਜਾ ਜਿਹੜੀ ਹੈ ਮੰਦਰਾਂ ਵਿੱਚ ਵੱਡੇ ਵੱਡੇ ਕਰਨ, ਨਮਾਜ਼ਾਂ ਪੜ੍ਹਨਗੇ ਲੋਕ ਜਿਹੜੇ ਹਨ ਚਰਚ ਵਿੱਚ ਜਾ ਕੇ, ਹਾਂਜੀ ਉਹ ਉੱਥੇ ਵੀ ਜਾ ਕੇ ਪੂਜਾ ਕਰਨਗੇ, ਪਰ ਕਹਿੰਦੇ ਅੰਦਰੋਂ ਲਾਲਚ ਹੋਵੇਗਾ। ਕਹਿੰਦੇ ਇਹ ਜਿਹੜਾ ਹੈ ਨਿਰਭੈਤਾ, ਕਹਿੰਦੇ ਸੱਚਮੁੱਚ ਕਰਨਗੇ, ਹਿਪੋਕ੍ਰੇਸੀ ਜਿਹੜੀ ਹੈ ਪ੍ਰਗਟ ਕਰਕੇ ਕਰਨਗੇ, ਸ਼ਰਮ ਨਹੀਂ ਉਹਨਾਂ ਨੂੰ ਕੋਈ ਵੀ ਆਵੇਗੀ ਕਿ ਅਸੀਂ ਧੋਖਾ ਕਰ ਰਹੇ ਹਾਂ। ਉਹਨਾਂ ਨੂੰ ਇਹ ਗੱਲ ਦਾ ਫੀਲ ਵੀ ਨਹੀਂ ਹੋਵੇਗਾ ਕਿ ਅਸੀਂ ਕਿਹਦੇ ਨਾਲ ਧੋਖਾ ਕਰ ਰਹੇ ਹਾਂ। ਛਿਮਾ ਕਰਨ ਕੋ ਬਿਰਦ ਤੁਮਾਰਾ, ਪਰ ਮਹਾਰਾਜ ਕਲਯੁਗ ਕਹਿੰਦੇ ਹੱਥ ਜੋੜ ਕੇ, ਹੇ ਪਰਮਾਤਮਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਤੁਹਾਡਾ ਬਿਰਧ ਸੁਭਾਅ ਹੈ ਕਿ ਤੁਸੀਂ ਸਾਨੂੰ ਛਿਮਾ ਕਰਨ ਵਾਲੇ ਹੋ, ਤੁਸੀਂ ਮੁਆਫੀ ਦੇਣ ਵਾਲੇ ਹੋ, ਬਖਸ਼ਣ ਵਾਲੇ ਹੋ, ਤੁਸੀਂ ਪਰਮ ਪੁਰਖ ਹੋ ਮਹਾ ਉਧਾਰਾ, ਮਹਾਰਾਜ ਤੁਸੀਂ ਪਰਮ ਪੁਰਖ ਹੋ, ਤੁਸੀਂ ਸ੍ਰਿਸ਼ਟ ਪੂਰਖ ਨਰਕਾਂ ਤੋਂ ਰੱਖਣ ਵਾਲੇ ਹੋ। ਹੇ ਪਰਮਾਤਮਾ ਰੂਪ ਗੁਰੂ ਨਾਨਕ, ਤੁਸੀਂ ਸ੍ਰਿਸ਼ਟ ਕਰਕੇ ਜਿਹੜਾ ਹੈ ਸਾਰੀਆਂ ਪੂਰੀਆਂ ਦੁਨੀਆ ਨੂੰ ਰੱਖਣ ਵਾਲੇ ਹੋ ਪਾਤਸ਼ਾਹ, ਤੁਸੀਂ ਬੜੇ ਜਨਰਸ ਹੋ, ਇਸ ਕਰਕੇ ਤੁਹਾਡੀ ਜਨਰਸਿਟੀ ਦੇ ਵਿੱਚ ਹੀ ਪਾਤਸ਼ਾਹ ਸਾਨੂੰ ਮਾਫ ਕਰ ਦਿਓ ਕਲਯੁਗੀ ਜੀਵਾਂ ਨੂੰ। ਸੁਣ ਕਰ ਇਉਂ ਬੋਲੇ ਜਗਤੇਸਾ, ਇਹ ਗੱਲ ਕਲਯੁਗ ਦੀ ਸੁਣ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਜਗਤ ਦੇ ਇਸ ਜਗਤ ਦੇ ਸਵਾਮੀ ਬੋਲੇ, ਉਹ ਤਵ ਨਾਮ ਕੌਣ ਹੈ ਦੇਸਾ, ਕਹਿਣ ਲੱਗੇ ਦੱਸ ਫਿਰ ਤੇਰਾ ਨਾਮ ਕੀ ਹੈ। ਮਹਾਰਾਜ ਨੇ ਪੁੱਛਿਆ ਕਿਉਂਕਿ ਭਾਈ ਬਾਲਾ ਤੇ ਮਰਦਾਨੇ ਨੂੰ ਦੱਸਣਾ ਸੀਗਾ ਤੇ ਆਪਾਂ ਨੂੰ ਵੀ ਦੱਸਣਾ ਸੀਗਾ ਇਹ ਕਥਾ ਦੇ ਵਿੱਚ। ਸੋ ਮਹਾਰਾਜ ਨੇ ਪੁੱਛਿਆ, ਕਹਿੰਦਾ ਤੇਰਾ ਨਾਮ ਕੀ ਹੈ, ਤੂੰ ਕਿਹੜੇ ਦੇਸ਼ ਵਿੱਚ ਰਹਿਣ ਵਾਲਾ ਹੈ, ਕੌਣ ਕਾਜ ਹਿਤ ਚੱਲ ਕਰ ਆਇਓ, ਕਿਹੜਾ ਤੇਰਾ ਕਾਰਜ ਹੈ, ਕਿਹੜੇ ਕੰਮ ਕਰਕੇ ਤੂੰ ਸਾਡੇ ਕੋਲ ਚੱਲ ਕੇ ਆਇਆ ਹਾਂ, ਇਸ ਪ੍ਰਕਾਰ ਕਿਉਂ ਕਪਟ ਦਿਖਾਇਓ, ਕਿਉਂ ਤੂੰ ਐਸਾ ਕਪਟ ਸਾਨੂੰ ਦਿਖਾਉਣਾ ਕੀਤਾ, ਕਿਉਂ ਐਸਾ ਤੂੰ ਜਿਹੜਾ ਧੋਖਾ ਸਾਨੂੰ ਦਿਖਾਇਆ, ਇੰਨਾ ਡਰ ਦਿਖਾਇਆ, ਪਰ ਹੈ ਸਭ ਕੁਝ ਝੂਠਾ ਸੀਗਾ, ਇਹ ਡਰਾਉਣ ਵਾਸਤੇ ਐਸਾ ਡਰਾਮਾ ਕਿਉਂ ਬਣਾਇਆ ਸੀ। ਸੁਨੋ ਗੁਰੂ ਜੀ ਕਲਯੁਗ ਨਾਮੂ, ਕਲਯੁਗ ਨੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਦੇ ਰੂਪ ਵਿੱਚ ਇਹ ਕਿਹਾ, ਕਹਿੰਦੇ ਮਹਾਰਾਜ ਸੁਣੋ ਗੁਰੂ ਜੀ, ਮੇਰਾ ਨਾਂ ਕਲਯੁਗ ਨਾਮੋ, ਮੈਨੂੰ ਕਲਯੁਗ ਕਹਿੰਦੇ ਹਨ, ਦਰਸ਼ਨ ਕਰਬੇ ਕੋ ਮਮ ਕਾਮੂ, ਮੈਂ ਇੱਥੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹਾਂ, ਇਹੀ ਮੇਰਾ ਕੰਮ ਸੀ ਇੱਥੇ ਆਉਣ ਦਾ। ਨਮੋ ਕਰਨ ਰਾਵਰ ਕੋ ਆਇਓ, ਮੈਂ ਤੁਹਾਨੂੰ ਨਮਸਕਾਰ ਮੱਥਾ ਟੇਕਣ ਵਾਸਤੇ ਆਇਆ ਹਾਂ, ਪਰਖਣ ਹਿਤ ਮੈਂ ਕਪਟ ਦਿਖਾਇਓ, ਮੈਂ ਕਪਟ ਕਿਉਂ ਦਿਖਾਇਆ, ਮੈਂ ਤੁਹਾਨੂੰ ਪਰਖਣਾ ਸੀ, ਤੁਹਾਨੂੰ ਟੈਸਟ ਕਰਨਾ ਸੀ ਵੀ ਤੁਸੀਂ ਸੱਚੇ ਹੋ ਜਾਂ ਝੂਠੇ ਹੋ। ਮੈਂ ਇਹੀ ਦੇਖਣਾ ਚਾਹੁੰਦਾ ਸੀ ਵੀ ਤੁਹਾਡੇ ਅੱਖਾਂ ਵਿੱਚ ਡਰ ਆਉਂਦਾ ਕਿ ਨਹੀਂ ਆਉਂਦਾ। ਸ੍ਰੀ ਗੁਰ ਕਹੈ ਭਨੋ ਨਿਜ ਲੱਛਣ, ਸੋ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਕਲਯੁਗ ਤੂੰ ਆਪਣੇ ਲੱਛਣ ਦੱਸ, ਤੂੰ ਆਪਣੇ ਕੈਰੈਕਟਰਿਸਟਿਕਸ ਦੱਸ ਵੀ ਤੂੰ ਕੌਣ ਹੈ, ਤੂੰ ਕੀ ਕਰੇਗਾ ਤੇ ਤੇਰਾ ਐਗਜ਼ਿਸਟੈਂਸ ਕਿੱਥੋਂ ਦੇਖਿਆ ਜਾ ਸਕਦਾ ਹੈ, ਕੋ ਤਵ ਸੈਨ ਸੰਗ ਵਿਚਛਣ, ਤੇ ਇਹ ਦੱਸ ਤੇਰੇ ਨਾਲ ਕੌਣ ਹੈ। ਤੇ ਤੂੰ ਕਹਿੰਦਾ ਤੇਰਾ ਰਾਜ ਹੈ, ਜਿਹਦਾ ਰਾਜ ਹੋਵੇ ਉਹਦੀ ਸੈਨਾ ਆਮੀ ਵੀ ਹੁੰਦੀ ਹੈ। ਕਹਿੰਦੇ ਕਿ ਤੂੰ ਦੱਸ ਤੇਰੀ ਆਮੀ ਕਿਹੜੀ ਹੈ, ਕਿਸ ਪ੍ਰਕਾਰ ਕੀ ਤੁਝ ਸਿਕਦਾਰੀ, ਤੇ ਤੇਰੀ ਸਰਦਾਰੀ ਕੈਸੀ ਹੈ, ਕੈਸਾ ਤੇਰਾ ਰਾਜ ਹੈ, ਇਹ ਰਾਜ ਵਿੱਚ ਤੇਰੀ ਸਰਦਾਰੀ ਕੈਸੀ ਹੈ, ਤੇਰਾ ਹੁਕਮ ਤੂੰ ਕਿਵੇਂ ਚਲਾਏਗਾ। ਸੁਣ ਕਲਯੁਗ ਪੁਨ ਗਿਰਾ ਉਚਾਰੀ, ਇਹ ਸੁਣ ਕੇ ਕਲਯੁਗ ਨੇ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਬੇਨਤੀ ਕੀਤੀ, ਕੂਰ ਸੂਰ ਸਭ ਕੇਰ ਅਗਾਰੀ, ਮਹਾਰਾਜ ਮੇਰੇ ਸੂਰਮੇ ਨੇ, ਮੇਰੇ ਵਾਰੀਅਰਸ ਨੇ, ਪਰ ਮੇਰਾ ਵਾਰੀਅਰ ਕੌਣ ਹੈ, ਕੂੜ ਝੂਠ, ਝੂਠ ਫਾਲਸਹੁਡ ਜਿਹੜਾ ਹੈ ਉਹ ਮੇਰੀ ਸੈਨਾ ਹੈ, ਮੇਰੇ ਵਾਰੀਅਰਸ ਹਨ ਸਾਰੇ। ਚਲਤ ਤੂੰ ਜਾ ਵੱਡ ਕਰਮ ਹੈ ਧਾਰੀ, ਕਹਿਣਗੇ ਚਲਤ
ਚੱਲਦੇ ਹਨ। ਮੇਰਾ ਕਲਯੁਗ ਦਾ ਝੰਡਾ ਲੈ ਕੇ ਮੇਰੀ ਸੈਨਾ ਇਸ ਤਰ੍ਹਾਂ ਕਰਕੇ ਚਲਦੀ ਹੈ, ਨਿਰਭੈ ਹੋ ਕੇ, ਨਿਡਰ ਹੋ ਕੇ ਚਲਦੀ ਹੈ, ਕਿਉਂਕਿ ਇਹ ਸਮਾਂ ਮੇਰਾ ਹੈ। ਹੁਣ ਮੋਹ ਨਾਮ ਸਭ ਕੋ ਭੂਪਾਲਾ। ਪਹਿਲੀ ਗੱਲ ਹੈ, ਮੇਰੇ ਰਾਜ ਵਿੱਚ ਜਿਹੜਾ ਹੈ ਰਾਜਾ ਕੌਣ ਹੈ? ਕਹਿੰਦੇ ਰਾਜਾ ਹੈ ਮੋਹ, ਅਟੈਚਮੈਂਟ ਜਿਹੜੇ ਹਨ, ਅਟੈਚਮੈਂਟ ਵਾਲੀ ਬਿਰਤੀ ਜਿਹੜੀ ਹੈ ਨਾ, ਜਿਹੜਾ ਆਪਾਂ ਆਪਣੇ ਆਪ ਨੂੰ ਅਟੈਚ ਕਰਦੇ ਹਾਂ, ਇਹ ਮੋਹ ਜਿਹੜਾ ਹੈ ਇਹ ਰਾਜਾ ਹੈ। ਕਲਯੁਗ ਵਿੱਚ ਰਾਜਾ ਜਿਹੜਾ ਹੈ ਮੋਹ ਹੈ। ਸੈਨਪਤ ਹਿੰਸਾ ਜੋ ਵਿਸਾਲਾ। ਹੁਣ ਸੈਨਾਪਤ ਜਿਹੜਾ ਜਨਰਲ ਹੈ, ਜਿਹੜਾ ਆਰਮੀ ਨੂੰ ਸੰਭਾਲਦਾ ਹੈ, ਆਰਮੀ ਦਾ ਹੈਡ ਜਨਰਲ ਹੈ, ਜਿਹਦੇ ਹੁਕਮ ਵਿੱਚ ਉਹ ਆਰਮੀ ਚਲਦੀ ਹੈ, ਉਹ ਕੌਣ ਹੈ? ਹਿੰਸਾ। ਹਿੰਸਾ ਕੀ ਹੈ? ਮਾਰਨਾ, ਹੱਤਿਆ ਕਰਨੀ, ਖੂਨ ਕਰਨਾ, ਮਾਰਨਾ, ਲਿਤਾੜਨਾ, ਕਿਸੇ ਨੂੰ ਫੋਰਸਫੁਲੀ ਮਾਰਨਾ, ਇਹਨੂੰ ਕਹਿੰਦੇ ਹਿੰਸਾ। ਹਿੰਸਾ ਕਹਿੰਦਾ ਮੇਰਾ ਜਨਰਲ ਹੈ। ਕਾਮ ਕ੍ਰੋਧ ਲੋਭ ਅਹੰਕਾਰਾ। ਹੁਣ ਦੇਖੋ, ਕਾਮ ਜਿਹੜਾ ਲਸਟ ਹੈ, ਕ੍ਰੋਧ ਐਂਗਰ, ਲੋਭ ਜਿਹੜਾ ਗ੍ਰਿਟ ਹੈ, ਅਹੰਕਾਰ ਜਿਹੜਾ ਪ੍ਰਾਈਡ ਹੈ, ਈਗੋ ਹੈ। ਸਭ ਜੋਧਾ ਇਹ ਗੱਜ ਅਸਵਾਰਾ। ਇਹ ਸਾਰੇ ਮੇਰੇ ਵੱਡੇ ਯੋਧੇ ਹਨ। ਮੇਰੇ ਯੋਧੇ ਹੁਣ ਦੇਖੋ, 4 ਪ੍ਰਕਾਰ ਦੀ ਆਰਮੀ ਹੁੰਦੀ ਹੈ। ਇੱਕ ਹਾਥੀਆਂ ਵਾਲੀ, ਦੂਸਰੀ ਹੁੰਦੀ ਹੈ ਚੈਰੀਅਟ ਵਾਲੀ ਜੋ ਰੱਥਾਂ ਤੇ ਚੜ੍ਹਦੇ ਹਨ, ਤੀਜੇ ਹੁੰਦੇ ਘੋੜਿਆਂ ਵਾਲੇ, ਚੌਥੇ ਹੁੰਦੇ ਹਨ ਪੈਦਲ। ਸੋ ਕਲਯੁਗ ਆਪਣੀ ਸੈਨਾ ਬਾਰੇ ਦੱਸਦਾ ਹੈ। ਪਹਿਲਾ ਹਾਥੀਆਂ ਵਾਲੀ, ਜਿਹੜੇ ਵੱਡੇ ਵੱਡੇ ਰਾਜੇ ਬਹਿੰਦੇ ਹਨ, ਜੋ ਜੰਗ ਵਾਸਤੇ ਜਾਂਦੇ ਨੇ, ਕਹਿੰਦੇ ਮੇਰਾ ਜਿਹੜਾ ਐਲੀਫੈਂਟ ਤੇ ਬੈਠਣ ਵਾਲੇ ਸਿਪਾ ਸਲਾਰ ਜਿਹੜੇ ਮੇਰੇ ਹਨ, ਉਹ ਕੌਣ ਨੇ? ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ। ਇਹ ਵੱਡੇ ਹਨ ਸਾਰੇ ਮੇਰੇ। ਮਤ ਸਰ ਨਿੰਦਾ ਪੁੰਨ ਬਟ ਪਾਰੀ। ਦੇਖੋ ਫਿਰ ਮਤ ਸਰ ਜਿਹੜਾ ਈਰਖਾ ਕਰਨੀ, ਦੂਸਰੇ ਦੀ ਨਿੰਦਿਆ ਕਰਨੀ, ਕਹਿੰਦੇ ਇਹ ਜਿਹੜਾ ਹਨ, ਫਿਰ ਧਾੜਾਬਾਜੀ ਕਰਨੀ, ਲੁੱਟਣਾ ਲੋਕਾਂ ਨੂੰ, ਇਹ 3 ਹੋ ਗਏ ਹੁਣ। ਹਾਂਜੀ, ਈਰਖਾ, ਨਿੰਦਿਆ ਤੇ ਲੁੱਟਮਾਰ ਕਰਨੀ। ਤ੍ਰਿਸ਼ਨਾ ਤੇ ਸਭ ਰਥ ਅਸਵਾਰੀ। ਕਹੇਂਗੇ ਫਿਰ ਤ੍ਰਿਸ਼ਨਾ ਜਿਹੜੀ ਤਰਸਟ ਹੈ, ਤਰਸਟ ਫॉर ਮਟੀਰੀਅਲਸ ਆਫ ਦ ਵਰਲਡ, ਤਰਸਟ ਫॉर ਫੇਮ, ਤਰਸਟ ਫॉर ਵਡਿਆਈ, ਇਹ ਸਭ ਕੁਝ ਜਿਹੜਾ ਹੈ, ਕਹਿੰਦੇ ਇਹ ਤ੍ਰਿਸ਼ਨਾ ਜਿਹੜੀ ਹੈ, ਇਹ ਮੇਰੀ ਚੈਰੀਅਟ ਵਾਲੀ ਫੌਜ ਹੈ, ਜੋ ਚੈਰੀਅਟ ਤੇ ਚੜ ਕੇ ਜਾਂਦੀ ਹੈ। ਆਲਸ ਜੂਪ ਬਾਰ ਨਹੀਂ ਪਾਨਾ। ਫਿਰ ਹੁਣ ਦੇਖੋ, ਘੋੜ ਸਵਾਰ ਫੌਜ ਕਿਹੜੀ ਹੈ? ਕਹਿੰਦੇ ਆਲਸ, ਲੇਜ਼ੀ ਪੁਣਾ, ਜੂਪ ਜੁਆ ਖੇਡਣਾ, ਗੈਂਬਲ ਕਰਨਾ। ਦੇਖੋ, ਇਨਸਾਨ ਨੂੰ ਗੈਂਬਲ ਕਰਨ ਦਾ ਬੜਾ ਚਾਹ ਹੁੰਦਾ ਹੈ। ਸੋ ਗੈਂਬਲ ਕਰਨਾ, ਗੈਂਬਲ ਸਿਰਫ ਗੈਂਬਲਿੰਗ ਨਹੀਂ, ਗੈਂਬਲ ਹਰ ਇੱਕ ਸਮੇਂ ਵਿੱਚ ਗੈਂਬਲ ਕਰਨਾ, ਵੀ ਪਰਮਾਤਮਾ ਨੂੰ ਛੱਡ ਕੇ ਮੈਂ ਦੁਨੀਆ ਦੀ ਮਾਇਆ ਇਕੱਠੀ ਕਰਨਾ, ਇਹ ਗੈਂਬਲ ਆ ਨਾ। ਮਿਲਣਾ ਤਾਂ ਮੁਕਤੀ ਪਰਮਾਤਮਾ ਦੇ ਨਾਮ ਤੋਂ, ਆਪਾਂ ਗੈਂਬਲ ਕੀਤਾ ਜੀ, ਮਾਇਆ ਇਕੱਠੀ ਕਰ ਲਈ। ਸੋ ਕਹਿੰਦੇ ਬਰਨੀ ਪਾਣਾ, ਸੋ ਜਿਹੜਾ ਹੈ ਸ਼ਰਾਬ ਪੀਣਾ, ਸ਼ਰਾਬ ਵਾਲੀਆਂ ਚੀਜ਼ਾਂ, ਨਸ਼ਈ ਚੀਜ਼ਾਂ ਪੀਣੀਆਂ ਤੇ ਖਾਣੀਆਂ, ਜਿਹਦੇ ਕਰਕੇ ਆਪਣੇ ਆਪ ਨੂੰ ਸੁੱਖ ਦੇਣਾ, ਸਮਝਣਾ ਕਿ ਮੈਂ ਸੁੱਖ ਦੇ ਰਿਹਾ ਹਾਂ। ਸੋ ਡਰੱਗਸ ਖਾ ਲੈਣੇ। ਸੋ ਇਹ ਨਸ਼ਈ ਚੀਜ਼ਾਂ ਜਿਹੜੀਆਂ ਹਨ ਸਾਰੀਆਂ 3। ਦੁਰਾਚਾਰ ਸਭ ਚੜੇ ਕੇ ਕਾਨਾ। ਸੋ ਦੁਰਾਚਾਰ ਕਰਨਾ, ਦੁਰਾਚਾਰ ਹੁੰਦਾ ਭੈੜਾ ਆਚਾਰ ਕਰਨਾ, ਭੈੜੀ ਤਰ੍ਹਾਂ ਵਰਤਣਾ, ਪਾਪ ਕਰਨਾ। ਸੋ ਇਹ ਹੋ ਗਿਆ ਜੀ ਲੇਜ਼ੀ ਪੁਣਾ, ਗੈਂਬਲ ਕਰਨਾ, ਜਿਹੜੀਆਂ ਨਸ਼ਈ ਚੀਜ਼ਾਂ ਖਾਣੀਆਂ ਪੀਣੀਆਂ, ਤੇ ਚੌਥਾ ਹੋ ਗਿਆ ਜਿਹੜਾ ਦੁਰਾਚਾਰ, ਇਹ ਭੈੜੇ ਕਰਮ ਕਰਨੇ। ਕਹਿੰਦੇ ਇਹ ਮੇਰੀ ਘੋੜ ਸਵਾਰ ਫੌਜ ਹੈ। ਮਮਤਾ ਬਿਸਿਨ ਆਸਾ ਜੋਏ। ਹੁਣ ਦੇਖਣਾ, ਜਿਹੜੀ ਪੈਦਲ ਤੁਰਨ ਵਾਲੀ ਫੌਜ ਕਿਹੜੀ ਹੈ, ਜਿਹੜੀ ਵਾਕਿੰਗ, ਜਿਹੜੀ ਹਨ ਤੁਰ ਕੇ ਜਾਂਦੀ ਹੈ, ਤੇ ਕਹਿੰਦੇ ਉਹ ਹੈ ਪਹਿਲੀ ਮਮਤਾ, ਦੂਜਾ ਵਿਸ਼ਯਨ, ਵਿਸ਼ਿਆਂ ਦੀ ਆਸਾ ਕਰਨੀ, ਕਾਮ ਕ੍ਰੋਧ ਲੋਭ ਮੁਹਾਰ ਦੇ ਵਿਸ਼ੇ, ਜਾਂ ਸ਼ਬਦ ਸਪਰਸ਼ ਰਸ ਰੂਪ ਤੇ ਗੰਧ, ਇਹ ਜਿਹੜੇ 5 ਸੈਂਸਰੀ ਔਰਗਨਸ ਹਨ, ਇਹਨਾਂ ਦੇ ਵਿਸ਼ੇ ਜਿਹੜੇ ਹਨ, ਇਹਨਾਂ ਦੇ ਵਿੱਚ ਆਸਾ ਰੱਖਣੀ ਕਿ ਮੇਰੀ ਇਹ ਪੂਰੀ ਹੋ ਜਾਵੇ, ਉਹ ਪੂਰੀ ਹੋ ਜਾਵੇ। ਫਿਰ ਚੋਰੀ ਪੈਦਲ ਲਖੀਏ ਸੋਏ। ਚੋਰੀ ਕਰਨੀ, ਚੋਰੀ ਉਹ ਹੁੰਦੀ ਹੈ ਸਮੇਂ ਦੀ ਚੋਰੀ, ਪਰਮਾਤਮਾ ਦਾ ਨਾਮ ਨਹੀਂ ਜਪਣਾ। ਤੇ ਜਿਹੜਾ ਹਨ ਫਿਰ ਧਨ ਦੀ ਚੋਰੀ ਹੁੰਦੀ ਹੈ, ਕਿਸੇ ਦਾ ਧਨ ਚੁਰਾ ਲੈਣਾ। ਸੋ ਜਿਹੜਾ ਹਨ ਚੋਰੀ, ਕਿਸੇ ਦੀ ਜਿਹੜੀ ਵਡਿਆਈ ਚੁਰਾ ਲੈਣੀ। ਸੋ ਜਿਹੜੀ ਹਨ ਕਈ ਤਰ੍ਹਾਂ ਦੀਆਂ ਚੋਰੀਆਂ ਹਨ। ਸੋ ਇੱਕ ਫਿਜ਼ੀਕਲ ਜਿਹੜੇ ਹਨ ਪਦਾਰਥਾਂ ਦੀ ਚੋਰੀ ਕਰਨੀ। ਸੋ ਕਹਿੰਦੇ ਮਮਤਾ, ਵਿਸ਼ਿਆਂ ਦੀ ਆਸਾ ਕਰਨੀ, ਚੋਰੀ ਕਰਨੀ, ਇਹ ਪੈਦਲ ਫੌਜ ਹੈ ਮੇਰੀ। ਦੋਹਰਾ ਔਰ ਗਣਨ ਕਹਿ ਲਗ ਕਰੋ, ਜੋ ਚਤੁਰੰਗਨ ਸੈਨ। ਹੁਣ ਕਲਯੁਗ ਕਹਿੰਦਾ ਮੈਂ ਹੋਰ ਕਿੰਨਾ ਕੁ ਤੁਹਾਨੂੰ ਦੱਸਾਂ, ਇਹ ਮੇਰੀ 4 ਪ੍ਰਕਾਰ ਦੀ ਸੈਨਾ ਹੈ, ਇਹ ਤੋਂ ਵੱਧ ਵੀ ਮੇਰੇ ਕੋਲ ਬਹੁਤ ਕੁਝ ਹੈ। ਚੱਡ ਦੌਰ ਹੈ ਜਿਸ ਦਿਸ਼ਾ ਕੋ ਮਾਰ ਕਰ ਹੈ ਬਿਨ ਚੈਨ। ਮੇਰੀ ਫੌਜ ਜਿੱਥੇ ਵੀ ਜਾਂਦੀ ਹੈ ਨਾ, ਕਹਿੰਦੇ ਹਾਰਦੀ ਨਹੀਂ। ਕਲਯੁਗ ਕਹਿੰਦਾ ਜਿੱਤ ਕੇ ਹੀ ਆਉਂਦੀ। ਵੱਡੇ ਵੱਡੇ ਵੀ ਹਾਰ ਜਾਂਦੇ ਨੇ, ਵੱਡੇ ਵੱਡੇ ਵੀ ਆਪਣਾ ਧਰਮ ਛੱਡ ਜਾਂਦੇ ਨੇ, ਵੱਡੇ ਵੱਡੇ ਵੀ ਜਿਹੜਾ ਆਪਣਾ ਈਮਾਨ ਛੱਡ ਜਾਂਦੇ ਨੇ, ਵੱਡੇ ਵੱਡੇ ਵੀ ਬੰਦੇ ਜਿਹੜੇ ਹਨ ਉਹ ਆਪਣੇ ਆਪ ਨੂੰ ਅਖਾਉਣ ਵਾਲੇ, ਉਹ ਵੀ ਗੋਡਿਆਂ ਤੇ ਆ ਡਿੱਗਦੇ ਹਨ ਮੇਰੇ ਸਾਹਮਣੇ। ਚੌਪੇ ਇਨ ਆਗੈ ਨਹਿ ਥਿਰ ਹੋਇ ਕੋ। ਦੇਖੋ ਮੇਰੀ ਫੌਜ ਦੇ ਅੱਗੇ ਕੋਈ ਖੜ ਕੇ ਲੜ ਨਹੀਂ ਸਕਦਾ। ਮੇਰੀ ਫੌਜ ਬੜੀ ਤਕੜੀ ਹੈ, ਇਹ ਜਿਹੜੀ ਅਨਡਿਫੀਟੇਬਲ ਹੈ,
ਇਹਨੂੰ ਕੋਈ ਡਿਫੀਟ ਨਹੀਂ ਕਰ ਸਕਦਾ। ਕੋਟ ਮੱਧੇ ਵਿਰਲਾ ਕੋ ਹੋ। ਦੇਖੋ ਕੋਈ ਵਿਰਲਾ ਹੀ ਹੋਗਾ ਜਿਹੜਾ ਮੈਨੂੰ ਜਿੱਤੇਗਾ, ਮੈਨੂੰ ਕੋਈ ਆਮ ਖਾਸ ਕੋਈ ਨਹੀਂ ਕੋਈ ਜਿੱਤ ਸਕਦਾ। ਕਹਿੰਦੇ ਮੈਂ ਬੰਦੇ ਦੀਆਂ ਲੋੜਾਂ ਇੰਨੀਆਂ ਵਧਾ ਦਿੰਦਾ ਹਾਂ ਕਿ ਮੇਰੇ ਬਗੈਰ ਉਹਨੂੰ ਜਿਉਣਾ ਔਖਾ ਹੋ ਜਾਂਦਾ ਹੈ। ਅੱਜ ਲੋਕਾਂ ਨੂੰ ਕਹਿ ਦਿਓ ਨਿੰਦਿਆ ਛੱਡ ਦਿਓ, ਕਹਿੰਦਾ ਆਈ ਕੈਨਟ ਲਿਵ ਵਿਦਆਊਟ ਸਲੈਂਡਰਿੰਗ। ਜਿਹੜਾ ਹਾਂ ਕਹਿ ਦਈਏ ਜੀ ਵਿਸ਼ੇ ਵਿਕਾਰ ਛੱਡ ਦਿਓ, ਨਹੀਂ ਜੀ ਆਈ ਕੈਨੋਟ ਲਿਵ ਵਿਦਆਊਟ ਲਿਵਿੰਗ ਦ ਵਿਸ਼ੇ ਵਿਕਾਰ ਬਿਹਾਈਂਡ, ਮੈਂ ਨਹੀਂ ਹੋ ਸਕਦਾ। ਝੂਠ ਨਾ ਬੋਲ, ਕਹਿੰਦੇ ਕੈਨੋਟ ਸਰਵਾਈਵ, ਹੋ ਹੀ ਨਹੀਂ ਸਕਦਾ, ਬੋਲਣਾ ਪੈਂਦਾ ਹੈ। ਸੋ ਇਸ ਤਰ੍ਹਾਂ ਕਰਕੇ ਜਿਹੜੇ ਹਨ ਕਹਿੰਦੇ ਮੈਂ ਜਿੱਥੇ ਵੀ ਕਹਿੰਦਾ ਮੈਨੂੰ ਤਾਂ ਜਿੱਤਣ ਵਾਲਾ ਕੋਈ ਵਿਰਲਾ ਹੀ ਹੈ। ਜਗ ਮਹਿ ਕਰੀ ਲਥੇਰ ਪਥੇਰਾ। ਮੈਂ ਸੰਸਾਰ ਵਿੱਚ ਲੱਥੂ ਪੱਥੂ ਕਰ ਦੇਣਾ, ਸਭ ਕੁਝ ਤੋੜ ਭੰਨ ਦੇਣਾ ਸੰਸਾਰ ਵਿੱਚ। ਜਿਹੜਾ ਹੈ ਧਰਮ ਦਾ ਲੱਥੂ ਪੱਥੂ ਕਰ ਦੇਣਾ, ਕੋਈ ਧਰਮ ਨਹੀਂ ਰਹਿਣ ਦੇਣਾ ਦੁਨੀਆ ਵਿੱਚ। ਕਿਸਹੂ ਮਹਿ ਧੀਰਜ ਨਹਿ ਹੇਰਾ। ਦੇਖੋ ਮੈਂ ਕਿਸੇ ਵਿੱਚ ਅੱਜ ਤੱਕ ਉਨੀ ਧੀਰਜ ਨਹੀਂ ਦੇਖੀ ਜਿਹੜਾ ਕੋਈ ਮੇਰੇ ਸਾਹਮਣੇ ਆ ਕੇ ਲੜ ਸਕੇ ਕਲਯੁਗ ਵਿੱਚ। ਕੋਟ ਮਵਾਸੀ ਸਭ ਚੜ ਮਾਰੇ। ਦੇਖੋ ਕੋਟ ਜਿਹੜੇ ਕਿਲੇ ਹਨ, ਕਿਲਾ ਹੁੰਦਾ ਹੈ ਫੋਰਟ, ਮਵਾਸੀ ਹੁੰਦਾ ਹੈ ਜਿਹੜੇ ਬਗਾਵਤ ਕਰਦਾ ਹੈ, ਜਿਹੜੀ ਬਗਾਵਤ ਕਰਨ ਵਾਲੇ ਜਿਹੜੇ ਕਿਲੇ ਵਿੱਚ ਬੈਠੇ ਹੁੰਦੇ ਨਾ, ਕਹਿੰਦਾ ਮੈਂ ਕੋਈ ਵੀ ਕਿਲਾ ਨਹੀਂ ਛੱਡਿਆ। ਮਤਲਬ ਜੇ ਕੋਈ ਕਹਿੰਦਾ ਹੈ ਨਾ ਮੇਰੇ ਧਰਮ ਵਿੱਚ ਇਹ ਲਿਖਿਆ ਮੈਂ ਇਹ ਨਹੀਂ ਕਰਨਾ, ਕਲਯੁਗ ਕੋ ਇੰਨਾ ਪਾਵਰ ਹੈ, ਕਹਿੰਦਾ ਮੈਂ ਉਹਨਾਂ ਦਾ ਈਮਾਨ ਤੋੜ ਦੇਵਾਂਗਾ, ਮੈਂ ਉਹਨਾਂ ਦਾ ਭਰੋਸਾ ਤੋੜ ਦੇਵਾਂਗਾ, ਵੱਡੇ ਵੱਡਿਆਂ ਨੂੰ ਮੈਂ ਰਵਾ ਦੇਵਾਂਗਾ। ਕਹਿੰਦੇ ਮੈਂ ਉਹਨਾਂ ਨੂੰ ਹਰਾ ਕੇ ਜਾਂਦਾ ਹਾਂ, ਮੇਰੇ ਅੱਗੇ ਕੋਈ ਅੜ ਨਹੀਂ ਸਕਦਾ। ਕੌਣ ਹੈ ਠਾਂਡ ਭਇਓ ਸਭ ਹਾਰੇ। ਦੇਖੋ ਮੇਰੇ ਅੱਗੇ ਕੋਈ ਖੜ ਨਹੀਂ ਸਕਦਾ, ਸਾਰੇ ਹਾਰਦੇ ਹੀ ਹਨ। ਦੰਬ ਨਾਮ ਜੋ ਮੇਰੋ ਜੋਧਾ। ਦੇਖੋ ਮੇਰਾ ਇੱਕ ਹੋਰ ਯੋਧੇ ਨੇ ਜਿਹਦਾ ਨਾਂ ਹੈ ਹਿਪੋਕ੍ਰੇਸੀ, ਪਖੰਡ। ਪਖੰਡ ਮੇਰੇ ਵੱਡੇ ਯੋਧੇ ਨੇ। ਦੇਖੋ ਸਾਰੀ ਦੁਨੀਆ ਹੀ ਪਖੰਡ ਕਰਦੀ ਹੈ, ਹਿਪੋਕ੍ਰੇਸੀ, ਹਿਪੋਕ੍ਰੇਟ ਬਣਦੇ ਹਾਂ ਆਪਾਂ, ਹਿਪੋਕ੍ਰੇਟ ਹੀ ਕਰਦੇ ਹਾਂ, ਹੋਰ ਕੀ ਹੈ। ਅੰਦਰੋਂ ਬਾਹਰ ਕੁਝ ਹੋਰ, ਬਾਹਰ ਇੱਥੇ ਇਹ ਬਣ ਗਿਆ, ਕੋਈ ਸਾਧ ਬਣ ਗਿਆ, ਰਾਤ ਨੂੰ ਚੋਰ ਬਣ ਗਿਆ, ਇਹੀ ਕੁਝ ਤਾਂ ਆਪਾਂ ਕਰਦੇ ਹਾਂ। ਜੇ ਕੁਝ ਧਰਮ ਦਾ ਕੰਮ ਵੀ ਕਰੀਏ ਤਾਂ ਹਿਪੋਕ੍ਰੇਟ ਆ ਨਾ, ਦਿਖਾਉਣਾ ਬਹੁਤਾ ਜ਼ਿਆਦਾ, ਹੁੰਦੇ ਕੱਖ ਵੀ ਨਹੀਂ ਹੁੰਦੇ ਅੰਦਰੋਂ। ਸੋ ਇਸ ਤਰ੍ਹਾਂ ਕਰਕੇ ਜਿਹੜਾ ਦਿਖਾਵੇ ਦੀ ਇਹ ਦੁਨੀਆ ਹੈ, ਹਿਪੋਕ੍ਰੇਸੀ ਹੋਈ ਆਪਾਂ ਕਰਦੇ ਹਾਂ। ਕਰੇ ਦਿਗ ਬਿਜੈ ਰਿਦ ਧਰ ਕ੍ਰੋਧਾ। ਇਸ ਕਰਕੇ ਮੈਂ ਆਪਣੇ ਹਿਰਦੇ ਵਿੱਚ ਕ੍ਰੋਧ ਧਾਰ ਕੇ ਇਹ ਸੰਸਾਰ ਤੇ ਹਮਲਾ ਕਰਕੇ ਮੈਂ ਦਿਗ ਵਿਜੇ ਹੋ ਗਿਆ, ਮੈਂ ਚਾਰੇ ਪਾਸੇ ਦੁਨੀਆ ਦੇ ਜਿੱਤ ਲਏ। ਲੈ ਕਰ ਸੰਗ ਸਹਾਇਕ ਸੋ। ਮੈਂ ਕਹਿੰਦੇ ਮੈਂ ਉਹਨਾਂ ਨੂੰ ਆਪਣੀ ਸਹਾਇਤਾ ਵਿੱਚ ਲੈ ਕਰਕੇ, ਪਖੰਡ ਹਿਪੋਕ੍ਰੇਸੀ ਨੂੰ ਆਪਣੇ ਨਾਲ ਲੈ ਕਰਕੇ ਮੈਂ ਕਿਸੇ ਨੂੰ ਵੀ ਜਿੱਤਣ ਨਹੀਂ ਦਿੰਦਾ, ਸਾਰਿਆਂ ਨੂੰ ਹਰਾਉਂਦਾ ਹੀ ਹਾਂ। ਜਿਹੇ ਤੇ ਬਚਿਓ ਥਾਨ ਨਹਿ ਕੋ। ਜੇ ਕੋਈ ਮੇਰੇ ਤੋਂ ਬਚ ਜਾਵੇ ਤਾਂ ਉਹ ਕਿੱਥੇ ਜਾਏਗਾ, ਸਾਰਾ ਤਾਂ ਮੇਰਾ ਹੀ ਕਬਜ਼ਾ ਹੈ, ਭੱਜੇਗਾ ਕਿੱਥੇ ਕੋਈ। ਇਸ ਪ੍ਰਕਾਰ ਕੀ ਮਮ ਸਿਕਦਾਰੀ। ਦੇਖੋ ਮਹਾਰਾਜ ਇਸ ਤਰ੍ਹਾਂ ਦੀ ਮੇਰੀ ਸਿੱਖਦਾਰੀ ਹੈ, ਇਸ ਤਰ੍ਹਾਂ ਦਾ ਮੇਰਾ ਰਾਜ ਹੈ, ਮੈਂ ਕਿਸੇ ਨੂੰ ਵੀ ਭੱਜਣ ਨਹੀਂ ਦਿੰਦਾ, ਕਿਸੇ ਨਾ ਕਿਤੇ ਥਾਂ ਤੋਂ ਮੈਂ ਫਸਾਈ ਲੈਂਦਾ। ਦੇਖੋ ਨਾ ਇੱਕ ਬੰਦਾ ਜੇ ਮਾਇਆ ਨਹੀਂ ਚਾਹੁੰਦਾ, ਉਹਨੂੰ ਮਾਇਆ ਨਹੀਂ ਚਾਹੀਦੀ, ਪਰ ਉਹਨੂੰ ਜਿਹੜਾ ਵਡਿਆਈ ਵਿੱਚ ਫਸਾ ਲਈਦਾ ਹੁੰਦਾ ਹੈ। ਉਹਨੂੰ ਵਡਿਆਈ ਦੇ ਦਿਓ, ਉਹਨੂੰ ਪੈਸਾ ਨਾ ਦਿਓ, ਉਹ ਤਾਂ ਫਸ ਗਿਆ। ਸੋ ਇਸ ਤਰ੍ਹਾਂ ਕਰਕੇ ਦੇਖੋ ਬੰਦਾ ਕਿਵੇਂ ਨਹੀਂ ਫਸਦਾ ਜੀ, ਹਰ ਪਾਸੇ ਹੀ ਫਸ ਜਾਂਦਾ ਹੈ। ਸੁਨ ਸ੍ਰੀ ਨਾਨਕ ਗਿਰਾ ਉਚਾਰੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਸੁਣਿਆ ਨਾ ਕਲਯੁਗ ਤੋਂ, ਮਹਾਰਾਜ ਨੇ ਇਹ ਸ਼ਬਦ ਪੜਿਆ ਜਿਹੜਾ ਕਿ 902 ਅੰਗ ਤੋਂ ਲੈ ਕੇ 903 ਅੰਗ ਤੱਕ ਇਹ ਸ਼ਬਦ ਆਉਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸ੍ਰੀ ਮੁਖ ਵਾਕ ਜਿਸ ਸਿਕਦਾਰੀ ਤਿਸ ਹੈ ਖੁਆਰੀ, ਚਾਕਰ ਕੇਹੇ ਡਰਨਾ। ਮਹਾਰਾਜ ਦੇਖੋ ਕਿੰਨਾ ਸੋਹਣਾ ਇੱਕ ਰਿਐਲਿਟੀ ਉਸ ਦੇ ਮੂਹਰੇ ਰੱਖਦੇ ਹਨ। ਕਲਯੁਗ ਨੇ ਕਿਹਾ ਮੇਰੀ ਸਿਕਦਾਰੀ ਹੈ, ਮੈਂ ਸਰਦਾਰ ਹਾਂ ਦੁਨੀਆ ਦਾ, ਮੇਰਾ ਰਾਜ ਹੈ। ਮਹਾਰਾਜ ਕਹਿੰਦੇ ਜਿਸ ਸਿਕਦਾਰੀ, ਕਹਿੰਦੇ ਜਿਹੜੇ ਸਿਕਦਾਰੀ ਹੁੰਦੀ ਹੈ, ਜਿਹਦੀ ਸਰਦਾਰੀ ਹੁੰਦੀ ਹੈ, ਜਿਹਦਾ ਰਾਜ ਹੁੰਦਾ ਹੈ, ਉਹੀ ਖੁਆਰ ਹੁੰਦਾ ਹੈ, ਉਹੀ ਖੁਆਰੀ ਹੁੰਦੀ ਹੈ, ਉਹੀ ਬੰਦਾ ਭਟਕਦਾ ਹੈ। ਜਿਹਦੀ ਸਰਦਾਰੀ ਹੁੰਦੀ ਹੈ, ਦੁੱਖ ਵੀ ਫਿਰ ਉਹਨੂੰ ਹੀ ਆ ਕੇ ਘੇਰਦੇ ਹਨ। ਤੇ ਜਿਹੜੇ ਚਾਕਰ ਲੋਕ ਹੁੰਦੇ ਨਾ, ਜਿਵੇਂ ਸਰਵੈਂਟਸ ਹੁੰਦੇ ਹਨ, EMPLOYEES ਹੁੰਦੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਦੇਖੋ ਇੱਥੇ ਇੱਕ ਐਗਜ਼ਾਮਪਲ ਲੈ ਲਓ, ਜਿਵੇਂ ਗਵਰਨਮੈਂਟਸ ਹਨ ਨਾ, ਗਵਰਨਮੈਂਟਸ ਜਿਹੜੀਆਂ ਹਨ ਬਣਦੀਆਂ ਕਿਵੇਂ ਹਨ, ਪੋਲੀਟੀਸ਼ੀਅਨਸ ਦੇ ਨਾਲ। ਪੋਲੀਟੀਸ਼ੀਅਨਸ ਵੋਟਾਂ ਲੈ ਕੇ ਜਿੱਤ ਕੇ ਗਵਰਨਮੈਂਟ ਦੇ ਵਿੱਚ ਜਾ ਕੇ ਬਹਿ ਜਾਂਦੇ ਨੇ, ਤੇ ਗਵਰਨਮੈਂਟ ਦੇ ਵਿੱਚ ਜਦੋਂ ਬਹਿੰਦੇ ਹਨ ਉਹਨਾਂ ਦੇ ਮਿਨਿਸਟਰੀਜ਼ ਹੁੰਦੀਆਂ ਹਨ, ਡਿਪਾਰਟਮੈਂਟਸ ਹੁੰਦੇ ਹਨ। ਮਿਨਿਸਟਰੀ ਦੇ ਥੱਲੇ, ਡਿਪਾਰਟਮੈਂਟ ਦੇ ਥੱਲੇ ਬਹੁਤ ਸਾਰੇ EMPLOYEES ਹੁੰਦੇ ਹਨ, ਗਵਰਨਮੈਂਟ ਦੇ ਪਰਮਨੈਂਟ EMPLOYEES ਜਾਂ ਕੰਟਰੈਕਟ EMPLOYEES ਜਿਹੜੇ ਹੁੰਦੇ ਨੇ, ਉਹ ਆਪਣਾ ਕੰਮ ਕਰਦੇ ਨੇ। ਪੋਲੀਟੀਸ਼ੀਅਨਸ ਜਿਹੜੇ ਨੇ, ਜਿਹੜੇ ਹਨ ਜਦੋਂ ਵੋਟਾਂ ਪੈਂਦੀਆਂ ਨੇ 5 ਸਾਲ ਬਾਅਦ, 10 ਸਾਲ ਬਾਅਦ ਉਹ ਚੇਂਜ ਹੋ ਜਾਂਦੇ ਨੇ। ਪਰ ਜਿਹੜੇ ਅੰਦਰ EMPLOYEES ਬੈਠੇ ਹੁੰਦੇ ਨਾ, ਉਹ ਤਾਂ ਵੈਸੇ ਹੀ ਬੈਠੇ ਹੁੰਦੇ ਨੇ, ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ, ਉਹਨਾਂ ਨੂੰ ਇਹ ਵੀ ਕੋਈ ਆਸ ਨਹੀਂ ਹੁੰਦੀ ਕਿ ਮੈਨੂੰ ਕੋਈ ਵੋਟ ਪਾਵੇ ਚਾਹੇ ਨਾ ਪਾਵੇ। ਵੋਟਾਂ ਦਾ ਜਿਹੜਾ ਹੈ ਸਿਰਫ ਪੋਲੀਟੀਸ਼ੀਅਨਾਂ ਨੂੰ, ਲੀਡਰਾਂ ਨੂੰ ਇਹ ਗੱਲ ਦਾ ਫਿਕਰ ਹੁੰਦਾ ਹੈ। ਜਿਹੜੇ ਚਾਕਰ ਹੁੰਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਜਿਵੇਂ ਰਾਜੇ ਹੁੰਦੇ ਸਨ,
ਰਾਜੇ ਰਾਜ ਕਰਦੇ ਨੇ। ਹੁਣ ਰਾਜੇ ਦਾ ਅੱਗੇ ਪੁੱਤਰ ਆ ਗਿਆ, ਜਿਹੜਾ ਚਾਕਰ ਥੱਲੇ ਬੈਠਾ ਅਕਾਊਂਟਸ ਕਰ ਰਿਹਾ ਹੈ, ਹੋਰ ਕੰਮ ਕਰ ਰਿਹਾ, ਉਹਨੂੰ ਕੀ ਫਰਕ ਪੈਣਾ ਹੈ? ਇਸ ਕਰਕੇ ਮਹਾਰਾਜ ਕਹਿੰਦੇ ਤੂੰ, ਤੇਰੀ ਸਰਦਾਰੀ ਹੈ, ਤੂੰ ਆਪਣੇ ਆਪ ਨੂੰ ਸਰਦਾਰ ਬਣਾ ਲਿਆ ਹੰਕਾਰ ਕਰਕੇ ਕਲਯੁਗ ਦਾ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਤਾਂ ਉਸ ਪਰਮੇਸ਼ਰ ਦਾ ਚਾਕਰ ਹਾਂ, ਮੈਂ ਤਾਂ ਉਸ ਪਰਮੇਸ਼ਰ ਦਾ ਨੌਕਰ ਹਾਂ, ਮੈਨੂੰ ਕੀ ਫਰਕ ਪੈਂਦਾ ਹੈ? ਕੀ ਮੇਰਾ ਡਰਨਾ ਹੈ? ਮੈਂ ਤਾਂ ਨਹੀਂ ਕੋਈ ਚੀਜ਼ ਤੋਂ ਡਰਦਾ ਹੁਣ ਵੀ ਮੈਨੂੰ ਕੋਈ ਪੋਜੀਸ਼ਨ ਤੋਂ ਲਾ ਦੇਗਾ, ਕਿਉਂਕਿ ਚਾਕਰ ਦਾ ਪੋਜੀਸ਼ਨ ਹੀ ਐਸਾ ਹੈ ਜਿਹਦੇ ਵਿੱਚੋਂ ਕੋਈ ਲਾਭ ਨਹੀਂ ਸਕਦਾ। ਜਾ ਸਿਕਦਾਰੀ ਪਵੈ ਜੰਜੀਰੀ, ਜਿਹਦੀ ਸਿਕਦਾਰੀ ਹੁੰਦੀ ਆ ਜਿਹੜਾ ਹਨ, ਜਦੋਂ ਉਹਦਾ ਰਾਜ ਹਟਦਾ ਹੈ ਜਾਂ ਉਹਨੂੰ ਕੋਈ ਹੋਰ ਰਾਜਾ ਆ ਕੇ ਹਟਾਉਂਦਾ ਹੈ ਤਾਂ ਉਹਦੀਆਂ ਜੰਜੀਰਾਂ ਪੈ ਜਾਂਦੀਆਂ ਨੇ, ਉਹਨੂੰ ਬੰਨ ਕੇ ਜੇਲ੍ਹਾਂ ਵਿੱਚ ਬੰਦ ਕਰਕੇ ਖੁਆਰ ਕੀਤਾ ਜਾਂਦਾ ਹੈ। ਤਾਂ ਚਾਕਰ ਹੱਥੋਂ ਮਰਨਾ, ਤੇ ਫਿਰ ਜਦੋਂ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ, ਪਨਿਸ਼ਮੈਂਟ ਦਿੱਤਾ ਜਾਂ ਕੈਪੀਟਲ ਪਨਿਸ਼ਮੈਂਟ ਹੁੰਦਾ ਹੈ, ਤੇ ਫਿਰ ਉਹੀ ਜਿਹੜਾ ਸਿਕਦਾਰ ਹੁੰਦਾ ਹੈ, ਜਿਹੜਾ ਆਪਣੀ ਸਿਕਦਾਰੀ ਚਲਾਉਂਦਾ ਸੀ, ਉਹ ਮਰਦਾ ਕਿਹਦੇ ਹੱਥੋਂ ਆ? ਚਾਕਰਾਂ ਦੇ ਹੱਥੋਂ। ਫਿਰ ਉਹੀ ਜਲਾਦ ਬਣ ਕੇ ਉਸਨੂੰ ਮਾਰਦੇ ਹਨ। ਕਹਿੰਦੇ ਚਾਕਰਾਂ ਦੇ ਹੱਥੋਂ ਹੀ ਫਿਰ ਮਰਨਾ ਪੈਂਦਾ ਹੈ। ਇਸ ਕਰਕੇ ਕਲਯੁਗ ਨੂੰ ਕਹਿੰਦੇ ਤੂੰ ਬਹੁਤਾ ਹੰਕਾਰ ਨਾ ਕਰ, ਹੈ ਤਾਂ ਚਾਕਰਾਂ ਦੇ ਹੱਥ ਵਿੱਚ ਇਹ ਸਭ ਕੁਝ ਹੈ। ਦੋਹਰਾ ਤੂੰ ਜੇ ਭਇਆ ਸਿਕਦਾਰ ਜਗ, ਹਮ ਚਾਕਰ ਕਰਤਾਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿੰਨਾ ਸੋਹਣਾ ਬਚਨ ਕੀਤਾ। ਕਹਿੰਦੇ ਹੇ ਕਲਯੁਗ ਤੂੰ ਬਣਿਆ ਹੈ ਸਰਦਾਰ ਦੁਨੀਆ ਦਾ, ਮੈਂ ਤਾਂ ਚਾਕਰ ਬਣਿਆ ਆਪਣੇ ਸੁਆਮੀ ਪਰਮੇਸ਼ਰ ਦਾ। ਜਬ ਤੂੰ ਲੇਖਾ ਦੇਗੋ ਹੋਵੇਂ ਬਸੀ ਹਮਾਰ। ਦੇਖੋ ਜਦੋਂ ਤੈਨੂੰ ਲੇਖਾ ਦੇਣਾ ਪਿਆ ਨਾ, ਹੇ ਕਲਯੁਗ ਤੂੰ ਵਸ ਸਾਡੇ ਹੋਵੇਂਗਾ, ਤੂੰ ਸਾਡੇ ਵਸ ਵਿੱਚ ਫਿਰ ਆਏਗਾ, ਫਿਰ ਤੈਨੂੰ ਅਸੀਂ ਫੜਨਾ ਹੈ, ਸਾਡੀ ਡਿਊਟੀ ਹੋਗੀ ਤੈਨੂੰ ਅਰੈਸਟ ਕਰਨ ਦੀ। ਚੌਪਈ ਸੁਨ ਕਲਯੁਗ ਕਰ ਬੰਦਤ ਭਇਓ। ਦੇਖੋ ਮਹਾਰਾਜ ਨੇ ਇੱਥੇ ਇੱਕ ਹੋਰ ਵੀ ਗੱਲ ਦੱਸੀ ਹੈ ਕਿ ਮਹਾਰਾਜ ਕਹਿੰਦੇ ਦੇਖੋ ਕਲਯੁਗ ਤੂੰ ਜੋ ਮਰਜ਼ੀ ਕਰਨਾ ਕਰ ਲਾ, ਪਰ ਜਦੋਂ ਤੂੰ ਲੇਖਾ ਦੇਣਾ ਹੈ ਨਾ, ਕਿਉਂਕਿ ਗੁਰੂ ਨਾਨਕ ਆਪ ਪਰਮੇਸ਼ਰ ਰੂਪ ਹਨ, ਕਹਿੰਦੇ ਕਿ ਫੇਰ ਵੀ ਤੂੰ ਸਾਡੇ ਬਸ ਵਿੱਚ ਹੋਣਾ ਹੈ ਨਾ, ਤੇਰੇ ਸਮੇਂ ਕਰਕੇ ਤੈਨੂੰ ਪਾਵਰ ਦਿੱਤਾ ਗਿਆ, ਪਰ ਇਹ ਪਾਵਰ ਜਦੋਂ ਇੱਕ ਆ ਕੇ ਮੁੱਕਣਾ ਹੈ ਇੱਕ ਦਿਨ, ਤਾਂ ਤੂੰ ਫੇਰ ਸਾਡੇ ਵਸ ਵਿੱਚ ਆਏਗਾ। ਚੌਪੇ ਸੁਨ ਕਲਯੁਗ ਕਰ ਬੰਦਤ ਭਇਓ। ਇਹ ਗੱਲ ਸੁਣ ਕੇ ਕਲਯੁਗ ਨੇ ਮਹਾਰਾਜ ਨੂੰ ਮੱਥਾ ਟੇਕਿਆ, ਗੁਰੂ ਨਾਨਕ ਸਾਹਿਬ ਜੀ ਨੂੰ। ਦੀਨ ਹੋਏ ਬੋਲਨ ਅਸ ਕਹਿਓ। ਬਹੁਤ ਦੀਨ ਗਰੀਬ ਹੋ ਕੇ ਬੋਲਿਆ, ਗੁਰੂ ਨਾਨਕ ਸਾਹਿਬ ਨਾਲ ਬਚਨ ਕੀਤੇ। ਇਸੇ ਹੇਤ ਮੈਂ ਤੁਮ ਟਿਗ ਆਇਓ। ਕਲਯੁਗ ਕਹਿੰਦਾ ਇਸੇ ਕਰਕੇ ਤਾਂ ਮਹਾਰਾਜ ਮੈਂ ਤੁਹਾਡੇ ਕੋਲ ਆਇਆ। ਮੈਨੂੰ ਵੀ ਇਹ ਗੱਲ ਦੀ ਸਮਝ ਹੈ ਕਿ ਮੇਰਾ ਰਾਜ ਤਾਂ ਹਮੇਸ਼ਾ ਰਹਿਣਾ ਨਹੀਂ, ਮੈਂ ਤੁਹਾਡੇ ਵਸ ਵਿੱਚ ਜਾਵਾਂਗਾ, ਤੁਸੀਂ ਤਾਂ ਪਰਮੇਸ਼ਰ ਰੂਪ ਹੋ। ਸ੍ਰੀ ਨਾਨਕ ਤੁਮ ਨਾਮ ਧਰਾਇਓ। ਕਹਿਣ ਲੱਗੇ ਤੁਸੀਂ ਸ੍ਰੀ ਨਾਨਕ ਸ਼੍ਰੋਮਣੀ ਜਿਹੜਾ ਹਨ ਮਾਇਆ ਦੇ ਪਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪਣਾ ਨਾਮ ਧਰਾਇਆ ਹੈ। ਤੁਮ ਕਰਤਾਰ ਵਿਖੇ ਨਹਿ ਭੇਵਾ। ਮਹਾਰਾਜ ਤੁਹਾਡੇ ਵਿੱਚ ਤੇ ਕਰਤਾਰ ਪਰਮੇਸ਼ਰ 'ਚ ਕੋਈ ਫਰਕ ਨਹੀਂ। ਏਕ ਓੰਕਾਰ ਦੇਵ ਪਤ ਦੇਵਾ। ਕਹਿਣ ਲੱਗੇ ਤੁਸੀਂ ਆਪ ਦੇਵਤਿਆਂ ਦੇ ਵੀ ਪੂਜਨੀਕ ਹੋ, ਦੇਵਤਿਆਂ ਦੇ ਦੇਵਤੇ ਹੋ। ਸਤਿਗੁਰੂ ਜੀ ਤੁਸੀਂ ਇੱਕ ਓੰਕਾਰ ਉਹ ਪਰਮਾਤਮਾ ਦਾ ਆਪਣਾ ਹੀ ਸਰੂਪ ਹੋ। ਭੇਟਾ ਲੈਹੋ ਕਰਤਾਰਥ ਕਰੀਏ। ਮਹਾਰਾਜ ਮੇਰੇ ਤੋਂ ਇੱਕ ਭੇਟਾ ਲੈ ਲਓ, ਮੈਂ ਤੁਹਾਨੂੰ ਕੁਝ ਦੇਣਾ ਚਾਹੁੰਦਾ ਹਾਂ। ਆਈ ਵਾਂਟ ਟੂ ਗਿਵ ਯੂ ਅ ਗਿਫਟ। ਕਹਿੰਦੇ ਮਹਾਰਾਜ ਮੇਰੀ ਗਿਫਟ ਨੂੰ ਤੁਸੀਂ ਸਵੀਕਾਰ ਕਰੋ। ਗੁਨਾਹ ਕੀਏ ਸਗਰੇ ਪਹਿਰੀਏ। ਮਹਾਰਾਜ ਗੁਨਾਹ ਕੀਏ, ਮਹਾਰਾਜ ਮੇਰੇ ਗੁਨਾਹ ਜਿਹੜੇ ਮੇਰੇ ਕਸੂਰ ਜਾਂ ਮੇਰੀਆਂ ਗਲਤੀਆਂ ਮੇਰੇ ਪਾਪ ਮੈਂ ਕੀਤੇ ਉਹਨਾਂ ਨੂੰ ਤੁਸੀਂ ਮੁਆਫ ਕਰ ਦਿਓ। ਮਹਾਰਾਜ ਆਪਣੇ ਹਿਰਦੇ ਵਿੱਚ ਨਾ ਰੱਖਿਓ, ਮਨ ਵਿੱਚ ਨਾ ਰੱਖਿਓ ਮੇਰੀਆਂ ਗਲਤੀਆਂ। ਦੋਹਰਾ ਕੰਚਨ ਮੰਦਰ ਸੁੰਦਰੰ ਰਤਨ ਜੜੇ ਜਿਨ ਮਾਹੇ। ਦੇਖੋ ਹੁਣ ਕਲਯੁਗ ਨੇ ਕੀ ਆਫਰ ਕੀਤਾ। ਕਲਯੁਗ ਆਫਰ ਕਰਦਾ ਹੈ ਮਹਾਰਾਜ ਮੈਂ ਤੁਹਾਨੂੰ ਸੋਨੇ ਦੇ ਮੰਦਰ ਬਣਾ ਦਿੰਦਾ ਹਾਂ, ਜਿਨ੍ਹਾਂ ਦੇ ਅੰਦਰ ਜਿਹੜਾ ਬੜੇ ਸੁੰਦਰ ਮੰਦਰ ਬਣਾ ਕੇ ਰਹਿੰਦਾ ਹਾਂ, ਜਿਹਦੇ ਵਿੱਚ ਐਮਬੈਡਡ ਡਾਇਮੰਡਸ ਹੋਣਗੇ। ਮੋਤੀ ਕੀ ਤੋਰਨ ਰੁਚਰ ਅਤ ਸੁਗੰਧ ਹੋਇ ਜਾਹੇ। ਜਿਹਦੇ ਵਿੱਚ ਮੋਤੀਆਂ ਦੀਆਂ ਮਾਲਾ ਟੰਗੀਆਂ ਹੋਣਗੀਆਂ, ਬਜੰਤੀ ਮਾਲਾ ਜਿਵੇਂ ਹੁੰਦੀ ਆ ਘਰਾਂ ਵਿੱਚ ਲੱਗੀ ਹੋਈ, ਮੈਂ ਤੁਹਾਨੂੰ ਮੋਤੀਆਂ ਦੀਆਂ ਮਾਲਾ ਬਣਾ ਕੇ ਦਵਾਂਗਾ ਤੇ ਅਤੀ ਸੁਗੰਧੀ ਬਹੁਤ ਫ੍ਰੈਗਨੈਂਸ ਮੈਂ ਉੱਥੇ ਲਾਵਾਂਗਾ। ਚੌਪੇ ਕਸਤੂਰੀ ਕੁੰਗੂ ਛਿੜਕਾਵੋ। ਮਹਾਰਾਜ ਮੈਂ ਜਿਹੜਾ ਕਸਤੂਰੀ ਮਸਕ ਜਿਹੜਾ ਹੈ, ਕੁੰਗੂ ਜਿਹੜਾ ਸੈਫਰਨ ਹੈ ਜਾਂ ਜਿਹੜਾ ਜਿਹੜਾ ਹਨ, ਮੈਂ ਉਹ ਛਿੜਕਾਂਗਾ ਸਾਰੇ ਪਾਸੇ। ਚੰਦਨ ਕੇ ਸੁਭ ਲੇਪ ਕਰਾਵੋ। ਮੈਂ ਚੰਦਨ ਜਾਂ ਸੈਂਡਲਵੁੱਡ ਦਾ ਲੇਪ ਪਲਾਸਟਰਿੰਗ ਸਾਰੇ ਕਿਤੇ ਕਰਾਂਗਾ ਘਰ ਦੇ ਵਿੱਚ, ਜਿੱਥੇ ਸੁਗੰਧੀ ਹੀ ਆਉਂਦੀ ਰਵੇ। ਬੈਸਤ ਹੀ ਮਨ ਹੋਤ ਹੁਲਾਸਾ। ਜਿਹੜੇ ਘਰ ਵਿੱਚ ਬਹਿ ਕਰਕੇ ਹੀ ਬੰਦੇ ਨੂੰ ਸ਼ਾਂਤੀ ਮਿਲ ਜਾਵੇ, ਬਹਿੰਦਿਆਂ ਸਾਰ ਹੀ ਮਨ ਖੁਸ਼ ਹੋ ਜਾਵੇ। ਇਸ ਪ੍ਰਕਾਰ ਕੇ ਰੁਚਰ ਆਵਾਸਾ। ਮੈਂ ਐਸੇ ਸੁੰਦਰ ਘਰ ਤੁਹਾਡੇ ਵਾਸਤੇ ਬਣਾ ਕੇ ਦਵਾਂਗਾ। ਚਲੋ ਅਬੈ ਤਿਨ ਮੰਦਰ ਮਾਹੀ। ਮਹਾਰਾਜ ਮੈਂ ਹੁਣੇ ਬਣਾ ਦਿੰਦਾ, ਤੁਸੀਂ ਹੁਣੇ ਚੱਲੋ ਜਾ ਕੇ ਆਪਣੇ ਮੰਦਰਾਂ ਵਿੱਚ ਰਹੋ ਸੋਨੇ ਦੇ, ਜਿਹਦੇ ਵਿੱਚ ਮੋਤੀ ਜੜੇ ਜਿਹੜਾ ਮੋਤੀਆਂ ਦੀਆਂ ਮਾਲਾ ਹਨ, ਡਾਇਮੰਡਸ ਜੜੇ ਹੋਏ ਹਨ, ਐਸੇ ਮੰਦਰਾਂ ਵਿੱਚ ਮੈਂ ਤੁਹਾਨੂੰ ਹੁਣ ਲੈ ਕੇ ਜਾਂਦਾ ਹਾਂ। ਤੁਮ ਇੱਛਾ ਜੇ ਲਿਆਓ ਇਹਾਂ ਹੀ। ਮਹਾਰਾਜ ਜੇ ਤੁਹਾਡੀ ਇੱਛਾ ਹੋਵੇ ਤਾਂ ਮੰਦਰ ਮੈਂ ਇੱਥੇ ਲੈ ਕੇ ਆ ਜਾਂਦਾ, ਮੈਂ ਥੋੜਾ ਤੇ ਇੱਥੇ ਹੀ ਬਣਾ ਦਿੰਦਾ ਹਾਂ। ਲਿਹੋ ਉਪਾਇਨ
ਇਹ ਗੁਣ ਖਾਨੀ। ਮਹਾਰਾਜ ਮੇਰੇ ਤੋਂ ਇਹ ਭੇਟਾ ਤੁਸੀਂ ਕਬੂਲ ਕਰੋ, ਇਹ ਗੁਣਾ ਦੀ ਖਾਨ, ਗੁਣਾ ਦੇ ਟ੍ਰੈਸ਼ਰ, ਵਰਚੂਸ ਦੇ ਟ੍ਰੈਸ਼ਰ। ਸੁਨ ਸ੍ਰੀ ਨਾਨਕ ਉਚਰੀ ਬਾਣੀ। ਇਹ ਗੱਲ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ੍ਰੀ ਰਾਗ ਦੇ ਵਿੱਚ 14ਵੇਂ ਅੰਗ 14 ਦੇ ਵਿੱਚ ਸੁਸ਼ੋਭਿਤ ਹੈ। ਸ੍ਰੀ ਮੁਖਵਾਕ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ। ਮੋਤੀ ਤਾ ਮੰਦਰ ਊਸ ਰਹਿ ਰਤਨੀ ਤਾ ਹੋਏ ਜੜਾਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ ਸ੍ਰੀ ਰਾਗ ਦੇ ਵਿੱਚ, ਤੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਹੁਣ ਇਹ ਕਲਯੁਗ ਨੇ ਆਫਰ ਕੀਤਾ, ਮਹਾਰਾਜ ਜੀ ਕਹਿੰਦੇ ਹਨ ਮੋਤੀ ਤਾਂ ਮੰਦਰ ਉਸਰੈ, ਭਾਵੇਂ ਮੋਤੀ ਤਾਂ ਮੰਦਰ ਉਸਰੈ, ਜਿਹੜਾ ਮੋਤੀਆਂ ਦੀਆਂ ਮਾਲਾਂ ਨੂੰ ਲਾ ਕਰਕੇ ਸੋਨੇ ਦੇ ਮੰਦਰ ਜਿਹੜੇ ਬਣਾਏ ਜਾਣ, ਰਤਨੀ ਤਾ ਹੋਏ ਜੜਾਓ, ਜਿਹਦੇ ਵਿੱਚ ਰਤਨ ਜਿਹੜੇ ਹਨ, ਜਿਹੜੇ ਪ੍ਰੈਸ਼ਸ ਸਟੋਨਸ ਹਨ, ਡਾਇਮੰਡਸ ਹਨ, ਉਹ ਐਮਬੈਡਡ ਕੀਤੇ ਜਾਣ, ਉਹਨਾਂ ਦਾ ਜਿਹੜਾ ਹੈ ਉਹਨਾਂ ਦਾ ਪਾਊਡਰ ਬਣਾ ਕੇ ਉਸ ਜਿਹੜਾ ਹਨ ਸੋਨੇ ਦੇ ਵਿੱਚ ਉਹਦੇ ਸ਼ੇਪਸ ਬਣਾ ਕੇ ਸੁੰਦਰ ਬਣਾਏ ਜਾਣ। ਕਸਤੂਰ ਕੁੰਗੋ ਅਗਰ ਚੰਦਨ। ਤੋ ਦੇਖੋ ਕਸਤੂਰ ਹੋਇਆ, ਕਸਤੂਰੀ ਜਿਹੜਾ ਮਸਕ ਹੈ, ਕੁੰਗੂ ਜਿਹੜਾ ਹੈ, ਉਹ ਜਿਹੜਾ ਹੈ ਜਿਹੜਾ ਹੈ ਆਪਣਾ ਸੈਫਰਨ ਹੈ। ਕਹਿਣਗੇ ਫੇਰ ਅੱਗੇ ਜਿਹੜੀ ਚੀਜ਼ ਦੱਸੀ ਹੈ ਅਗਰ ਹੁੰਦੇ ਹਨ, ਜੋ ਜਿਹੜੇ ਦਰਖਤ ਹੁੰਦੇ ਹਨ ਜਿਨ੍ਹਾਂ ਦੇ ਵਿੱਚੋਂ ਸੁਗੰਧੀ ਨਿਕਲਦੀ ਹੈ, ਜਿਨ੍ਹਾਂ ਦੇ ਜਿਹੜਾ ਹਨ ਬਕ ਜਿਹੜੇ ਹੁੰਦੇ ਆ ਉਹਨਾਂ ਵਿੱਚੋਂ, ਜਾਂ ਜਿਹੜਾ ਉਹਨਾਂ ਦੇ ਵਿੱਚੋਂ ਕਈ ਤਰ੍ਹਾਂ ਦਾ ਗਮਸ ਆ ਜਾਂਦਾ ਹੈ, ਜਾਂ ਕੋਈ ਐਸੀ ਵਸਤੂ ਆਉਂਦੀ ਹੈ, ਉਹਨੂੰ ਸਾਨੂੰ ਅਗਰ ਕਹਿੰਦੇ ਹਨ, ਉਹ ਅਗਰ ਦੀ ਕੈਟਾਗਰੀ ਵਿੱਚ ਆਉਂਦੇ ਹਨ। ਤੇ ਕਹਿੰਦੇ ਅੱਗੇ ਚੰਦਨ ਹਨ ਜਿਹੜੇ, ਲੀਪ ਆਵੈ ਚਾਓ। ਲੀਪ ਸਾਰੇ ਘਰ ਵਿੱਚ ਉਸਦਾ ਲੇਪਣਾ ਪਲਾਸਟਰਿੰਗ ਕੀਤੀ ਜਾਵੇ। ਮਤ ਦੇਖ ਭੂਲਾ ਵੀਸਰੈ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮਤ ਦੇਖ ਭੂਲਾ ਵਿਸਰੈ। ਕਹਿਣ ਲੱਗੇ ਐਸਾ ਜਿਹੜਾ ਸੁੱਖ ਨੂੰ ਦੇਖ ਕਰਕੇ, ਐਸੀ ਸੁੰਦਰਤਾ ਨੂੰ ਦੇਖ ਕਰਕੇ, ਐਸੇ ਆਨੰਦ ਨੂੰ ਮਹਿਸੂਸ ਕਰਕੇ ਕਿਤੇ ਉਹ ਪਰਮੇਸ਼ਰ ਨਾ ਭੁੱਲ ਜਾਵੇ। ਤੇਰਾ ਚਿੱਤ ਨਾ ਆਵੈ ਨਾਉ। ਜੇ ਐਸਾ ਕੁਝ ਦੇਖਣ ਕਰਕੇ ਮਨ ਇਹ ਚੀਜ਼ਾਂ ਵਿੱਚ ਫਸ ਜਾਵੇ, ਇਹ ਚੀਜ਼ਾਂ ਦੇ ਵਿੱਚ ਹੀ ਆਪਣਾ ਸੁੱਖ ਦੇਖਣ ਲੱਗ ਜਾਵੇ, ਇਸ ਜਿਹੜਾ ਹਨ ਇਹ ਚੀਜ਼ਾਂ ਦੇ ਆਨੰਦ ਦੇ ਵਿੱਚ, ਹੇ ਪਰਮਾਤਮਾ ਤੇਰਾ ਚਿੱਤ ਨਾ ਆਵੈ ਨਾਉ, ਜੇ ਤੇਰਾ ਨਾਮ ਨਾ ਚਿੱਤ ਆਵੇ। ਜੇ ਇੰਨਾ ਸੁੱਖ ਪਾਉਂਦਿਆਂ ਹੋਇਆਂ ਵੀ ਐਡੇ ਜਿਹੜੇ ਹਨ ਅਲੱਭ ਜਿਹੜਾ ਹਨ ਐਸਾ ਦਾਤਾਂ ਪ੍ਰਾਪਤ ਕਰਕੇ, ਹੇ ਪਰਮਾਤਮਾ ਜੇ ਤੇਰਾ ਨਾਮ ਚਿੱਤ ਤੋਂ ਭੁੱਲ ਜਾਵੇ। ਹਰ ਬਿਨ ਜੀਓ ਜਲ ਬਲ ਜਾਓ। ਕਹਿਣਗੇ ਪਰਮਾਤਮਾ ਬਿਨਾ ਤਾਂ ਮੇਰਾ ਜੀਓ, ਮੇਰੀ ਜਾਨ ਉਹ ਤਾਂ ਜਿਹੜੀ ਸੜ ਬਲ ਜਾਂਦੀ ਹੈ, ਮੇਰਾ ਸੂਖਸ਼ਮ ਸਰੀਰ ਸੜ ਬਲ ਜਾਂਦਾ ਹੈ ਜਿੱਦਣ ਮੈਨੂੰ ਪਰਮੇਸ਼ਰ ਦਾ ਨਾਮ ਭੁੱਲਦਾ ਹੈ। ਅਸਲ ਵਿੱਚ ਦੁਨੀਆ ਦੇ ਸੁੱਖ ਜਿਹੜੇ ਹਨ ਇਹ ਤਾਂ ਉੱਪਰਲੇ ਸੁੱਖ ਹਨ, ਪਰ ਅੰਦਰੋਂ ਮੈਂ ਜਲ ਜਾਵਾਂਗਾ। ਇਹ ਮੈਂ ਜਿਹੜਾ ਹਨ ਇਹ ਚੀਜ਼ਾਂ ਦੇ ਮੋਹ ਕਰਕੇ ਮੇਰਾ ਜੀਵਨ ਸੜ ਜਾਏਗਾ। ਮੈਂ ਆਪਣਾ ਗੁਰ ਪੂਛ ਦੇਖਿਆ। ਮੈਂ ਆਪਣਾ ਜਿਹੜਾ ਹਨ ਗੁਰੂ ਪਰਮੇਸ਼ਰ ਤੋਂ ਪੁੱਛ ਕੇ ਲਿਆ ਹੈ। ਅਵਰ ਨਾਹੀ ਥਾਉ। ਹੋਰ ਕੋਈ ਥਾਂ ਨਹੀਂ, ਉਹ ਗੁਰੂ ਪਰਮੇਸ਼ਰ ਤੋਂ ਬਗੈਰ ਹੋਰ ਮੇਰਾ ਕੋਈ ਥਾਂ ਨਹੀਂ, ਉਹੀ ਥਾਂ ਮੇਰਾ ਹੈ ਜਿੱਥੇ ਮੇਰਾ ਪਰਮੇਸ਼ਰ ਵਸਦਾ ਹੈ। ਸੋ ਇਹ ਵਿਸਰਾਮ ਦੇ ਕੇ ਇੱਥੇ ਮਹਾਰਾਜ ਪਹਿਲੇ ਸ਼ਬਦ ਦੀ ਸਮਾਪਤੀ ਕਰਦੇ ਹਨ। ਕੁੰਡਲੀਆ ਛੰਦ ਪੁਨ ਕਲਯੁਗ ਬੋਲਤ ਭਇਓ, ਜੇ ਤੁਮ ਲਹੋ ਨਾ ਇਹ। ਸੋ ਉਦੋਂ ਫਿਰ ਕਲਯੁਗ ਬੋਲਿਆ। ਹੁਣ ਪਤਾ ਲੱਗ ਗਿਆ ਮਹਾਰਾਜ ਨਹੀਂ ਇੰਟਰਸਟਡ ਹੈਗੇ, ਮਹਾਰਾਜ ਨੇ ਨਹੀਂ ਲੈਣਾ ਜੋ ਉਸਨੇ ਆਫਰ ਕੀਤਾ ਹੈ। ਤਾਂ ਫਿਰ ਕਲਯੁਗ ਕਹਿੰਦਾ ਜੇ ਤੁਮ ਲੋਹੋ ਨਾ ਇਹ, ਕਹਿੰਦੇ ਜੇ ਤੁਸੀਂ ਇਹ ਨਹੀਂ ਲੈਣਾ ਤਾਂ ਫਿਰ ਦੇਵਾਂਗਨ ਸੁਭ ਲੀਜੀਏ ਜਿਨ ਅਤ ਸੁੰਦਰ ਦੇਹ। ਕਹਿਣ ਲੱਗੇ ਮਹਾਰਾਜ ਫਿਰ ਅਪਛਣਾ ਲੈ ਲਓ, ਮੈਂ ਤੁਹਾਨੂੰ ਐਂਜਲਸ ਲਿਆ ਕੇ ਦਿੰਦਾ ਹਾਂ। ਦੇਖੋ ਲੋਕ 72 ਐਂਜਲਸ ਵਾਸਤੇ, ਸਵਰਗਾਂ ਦੀ ਪ੍ਰਾਪਤੀ ਵਾਸਤੇ ਕੀ ਪਾਪ ਨਹੀਂ ਕਰਦੇ ਦੁਨੀਆ ਵਿੱਚ, ਕੀ ਉਪਦਰਵ ਨਹੀਂ ਕਰਦੇ ਲੋਕ ਦੁਨੀਆ ਦੇ ਵਿੱਚ। ਹਾਂਜੀ, ਸੋ ਇਸ ਤਰ੍ਹਾਂ ਕਰਕੇ ਕਹਿੰਦਾ ਵੀ ਅਪਛਣਾ ਮੈਂ ਲਿਆ ਕੇ ਤੁਹਾਨੂੰ ਦੇ ਦਿੰਦਾ ਹਾਂ ਜਿਹੜੇ ਕਿ ਬਹੁਤ ਹੀ ਸੁੰਦਰ ਹਨ। ਜਿਨ ਅਤ ਸੁੰਦਰ ਦੇਹ ਕਰੋ ਰਸ ਰੀਤ ਬਿਹਾਰਾ। ਮਹਾਰਾਜ ਉਹਨਾਂ ਨਾਲ ਤੁਸੀਂ ਪ੍ਰੇਮ ਕਰੋ, ਉਹਨਾਂ ਦੇ ਰਸ ਦੀਆਂ ਰੀਤਾਂ ਨੂੰ ਨਿਭਾਓ ਜਿਨ੍ਹਾਂ ਦੀ ਸੁੰਦਰਤਾ ਅਤ ਹੀ ਹੈ। ਸੁੰਦਰ ਜਹ ਪ੍ਰਿਯੰਕ ਲਾਲ ਜਲਤੀ ਜਨ ਚਾਰਾ। ਫਿਰ ਮਹਾਰਾਜ ਮੈਂ ਤੁਹਾਡੇ ਵਾਸਤੇ ਇੱਕ ਮੰਜਾ ਵੀ ਤਿਆਰ ਕਰਾਂਗਾ ਜਿਹਦੇ ਦੇ ਉੱਤੇ ਲਾਲ ਜਿਹੜੇ ਹਨ ਰੂਬੀਸ ਜੜੇ ਹੋਣ, ਜਿਹੜਾ ਸੋਨੇ ਦਾ ਬਣਿਆ ਹੋਇਆ ਬੜਾ ਅਦੁੱਤੀ ਇਹ ਜਿਹੜਾ ਹੈ ਮੰਜਾ ਮੈਂ ਬਣਾਉਂਗਾ ਤੁਹਾਡੇ ਵਾਸਤੇ, ਇਹ ਸੇਜਾ ਨੂੰ ਤਿਆਰ ਕਰਾਂਗਾ। ਕਿਤਕ ਕਾਲ ਤਿਨ ਮਹਿ ਰਹੋ ਲੇਹੋ ਭੇਟ ਗੁਣ ਖਾਨ। ਮਹਾਰਾਜ ਕੁਝ
ਕੁਝ ਕੁ ਸਮਾਂ ਜਿਹੜਾ ਹੈ ਇਹ ਜਿਹੜਾ ਹੈ ਤੁਸੀਂ ਉੱਥੇ ਵੀ ਬਿਤਾਉਣਾ ਕਰੋ, ਆਨੰਦ ਮਾਣੋ। ਇਹ ਭੇਟਾ ਮੈਥੋਂ ਲੈ ਲਓ ਗੁਣਾ ਦੀ ਖਾਨ। ਗੁਰੂ ਨਾਨਕ ਸਾਹਿਬ ਜੀ। ਸੁਨ ਸ੍ਰੀ ਨਾਨਕ ਜੀ ਤਬ ਹੈ ਕੀਨੇ ਬਚਨ ਬਖਾਨ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਸੁਣ ਕਰਕੇ ਕਲਯੁਗ ਨੂੰ ਹੁਣ ਇਹ ਦੂਸਰੀ ਪੌੜੀ ਦੇ ਵਿੱਚ ਮਹਾਰਾਜ ਨੇ ਉਪਦੇਸ਼ ਦਿੱਤਾ। ਧਰਤੀ ਤਾਂ ਹੀਰੇ ਲਾਲ ਜੜਤੀ। ਕਹਿੰਦੇ ਦੇ ਕਲਯੁਗ ਭਾਵੇਂ ਧਰਤੀ ਨੂੰ ਤੂੰ ਹੀਰਿਆਂ ਦੇ ਨਾਲ ਜੜ ਦੇ, ਪਲਗ ਲਾਲ ਜੜਾਓ। ਉੱਥੇ ਪਲੰਗ ਵੀ ਤੂੰ ਡਾ ਦੇ ਜਿਹੜਾ ਲਾਲ ਡਾਇਮੰਡਸ ਦੇ ਨਾਲ ਸੁੰਦਰ ਜਿਹੜਾ ਪ੍ਰੇਮ ਕਰਨ ਵਾਲਾ ਜਿਹੜਾ ਪਲੰਗ ਹੈ ਐਸਾ ਤੂੰ ਉੱਥੇ ਬਣਾ ਵੀ ਦੇ, ਤਿਆਰ ਵੀ ਕਰ ਦੇ। ਮੋਹਣੀ ਮੁਖ ਮਣੀ ਸੋ ਹੈ। ਦੇਖੋ ਮੋਹਣੀ ਮਨ ਨੂੰ ਮੋਹਣ ਵਾਲੀ, ਮਨ ਨੂੰ ਮੈਸਮਰਾਈਜ਼ ਕਰਨ ਵਾਲੀ, ਮਨ ਨੂੰ ਖਿੱਚਣ ਵਾਲੀਆਂ ਐਸੀ ਸੁੰਦਰਤਾ ਵਾਲੀਆਂ ਜਾਂ ਜਿਹੜੀਆਂ ਲੜਕੀਆਂ ਹਨ ਜਾਂ ਜਿਹੜੇ ਹਨ ਜਿਹੜਾ ਮਨ ਨੂੰ ਲਸਟਫੁਲ ਕਰਨ ਵਾਲੇ ਹਨ, ਜਿਹੜੀਆਂ ਕਰੇ ਰੰਗ ਪਸਾਓ। ਜਿਨ੍ਹਾਂ ਦਾ ਇਹਦੇ ਨਾਲ ਜਿਹੜਾ ਹਨ ਬੜਾ ਰੰਗ ਬੜਾ ਹੀ ਆਨੰਦ ਮਾਣਿਆ ਜਾ ਸਕਦਾ ਹੈ। ਮਤ ਦੇਖ ਭੂਲਾ ਵੀਸਰੈ। ਕਹਿਣਗੇ ਮਤ ਦੇਖ ਭੁੱਲਾਂ ਵਿਸਰੈ, ਕਿਤੇ ਇਹਨਾਂ ਵਿੱਚ ਪਰਤ ਕਰਕੇ ਇਹਨਾਂ ਵਿੱਚ ਫਸ ਕਰਕੇ ਕਿਤੇ ਮੇਰਾ ਪਰਮਾਤਮਾ ਜੇ ਮੈਨੂੰ ਭੁੱਲ ਜਾਵੇ। ਤੇਰਾ ਚਿੱਤ ਨਾ ਆਵੇ ਜੇ ਉਸ ਦਾ ਚਿੱਤ ਵਿੱਚ ਨਾਮ ਨਾ ਚੇਤੇ ਆਵੇ, ਕਹਿੰਦੇ ਫਿਰ ਉਹ ਯੂਸਲੈਸ ਹੈ, ਉਹ ਤੋਂ ਕੀ ਲੈਣਾ। ਮਤ ਦੇਖ ਕਹਿਣਗੇ ਐਸੀਆਂ ਚੀਜ਼ਾਂ ਨੂੰ ਨਹੀਂ ਦੇਖਣਾ ਚਾਹੀਦਾ। ਭੁੱਲਾ ਵਿਸਰੈ ਕਿਉਂਕਿ ਉਹ ਜਿਹੜਾ ਹਨ ਮਨ ਭੁੱਲ ਜਾਂਦਾ ਹੈ, ਪਰਮਾਤਮਾ ਵਿਸਰ ਜਾਂਦਾ ਹੈ। ਤੇਰਾ ਚਿੱਤ ਨਾ ਆਵੇ ਨਾਉ, ਜਿਹਦੇ ਕਰਕੇ ਪਰਮੇਸ਼ਰ ਦਾ ਨਾਮ ਭੁੱਲ ਜਾਵੇ, ਉਹ ਚੀਜ਼ ਤਾਂ ਭੈੜੀ ਹੈ, ਨਹੀਂ ਧਾਰਨ ਕਰਨੀ ਚਾਹੀਦੀ। ਕੁੰਡਲੀਆ ਛੰਦ ਕਲਯੁਗ ਬਹਰੋ ਬੋਲਿਓ ਇਨਕੀ ਚਾਹ ਜੇ ਨਾਹੇ। ਹੁਣ ਕਲਯੁਗ ਫੇਰ ਬੋਲਿਆ, ਕਹਿੰਦਾ ਭਾਈ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਕਿ ਜੇ ਤੁਹਾਨੂੰ ਇਹ ਨਹੀਂ ਚਾਹੀਦਾ ਤਾਂ ਫਿਰ ਨਵ ਨਿੱਧਾ ਤੁਮ ਲੀਜੀਏ ਸਿੱਧ 18 ਹੈ ਚਾਹੇ। ਕਹਿੰਦੇ ਕਿ ਤੁਹਾਨੂੰ ਨਵ ਨਿੱਧਾ 9 ਖਜ਼ਾਨੇ 9 ਟ੍ਰੈਸ਼ਰ ਦੁਨੀਆ ਦੇ ਤੁਹਾਨੂੰ ਮੈਂ ਦੇ ਦਿੰਦਾ ਹਾਂ, ਤੇ ਸਿੱਧ 18 ਚਾਹੇ 18 ਸਿੱਧੀਆਂ ਮੈਂ ਤੁਹਾਨੂੰ ਦੇ ਦਿੰਦਾ, ਪ੍ਰਦਾਨ ਕਰ ਦਿੰਦਾ ਹਾਂ। 18 ਸਿੱਧੀਆਂ ਜਿਹੜੀਆਂ ਹਨ ਉਹ ਕਿਹੜੀਆਂ ਹਨ? ਇੱਕ ਹੁੰਦੀ ਹੈ ਅਨਮਾ, ਸਰੀਰ ਨੂੰ ਛੋਟਾ ਕਰ ਲੈਣਾ, ਮਹਿਮਾ ਸਰੀਰ ਨੂੰ ਵੱਡਾ ਕਰ ਲੈਣਾ, ਤੇ ਹੁੰਦੀ ਹੈ ਜੇ ਅੱਗੇ ਗਰਮਾ ਸਰੀਰ ਨੂੰ ਭਾਰਾ ਕਰ ਲੈਣਾ, ਲਗਮਾ ਆਪਣੇ ਸਰੀਰ ਨੂੰ ਹੌਲਾ ਕਰ ਲੈਣਾ, ਤੇ ਜਿਹੜਾ ਪ੍ਰਾਪਤ ਮਨ ਦੀਆਂ ਇੱਛਾ ਜਿਹੜੀ ਵੀ ਮਨ 'ਚ ਇੱਛਾ ਆਵੇ ਉਹ ਪੂਰੀ ਹੋ ਜਾਣੀ। ਈਛਤਾ ਜਿਹੜਾ ਹਨ ਆਪਣੀ ਇੱਛਾ ਅਨੁਸਾਰ ਲੋਕਾਂ ਨੂੰ ਆਪਣੇ ਪਿੱਛੇ ਲਾ ਲੈਣਾ, ਇਹ 6ਵੀਂ ਹੋ ਗਈ। 7ਵੀਂ ਹੋ ਗਈ ਵਸੀਕਰਨ। ਵਸੀਕਰਨ ਉਹ ਹੈ ਜੋ ਕਿ ਸਾਰੇ ਹੀ ਪਦਾਰਥ ਜਾਂ ਸਾਰੀ ਦੁਨੀਆ ਦੇ ਜਿਨੇ ਜਾਨਵਰ ਹਨ ਜੀਵ ਆਪਣੇ ਪਿੱਛੇ ਲਾ ਲੈਣੇ, ਉਹਨਾਂ ਤੋਂ ਉਹ ਕੰਮ ਕਰਾ ਲੈਣਾ ਆਪਣੇ ਮਰਜ਼ੀ ਦਾ। ਸੋ ਫਿਰ ਅੱਗੇ ਆਉਂਦਾ ਹੈ ਅਨਰੂਪੀ, ਇਹ 8ਵਾਂ ਹੈ। ਸੋ ਕਹਿੰਦੇ ਭੁੱਖ ਪਿਆਸ ਤੇ ਜਿਹੜੀਆਂ ਦੁੱਖ ਹਨ ਤਕਲੀਫਾਂ ਹਨ ਇਹ ਕੋਲੇ ਨਹੀਂ ਆਉਣੀਆਂ, ਇਹਨਾਂ ਨੂੰ ਜਿਹੜਾ ਹਨ ਫੀਲ ਹੀ ਨਹੀਂ ਕਰਨਾ, ਇਹਨਾਂ ਨੂੰ ਦੂਰ ਕਰ ਦੇਣਾ। ਫਿਰ 9ਵਾਂ ਹੁੰਦਾ ਹੈ ਦਰਸ਼ਨ। ਦਰਸ਼ਨ ਇਹ ਹੈ ਉਹ ਸ਼ਕਤੀ ਜਿਹੜੀ ਬਹੁਤ ਦੂਰ ਜਾ ਕੇ ਦੇਖ ਲੈਣਾ, ਜਿਵੇਂ ਅੱਜ ਕੱਲ੍ਹ ਆਪਾਂ ਟੀਵੀ ਵਿੱਚ ਲਾਈਵ ਟੈਲੀਕਾਸਟ ਦੇਖਦੇ ਹਾਂ, ਇਹ ਦੂਰ ਦੇਖਣ ਦੀ ਸ਼ਕਤੀ ਹੈ। ਭਾਵੇਂ ਇੰਨੀ ਦੂਰ ਕਿ ਸਵਰਗਾਂ ਨੂੰ ਦੇਖ ਸਕਦੇ ਨੇ ਤੇ ਦੇਵਤੇ ਕੀ ਕਰਦੇ ਨੇ, ਪਤਾਲਾਂ ਵਿੱਚ ਦੇਖਿਆ ਜਾ ਸਕਦਾ ਹੈ। ਸੋ 10ਵਾਂ ਹੈ ਸਰਵਣ, ਦੂਰ ਸੁਣਨ ਦੀ ਸ਼ਕਤੀ, ਜੋ ਬਹੁਤ ਹਜ਼ਾਰਾਂ ਮੀਲ ਦੂਰ ਵੀ ਬੈਠੇ ਉਹਨਾਂ ਦੀਆਂ ਗੱਲਾਂ ਸੁਣ ਲੈਣੀਆਂ। 11ਵਾਂ ਹੈ ਮਨੋਵੇਗ, ਮਨ ਦੀ ਰਫ਼ਤਾਰ ਦੇ ਨਾਲ ਸਫ਼ਰ ਕਰਨਾ। ਬੰਦਾ ਜਿਹੜਾ ਹੈ ਜਿਵੇਂ ਮਨ ਭੱਜਦਾ ਹੈ ਨਾ, ਮਨ ਇੱਕ ਤੁਰ ਦੇ ਨਾਲ ਕਿੱਥੇ ਤੇ ਕਿੱਥੇ ਪਹੁੰਚ ਜਾਂਦਾ, ਉਹ ਸਪੀਡ ਦੇ ਨਾਲ ਆਪ ਪਹੁੰਚ ਜਾਣਾ ਉਹ ਥਾਂ ਦੇ ਉੱਤੇ। ਸੋ ਜਿਹੜਾ ਹੈ ਇਹਨੂੰ ਕਹਿੰਦੇ ਆ ਮਨੋਵੇਗ। ਸੋ 12ਵਾਂ ਹੁੰਦਾ ਕਾਮ ਰੂਪ। ਕਾਮ ਰੂਪ ਉਹਦਾ ਆਪਣਾ ਇੱਛਾ ਅਨੁਸਾਰ ਆਪਣਾ ਰੂਪ ਚੇਂਜ ਕਰ ਲੈਣਾ, ਜੋ ਕਦੇ ਜਾਨਵਰ ਬਣ ਗਏ, ਕਿਤੇ ਬੰਦੇ ਬਣ ਗਏ, ਕਿਤੇ ਦੇਵਤੇ ਬਣ ਗਏ, ਆਪਣੇ ਮਨ ਇੱਛਾ ਨਾਲ ਆਪਣੇ ਸਰੀਰ ਨੂੰ ਚੇਂਜ ਕਰ ਲੈਣਾ। ਸੋ ਇਹਨੂੰ ਕਾਮ ਰੂਪ ਕਹਿੰਦੇ ਹਾਂ। 13ਵਾਂ ਹੋਇਆ ਜੀ ਪਰ ਕਾਇਆ ਪ੍ਰਵੇਸ਼। ਸੋ ਕਿਸੇ ਦੇ ਸਰੀਰ ਦੇ ਵਿੱਚ ਜਾ ਕੇ ਅੰਦਰ ਵੜ ਜਾਣਾ ਤੇ ਉਹਦੇ ਤੋਂ ਉਹ ਕੰਮ ਕਰਾਉਣੇ ਜੋ ਆਪਾਂ ਚਾਹੁੰਦੇ ਹਾਂ। ਸੋ ਇਉਂ ਕਰਕੇ ਇਹ ਪਰ ਕਾਇਆ ਪ੍ਰਵੇਸ਼। 14 ਹੋਇਆ ਸਵੈ ਛੰਦ ਮ੍ਰਿਤਿਉ, ਆਪਣੀ ਮਰਜ਼ੀ ਨਾਲ ਆਪਣਾ ਸਰੀਰ ਤਿਆਗ ਦੇਣਾ, ਮਰ ਜਾਣਾ। ਸੋ 15ਵਾਂ ਹੈ ਸਰੂਰ ਕਿਰੜਾ। ਸੋ ਸਵਰਗਾਂ ਵਾਲੇ ਜਿਹੜੇ ਦੇਵਤੇ ਹਨ ਬੈਠੇ, ਉਹਨਾਂ ਦੇ ਕੰਮ ਦੇਖ ਲੈਣੇ ਵੀ ਉਹ ਕੀ ਕਰਦੇ ਹਨ। ਅੱਗੇ 16ਵਾਂ ਹੈ ਸੰਕਲਪ। ਸੰਕਲਪ ਜਿਹੜਾ ਹੈ ਜੋ ਵੀ ਸੋਚ ਅੰਦਰ ਆਉਣੀ ਉਹ ਪੂਰੀ ਹੋ ਜਾਣੀ, ਇੱਕ ਟੁੱਟ ਉੱਠਣਾ ਬਸ ਉਹ ਪੂਰਾ ਹੋ ਜਾਣਾ। ਸੋ ਉਹਨੂੰ ਸੰਕਲਪ ਕਹਿੰਦੇ ਹਾਂ। 17ਵਾਂ ਜਿਹੜਾ ਹੈ ਅਪਤਹਿਤ ਗਤ। ਸੋ ਜਿਹੜਾ ਹੈ ਨਾ ਪਹੁੰਚਣ ਵਾਲੇ ਥਾਂ ਤੇ ਵੀ ਪਹੁੰਚ ਜਾਣਾ, ਜਿਹੜਾ ਬਹੁਤ ਮੁਸ਼ਕਲ ਥਾਂ ਹੋਵੇ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਉੱਥੇ ਵੀ ਪਹੁੰਚ ਜਾਣਾ। ਤੇ ਜਿਹੜਾ ਹੈ ਪਰਕਮਯ,
ਪਰ ਕਰਮੈ ਉਹ ਹੈ ਜੋ ਕਿ ਜਿਹੜਾ ਹੈ ਜਲਦੀ ਨਿਆਈ ਜਾਂ ਪਾਣੀ ਵਾਂਗ ਜਿਹੜਾ ਹੈ ਆਪਣੇ ਆਪ ਨੂੰ ਕਰ ਲੈਣਾ। ਜਿਵੇਂ ਧਰਤੀ ਉੱਤੇ ਹਰ ਥਾਂ ਪਾਣੀ ਹੈ, ਆਪਣੀ ਵਜੂਦਗੀ ਸਾਰੇ ਪਾਸੇ ਕਰ ਲੈਣੀ। ਸੋ ਇਹ 18 ਸਿੱਧੀਆਂ ਹਨ। ਸੋ ਇਹ ਕਹਿੰਦਾ ਮੈਂ ਤੁਹਾਨੂੰ 18 ਸਿੱਧੀਆਂ ਦੇ ਦਿੰਦਾ ਹਾਂ। ਸਿੱਧ 18 ਚਾਹੇ ਗੁਪਤ ਪ੍ਰਗਟ ਸੋ ਕਾਰਨ। ਸੋ ਕਹਿੰਦੇ ਜਿਹੜਾ ਹੈ ਐਸਾ ਸਿੱਧ 18 ਚਾਹੇ, ਜੇ ਤੁਸੀਂ 18 ਸਿੱਧੀਆਂ ਚਾਹੁੰਦੇ ਹੋ, ਗੁਪਤ ਹੋ ਕੇ ਪ੍ਰਗਟ ਹੋਣਾ ਚਾਹੁੰਦੇ ਹੋ, ਜਹ ਚਾਹੋ ਤਹ ਫਿਰੋ ਸੁਖੀ ਤੁਮਕੋ ਹਟ ਕਾਰਨਾ। ਫਿਰ ਜਿੱਥੇ ਤੁਸੀਂ ਚਾਹੋ ਤੁਸੀਂ ਜਾ ਸਕਦੇ, ਤੁਹਾਨੂੰ ਕੋਈ ਹਟਾ ਵੀ ਨਹੀਂ ਸਕੇਗਾ। ਸਰਬ ਲੋਕ ਤੁਮ ਤੇ ਡਰੈ ਪੂਜਹਿ ਪਦ ਚਿਤ ਲਾਏ। ਸਾਰੇ ਲੋਕ ਤੁਹਾਤੋਂ ਡਰਨਗੇ ਤੇ ਤੁਹਾਡੀ ਪੂਜਾ ਕਰਨਗੇ। ਭੇਟ ਲਿਹੋ ਮਮ ਦਿਸਾ ਤੇ ਸੁਨ ਬੋਲੇ ਗਤ ਦਾਏ। ਮਹਾਰਾਜ ਸਾਤੋਂ ਇਹ ਭੇਟਾ ਲੈ ਲਓ ਤੇ ਸਾਨੂੰ ਜਿਹੜਾ ਹੈ ਗਤੀ ਦੇਣ ਵਾਲੇ ਹੈ ਗੁਰੂ ਨਾਨਕ ਸਾਹਿਬ ਜੀ, ਸਾਡੀ ਇਹ ਭੇਟਾ ਕਬੂਲ ਕਰ ਲਓ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਤੀਜੀ ਪੌੜੀ ਉਚਾਰਨ ਕੀਤੀ, ਸਿੱਧ ਹੋਵਾ ਸਿੱਧ ਲਾਈ। ਮਹਾਰਾਜ ਕਹਿੰਦੇ ਜੇ ਸਿੱਧ ਹੋ ਕੇ ਸਿੱਧੀਆਂ ਨੂੰ ਪਾ ਕਰਕੇ ਰਿੱਧ ਆਖਾ ਆਓ। ਹੁਣ ਰਿੱਧ ਹੁੰਦਾ ਹੈ ਜਿਹੜਾ ਹਨ ਅੰਨ ਦੀ ਅਟੁੱਟਤਾ, ਜਿੱਥੇ ਅੰਨ ਨੂੰ ਅਟੁੱਟ ਹੋਵੇ, ਥੋੜੇ ਜੇ ਖਾਣੇ ਤੋਂ ਵੀ ਬਹੁਤ ਸਾਰਾ ਬਣ ਜਾਣਾ। ਸੋ ਕਹਿੰਦੇ ਇਹ ਜਿਹੜਾ ਰਿੱਧ ਆਖਾਂ ਜਿਹੜਾ ਆਓ, ਕਹਿੰਦੇ ਰਿੱਧ ਜਿਹੜੀ ਰਿੱਧੀਆਂ ਵੀ ਕਿਤੇ ਆ ਜਾਣ, ਗੁਪਤ ਪ੍ਰਗਟ ਹੋਏ ਬੈਸਾ। ਕਿਤੇ ਜਿਹੜਾ ਹਨ ਗੁਪਤ ਹੋ ਕੇ, ਕਿਤੇ ਜਿਹੜਾ ਹਨ ਜਾ ਕੇ ਪ੍ਰਗਟ ਹੋ ਜਾਣਾ। ਜਿੱਥੇ ਹੁਣ ਬੈਠਾ ਉੱਥੇ ਗੁਪਤ ਹੋ ਜਾਣਾ, ਤੇ ਹੋਰ ਥਾਂ ਤੇ ਜਾ ਕੇ ਉੱਥੇ ਪ੍ਰਗਟ ਹੋ ਜਾਣਾ। ਲੋਕ ਰਾਖੈ ਭਾਓ। ਕਿ ਲੋਕ ਦੇਖ ਕੇ ਡਰਿਆ ਕਰਨ, ਪਤਾ ਨਹੀਂ ਨੇ ਕਿਦੋਂ ਆ ਕੇ ਇੱਥੇ ਪ੍ਰਗਟ ਹੋ ਜਾਣਾ। ਲੋਕਾਂ ਨੂੰ ਇਹ ਡਰ ਬਣਿਆ ਰਵੇ ਉਹਨਾਂ ਦੇ ਮਨ ਵਿੱਚ। ਮਤ ਦੇਖ ਭੂਲਾ ਵੀਸਰੈ। ਹੇ ਜੀਵ ਤੂੰ ਐਸਾ ਦੇਖ ਕਰਕੇ ਕਿਤੇ ਪਰਮੇਸ਼ਰ ਨੂੰ ਨਾ ਭੁੱਲ ਜੀ। ਤੇਰਾ ਚਿੱਤ ਨਾ ਆਵੈ ਨਾਉ। ਕਿਉਂਕਿ ਤੇਰਾ ਚਿੱਤ ਨਾ ਆਵੈ ਨਾਉ, ਜਦੋਂ ਪਰਮੇਸ਼ਰ ਦਾ ਨਾਮ ਚਿੱਤ ਵਿੱਚੋਂ ਭੁੱਲ ਜਾਂਦਾ ਹੈ ਐਸੀਆਂ ਸ਼ਕਤੀਆਂ ਨੂੰ ਦੇਖ ਕਰਕੇ, ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਸ਼ਕਤੀਆਂ ਦਾ ਫਾਇਦਾ ਵੀ ਕੀ ਹੈ, ਜਿਹਦੇ ਕਰਕੇ ਪਰਮੇਸ਼ਰ ਹੀ ਹਿਰਦੇ ਵਿੱਚੋਂ ਭੁੱਲ ਜਾਵੇ। ਕੁੰਡਲੀਆ ਛੰਦ ਕਲਯੁਗ ਬਚਨਾ ਪੁਨ ਭਨੇ ਜਗ ਪਾਤ ਸਾਹੀ ਲੇਹੋ। ਸੋ ਉਸ ਵੇਲੇ ਕੱਲ ਜੋ ਕਹਿੰਦੇ ਮਹਾਰਾਜ ਫਿਰ ਦੁਨੀਆ ਦੀ ਪਾਤਸ਼ਾਹੀ ਲੈ ਲਓ, ਮੈਂ ਤੁਹਾਨੂੰ ਦੁਨੀਆ ਦਾ ਰਾਜਾ ਬਣਾ ਦਿੰਦਾ ਹਾਂ। ਹੁਕਮ ਕਰੋ ਉਰ ਭਾਵ ਤੇ ਚਰਨ ਤਖਤ ਪਰ ਦੇਹੋ। ਦੇਖੋ ਅਨਚੈਲੰਜ ਦਾ ਮੈਂ ਤੁਹਾਨੂੰ ਪਾਵਰ ਦਿੰਦਾ ਹਾਂ, ਐਸਾ ਰਾਜਾ ਬਣਾਉਣਾ ਜਿਹਦਾ ਰਿਪਲੇਸਮੈਂਟ ਕੋਈ ਨਾ ਹੋਵੇ ਦੁਨੀਆ ਤੇ ਤੁਹਾਡਾ ਹੀ ਇੱਕ ਹੁਕਮ ਸਾਰੀ ਦੁਨੀਆ ਤੇ ਚੱਲੇ, ਤੇ ਚਰਨ ਤਖਤ ਪਰ ਦੇਹੋ। ਜਦੋਂ ਤੁਹਾਡਾ ਚਰਨ ਤੁਸੀਂ ਆਪਣਾ ਪੈਰ ਉਹ ਤਖਤ ਤੇ ਰੱਖੋਗੇ ਨਾ, ਉਹ ਤਖਤ ਨੂੰ ਕੋਈ ਹਿਲਾ ਨਹੀਂ ਸਕੇਗਾ। ਚਰਨ ਤਖਤ ਪਰ ਦੇਹੋ ਜਗਤ ਮਨ ਹੈ ਸਭ ਆਨਾ। ਸਾਰੀ ਦੁਨੀਆ ਤੁਹਾਡੇ ਕਦਮਾਂ ਤੇ ਹੋਏਗੀ, ਤੁਹਾਡਾ ਚਰਨ ਤਖਤ ਤੇ ਤੁਹਾਡੇ ਚਰਨਾਂ ਦੇ ਹੇਠ ਸਾਰੀ ਦੁਨੀਆ ਹੋਵੇਗੀ। ਸੈਨਾ ਸੰਗ ਅਨੰਤ ਕਰੋ ਪ੍ਰਤਾਪ ਮਹਾਨਾ। ਤੁਹਾਡੀ ਫੇ ਅਨੰਤ ਹੀ ਬਿਨਾਂ ਗਿਣਤੀ ਤੋਂ ਏਡੀ ਵੱਡੀ ਤੁਹਾਡੀ ਸੈਨਾ ਹੋਵੇਗੀ, ਐਡਾ ਪ੍ਰਤਾਪ ਗਲੋਰੀਅਸ ਦਾ ਜੀਵਨ ਤੁਹਾਡਾ ਹੋਵੇਗਾ। ਲੇਹੋ ਉਪਾਇਨ ਇਹ ਅਬੈ ਕਰੋ ਕਰਤਾਰਥ ਨਾਥ। ਮਹਾਰਾਜ ਇਹ ਉਪਾਇਨ ਲੈ ਲਓ ਤੇ ਮੈਨੂੰ ਨਿਹਾਲ ਕਰ ਦਿਓ, ਹੇ ਮੇਰੇ ਸਵਾਮੀ ਗੁਰੂ ਨਾਨਕ ਜੀ। ਸ਼ਬਦ ਭੋਗ ਪੌੜੀ ਕਹੀ ਗੁਰ ਕਲਯੁਗ ਕੇ ਸਾਥ। ਹੁਣ ਮਹਾਰਾਜ ਨੇ ਚੌਥੀ ਪੌੜੀ ਉਚਾਰਨ ਕੀਤੀ, ਜੋ ਭੋਗ ਵਾਲੀ ਪੌੜੀ ਹੈ, ਸਮਾਪਤੀ ਵਾਲੀ ਪੌੜੀ ਹੈ। ਸੁਲਤਾਨ ਹੋਵਾ ਮੇਲ ਲਸਕਰ। ਮਹਾਰਾਜ ਕਹਿੰਦੇ ਜੇ ਤੂੰ ਸੁਲਤਾਨ ਵੀ ਬਣ ਜਾਵੇਂ ਤੇ ਵੱਡੀ ਸੈਨਾ ਦਾ ਮੇਲ ਵੀ ਤੇਰੇ ਨਾਲ ਹੋ ਜਾਵੇ। ਤਖਤ ਰਾਖਾ ਪਾਓ। ਤੇ ਤਖਤ ਦੇ ਉੱਤੇ ਜਿਹੜਾ ਪਾਓ ਪੈਰ ਰੱਖਣ ਕਰਕੇ ਸਾਰੇ ਹੀ ਡਰ ਜਾਣ, ਸਾਰੇ ਹੀ ਕਬਜ਼ੇ ਵਿੱਚ ਆ ਜਾਣ। ਹੁਕਮ ਹਾਸਲ ਕਰੀ ਬੈਠਾ। ਸਾਰਾ ਹੀ ਹੁਕਮ ਜਿਹੜਾ ਹੈ ਹਾਸਲ ਕਰੀ ਬੈਠਾ। ਸਾਰੇ ਹੁਕਮ ਆਪਣੇ ਹੁਕਮ ਦੇ ਵਿੱਚ ਰੱਖਣੇ, ਸਾਰੇ ਹੀ ਹੁਕਮਦਾਰ ਵੀ ਆਪਣੇ ਹੁਕਮ ਵਿੱਚ ਰੱਖਣੇ। ਜਿਹੜਾ ਕੇਵਲ ਇੱਕ ਸੋਲ ਹੁਕਮ ਜਿਹੜਾ ਹੈ ਕਰਨ ਦਾ ਪਾਵਰ ਵੀ ਰੱਖਣਾ। ਨਾਨਕਾ ਸਭ ਵਾਓ। ਇਹ ਸਾਰਾ ਵਾਓ, ਇਹ ਸਭ ਕੁਝ ਜਿਹੜਾ ਹੈ ਹਵਾ ਵੀ ਪੁੱਛ ਕੇ ਹੀ ਚੱਲੇ, ਇੰਨੀ ਸ਼ਕਤੀ ਵਾਲਾ ਕਿਤੇ ਹੋ ਜਾਵੇ। ਮਤ ਦੇਖ ਭੂਲਾ ਵੀਸਰੈ। ਮਹਾਰਾਜ ਕਹਿੰਦੇ ਹੇ ਮੇਰੀ ਮੱਤ, ਕਿਤੇ ਇਹ ਚੀਜ਼ਾਂ ਨੂੰ ਦੇਖ ਕੇ ਭੁੱਲ ਨਾ ਜਾਈਂ। ਤੇਰਾ ਚਿੱਤ ਨਾ ਆਵੈ ਨਾਉ। ਜਿਹਦੇ ਕਰਕੇ ਹੇ ਪਰਮੇਸ਼ਰ ਤੇਰਾ ਨਾਂ ਭੁੱਲ ਜਾਵੇ, ਤਾਂ ਐਸਾ ਖਿਆਲ ਵੀ ਮੇਰੇ ਮਨ ਵਿੱਚ ਨਾ ਆਵੇ। ਤੇ ਦੇਖ ਕਰਕੇ ਇਹ ਜਿਹੜੇ ਹਨ ਪਦਾਰਥਾਂ ਦਾ ਰਸ ਲੈਣ ਵਾਸਤੇ ਕਿਤੇ ਹੇ ਪਰਮੇਸ਼ਰ ਮੈਂ ਤੇਰੇ ਨਾਮ ਨੂੰ ਨਾ ਭੁੱਲ ਜਾਵਾਂ, ਕਿਉਂਕਿ ਮੈਂ ਤਾਂ ਤੇਰਾ ਨਾਮ ਜਪਣ ਵਾਸਤੇ ਆਇਆ। ਇਹ ਤਾਂ ਸਾਰੇ ਡਿਸਟਰੈਕਸ਼ਨ ਹਨ। ਸਾਰੇ ਮਹਾਰਾਜ ਨੇ ਇੱਥੇ ਡਿਸਟਰੈਕਸ਼ਨ ਦੱਸੇ ਹਨ ਵੀ ਕਿਵੇਂ ਜੀਵ ਭੁੱਲਦਾ ਹੈ ਇਹ ਦੁਨੀਆ ਦੇ ਪਦਾਰਥਾਂ ਨੂੰ ਦੇਖ ਕਰਕੇ, ਝੂਠਿਆਂ ਨੂੰ। ਜਦੋਂ ਮਰਦਾ ਹੈ ਕੋਈ ਵੀ ਨਾਲ ਨਹੀਂ ਲੈ ਕੇ ਜਾਂਦਾ। ਦੇਖੋ ਕਿੱਡਾ ਵੱਡਾ ਧੋਖਾ ਇਹ ਸੰਸਾਰ ਨਾਲ ਹੋ ਰਿਹਾ ਹੈ। ਚੌਪੇ ਪੁੰਨ ਕਲ ਬੋਲਿਓ ਹੋਏ ਕਰ ਦੀਨਾ। ਫਿਰ ਜਿਹੜਾ ਕਲਯੁਗ ਬੋਲਿਆ ਜੀ, ਬੜਾ ਦੀਨ ਹੋ ਕੇ, ਬੜਾ ਗਰੀਬ ਬੇਨਤੀ ਕੀਤੀ ਆ ਕੇ
ਸੁਨੋ ਗੁਰੂ ਸਭ ਵਿਖੇ ਪਰਬੀਨਾ। ਮਹਾਰਾਜ ਤੁਸੀਂ ਸਾਰਿਆਂ ਵੇਖੋ ਪਰਬੀਨ ਸਿਆਣੇ ਹੋ, ਕਿਉਂਕਿ ਇਹ ਵੀ ਇੱਕ ਟੈਸਟ ਹੀ ਕਲਯੁਗ ਦਾ ਵੀ ਮਹਾਰਾਜ ਲਾਲਚ ਵਿੱਚ ਆਉਂਦੇ ਕਿ ਨਹੀਂ ਆਉਂਦੇ। ਦੇਖੋ ਜਿਹੜੀਆਂ 4 ਪੌੜੀਆਂ ਨੇ ਇਹੀ ਜੇ ਕਿਸੇ ਕੋਲ ਆ ਜਾਣ ਨਾ, ਕਹਿੰਦੇ ਕੀ ਨਹੀਂ ਬੰਦਾ ਕਰ ਸਕਦਾ। ਹਾਂਜੀ, ਦਿਸ ਇਜ਼ ਅਲਟੀਮੇਟ ਹੈ। ਸੰਸਾਰ ਵਿੱਚ ਜੋ ਕੁਝ ਤੁਸੀਂ ਚਾਹੁੰਦੇ ਹੋ ਨਾ, ਇਹ ਅਲਟੀਮੇਟ ਹੈ। ਸੋ ਇਹ ਵੀ ਮਹਾਰਾਜ ਨੇ ਠੁਕਰਾ ਦਿੱਤਾ। ਇਹ ਦੇਖ ਕਰਕੇ ਕਲਯੁਗ ਨੇ ਮੇਰੇ ਸਮੇਂ ਵਿਖੇ ਅਵਤਾਰਾ। ਮਹਾਰਾਜ ਤੁਸੀਂ ਮੇਰੇ ਸਮੇਂ ਵਿੱਚ ਅਵਤਾਰ ਲਿਆ ਹੈ ਪਰਮੇਸ਼ਰ, ਤੁਸੀਂ ਗੁਰੂ ਨਾਨਕ ਬਣ ਕੇ ਮੇਰੇ ਸਮੇਂ ਵਿੱਚ ਤੁਸੀਂ ਆਏ ਹੋ। ਨਰਨ ਉਧਾਰਨ ਕੋ ਤੁਮ ਧਾਰਾ। ਮਹਾਰਾਜ ਤੁਸੀਂ ਨਰਾਂ ਇਨਸਾਨਾਂ ਨੂੰ, ਜੀਵਾਂ ਨੂੰ ਤਾਰਨ ਵਾਸਤੇ ਆਏ ਹੋ, ਉਹਨਾਂ ਨੂੰ ਲਿਬਰੇਸ਼ਨ ਦੇਣ ਵਾਸਤੇ ਆਏ ਹੋ ਇਨ ਦ ਮੋਸਟ ਚੈਲੰਜਿੰਗ ਟਾਈਮ। ਹਾਂਜੀ, ਅਬ ਮੈਂ ਮਿਲਿਓ ਆਏ ਪਦ ਪਾਸਾ। ਮਹਾਰਾਜ ਮੈਂ ਹੁਣ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋ ਗਿਆ। ਮਹਾਰਾਜ ਮੈਂ ਤੁਹਾਡੇ ਚਰਨਾਂ ਤੱਕ ਤੁਰ ਕੇ ਆਇਆ ਹਾਂ ਪਾਤਸ਼ਾਹ ਜੀਓ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਮੇਲ ਅਫਲ ਕਿਉਂ ਕਰ ਸੁਖ ਰਾਸਾ। ਮਹਾਰਾਜ ਮੇਰਾ ਮੇਲ ਕੀਤਾ ਹੋਇਆ ਤੁਹਾਡੇ ਨਾਲ ਕਿਤੇ ਅਸਫਲ ਨਾ ਹੋਵੇ। ਮਹਾਰਾਜ ਇਹਨੂੰ ਫਲ ਦਿਓ, ਮੇਰਾ ਤੁਹਾਡੇ ਨਾਲ ਮੇਲ ਕਰਨਾ ਫਰੂਟਫੁਲ ਹੋਵੇ। ਕੋਏ ਨਾ ਭੇਟ ਮੋਹੇ ਤੈ ਲੀਨੀ। ਕਹਿਣ ਲੱਗੇ ਮਹਾਰਾਜ ਕੋਈ ਤਾਂ ਭੇਟਾ ਮੇਰੇ ਤੋਂ ਲਿਓ, ਟੇਕ ਸਮਥਿੰਗ ਫਰੋਮ ਮੀ। ਮਹਾਰਾਜ ਕਿਰਪਾ ਕਰਕੇ ਕੁਝ ਤਾਂ ਮੇਰੇ ਤੋਂ ਲੈਣਾ ਕਰੋ, ਕਬੂਲ ਕਰੋ ਮੇਰੇ ਤੋਂ। ਮਮ ਮਨਸਾ ਨਹਿ ਪੂਰਨ ਕੀ। ਮਹਾਰਾਜ ਜੇ ਤੁਸੀਂ ਨਾ ਲਿਆ ਤਾਂ ਮੇਰੀ ਮਨਸਾ ਪੂਰੀ ਨਹੀਂ ਹੋਏਗੀ। ਮੇਰੀ ਇੱਛਾ ਫਿਰ ਤੁਸੀਂ ਪੂਰੀ ਨਾ ਕੀਤੀ, ਮੈਨੂੰ ਜਿਹੜਾ ਹਾਂ ਮੇਰੀ ਇੱਛਾ ਨਾ ਪੂਰੀ ਕੀਤੀ, ਕਿਉਂ ਨਹੀਂ ਕੀਤੀ ਮਹਾਰਾਜ? ਸਾਰਿਆਂ ਦੀ ਇੱਛਾ ਤੁਸੀਂ ਪੂਰੀ ਕਰਨ ਵਾਲੇ ਹੋ। ਜੇ ਤੁਮ ਭੇਟ ਲੈ ਹੋ ਮੋਰੀ। ਮਹਾਰਾਜ ਜੇ ਤੁਸੀਂ ਸਾਡੇ ਤੋਂ ਕੋਈ ਭੇਟਾ ਲੈ ਲਵੋ ਤੋ ਜਾਨੋ ਕਿਰਪਾ ਭਈ ਤੋਰੀ। ਫੇਰੇ ਮੈਂ ਜਾਣਾਂਗਾ ਵੀ ਤੁਸੀਂ ਜਿਹੜਾ ਹਾਂ ਸਾਡੇ ਤੇ ਕਿਰਪਾ ਕੀਤੀ ਤੇ ਮੇਰੀ ਮੁਆਫੀ ਤੁਸੀਂ ਕਬੂਲ ਕੀਤੀ ਹੈ। ਨਾ ਤੁਰ ਹਰਖ ਨਾ ਹੋਏ ਔਰ ਮਾਹੀ। ਨਾ ਤੁਰ ਕਹਿੰਦਾ ਨਹੀਂ, ਮੇਰੇ ਮਨ 'ਚ ਕਿਤੇ ਖੁਸ਼ੀ ਨਹੀਂ ਹੋਵੇਗੀ। ਕਲਯੁਗ ਕਹਿੰਦਾ ਮੈਂ ਹਮੇਸ਼ਾ ਦੁਖੀ ਰਵਾਂਗਾ ਕਿ ਮੈਂ ਪਰਮੇਸ਼ਰ ਨੂੰ ਕੁਝ ਦੇ ਨਾ ਸਕਿਆ, ਮੈਂ ਗੁਰੂ ਨਾਨਕ ਅੱਗੇ ਕੋਈ ਭੇਟਾ ਨਾ ਰੱਖ ਸਕਿਆ। ਮਨ ਰਾਵਰ ਕੀ ਕਰਨਾ ਚਾਹੀ। ਮਹਾਰਾਜ ਮੇਰੇ ਮਨ ਵਿੱਚ ਤੁਹਾਡੀ ਕਿਰਪਾ ਦੀ ਹੀ ਲੋਚਨਾ ਹੈ, ਮੈਂ ਤੁਹਾਡੀ ਕਿਰਪਾ ਨੂੰ ਹੀ ਮੰਗਦਾ ਹਾਂ। ਅਸ ਆਤੁਰ ਸੁਨ ਕੇ ਤਹਿ ਬੈਨਾ। ਇਹ ਦੁਖੀ ਭਰੇ ਬਚਨ ਸੁਣ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਕਲਯੁਗ ਦੇ ਕਿਰਪਾ ਧਾਰ ਬੋਲੇ ਗੁਣ ਐਨਾ। ਕਿਰਪਾ ਦੇ ਘਰ ਵਿੱਚ ਆ ਕੇ ਸਤਿਗੁਰੂ ਜੀ ਨੇ ਬੋਲਣਾ ਕੀਤਾ, ਗੁਨਾਹ ਦੇ ਘਰ ਨੇ। ਭੇਟ ਦੇਣ ਕੀ ਚਾਹ ਜੇ ਤੋਹੀ। ਜੇ ਤੈਨੂੰ ਕੋਈ ਚਾਹਨਾ ਹੈ, ਤੈਨੂੰ ਕੋਈ ਇੱਛਾ ਹੈ ਭੇਟਾ ਦੇਣ ਦੀ, ਇਸ ਪ੍ਰਕਾਰ ਕੀ ਦੀਜੈ ਮੋਹੀ। ਤਾਂ ਫਿਰ ਇਸ ਪ੍ਰਕਾਰ ਦੀ ਸਾਨੂੰ ਭੇਟਾ ਦੇ ਤੂੰ। ਜੇ ਸਿੱਖ ਹੈ ਮੇਰੇ ਹਿਤਕਾਰੀ। ਦੇਖੋ ਗੁਰੂ ਨਾਨਕ ਸਾਹਿਬ ਨੇ ਕੀ ਮੰਗਿਆ। ਮਹਾਰਾਜ ਕਹਿੰਦੇ ਜੇ ਕਿਤੇ ਜਿਹੜੇ ਮੇਰੇ ਸਿੱਖ ਨੇ, ਮੇਰੇ ਸਿੱਖ ਮੇਰੇ ਪ੍ਰੇਮੀ ਨੇ, ਜੋ ਗੁਰੂ ਨਾਲ ਪ੍ਰੇਮ ਕਰਨ ਵਾਲੇ ਨੇ, ਜੋ ਗੁਰੂ ਨਾਨਕ ਨਾਲ ਪਿਆਰ ਕਰਨ ਵਾਲੇ ਨੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਪ੍ਰੇਮ ਕਰਨ ਵਾਲੇ ਹਨ, ਤਿਨ ਪਰ ਸੈਨ ਨਾ ਜਾਏ ਤੁਮਾਰੀ। ਕਹਿਣ ਲੱਗੇ ਉਹਨਾਂ ਤੇ ਤੇਰੀ ਫੌਜ ਦਾ ਕੋਈ ਅਸਰ ਨਹੀਂ ਹੋਣਾ ਚਾਹੀਦਾ। ਦੇ ਸ਼ੁੱਡ ਨਾਟ ਬੀ ਇਨਫਲੂਐਂਸਡ ਬਾਈ ਯੋਰ ਆਰਮੀ, ਯੋਰ ਇਨਫਲੂਐਂਸ। ਤੁਹਾਡਾ ਇਨਫਲੂਐਂਸ ਨਹੀਂ ਹੋਣਾ ਚਾਹੀਦਾ ਉਹਨਾਂ ਤੇ। ਨਾਮ ਦਾਨ ਇਸਨਾਨ ਜੇ ਸਭ ਹੀ। ਜੇ ਜਦੋਂ ਕਿ ਨਾ ਮੇਰਾ ਸਿੱਖ ਨਾਮ ਦਾਨ ਤੇ ਇਸ਼ਨਾਨ ਕਰਦਾ ਹੈ, ਜਿਹਦੇ ਵਿੱਚ ਇਹ 3 ਗੁਣ ਹੋਣ ਮੇਰੇ ਸਿੱਖ ਦੇ ਵਿੱਚ, ਨਾਮ ਦਾਨ ਤੇ ਇਸ਼ਨਾਨ, ਇਨ ਤੇ ਨਹੀਂ ਭੁਲਾਵੋ ਕਬਹੀ। ਤੇ ਇਹਨਾਂ ਨੂੰ ਕਿਤੇ ਨਾ ਤੂੰ ਭੁਲਾਉਣਾ, ਤੂੰ ਕਿਤੇ ਵੀ ਆਪਣਾ ਇਨਫਲੂਐਂਸ, ਆਪਣਾ ਅਸਰ ਇਹਨਾਂ ਤੇ ਨਾ ਪਾਉਣਾ। ਤੂੰ ਇਹਨਾਂ ਦੇ ਉੱਤੇ ਜਿਹੜਾ ਹਨ ਕਲਯੁਗ ਨੂੰ ਕਿਹਾ ਕਿ ਤੂੰ ਇਹਨਾਂ ਨੂੰ ਨਹੀਂ ਭਰਮਾਉਣਾ, ਤੂੰ ਇਹਨਾਂ ਨੂੰ ਰਿਲੀਜ਼ ਕਰ ਦੇਣਾ ਤੇਰੇ ਇਨਫਲੂਐਂਸ ਤੋਂ। ਤਬ ਛਾਇਆ ਨਹਿ ਵਰਤੈ ਤਿਨ ਕੋ। ਦੇਖੋ ਉਹਨਾਂ ਤੇ ਤੇਰੀ ਛਾਇਆ, ਤੇਰੀ ਸ਼ੈਡੋ ਵੀ ਨਹੀਂ ਪੈਣੀ ਚਾਹੀਦੀ। ਮੋਰ ਬਚਨ ਮੈਂ ਨਿਸ਼ਚਾ ਜਿਨ ਕੋ। ਕਹਿਣਗੇ ਜਿਹੜੇ ਸਿੱਖ ਦੇ ਮਨ ਦੇ ਵਿੱਚ ਮੇਰੇ ਬਚਨਾਂ ਦੇ ਉੱਤੇ ਭਰੋਸਾ ਹੈ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜੇ ਮੇਰੇ ਸਿੱਖ ਨੂੰ ਗੁਰਬਾਣੀ ਤੇ ਅਟੁੱਟ ਭਰੋਸਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਬਾਣੀ ਹੈ, ਜਿਹੜੀ ਬਾਣੀ 10ਮ ਗ੍ਰੰਥ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ, ਜਿਹੜੀ ਬਾਣੀ ਨੂੰ ਗੁਰੂ ਮਹਾਰਾਜ ਨੇ ਸਵੀਕਾਰ ਕੀਤਾ ਹੈ, ਭਾਈ ਗੁਰਦਾਸ ਦੀਆਂ ਵਾਰਾਂ ਨੂੰ, ਜਿਹੜਾ ਭਾਈ ਨੰਦ ਲਾਲ ਦੀਆਂ ਗਜ਼ਲਾਂ ਨੂੰ, ਜਿਨ੍ਹਾਂ ਨੂੰ ਉਹਨਾਂ ਤੇ ਭਰੋਸਾ ਹੈ, ਕਹਿੰਦੇ ਉਹਨਾਂ ਤੇ ਤੈਨੂੰ ਅਸਰ ਨਹੀਂ ਪਾਉਣਾ ਚਾਹੀਦਾ। ਤੂੰ ਉਹਨਾਂ ਦੇ ਉੱਤੇ ਤੇਰਾ ਕੋਈ ਵੀ ਅਸਰ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਗੁਰਸਿੱਖਾਂ ਦੇ ਉੱਤੇ ਜਿਹੜਾ ਮੇਰੇ ਬਚਨਾਂ ਤੇ ਭਰੋਸਾ। ਜਿਵੇਂ ਹੁਣ ਆਪਾਂ ਇਹ ਸਾਖੀ ਸੁਣ ਰਹੇ ਹਾਂ, ਇਹ ਵੀ ਬਚਨ ਤਾਂ ਗੁਰੂ ਨਾਨਕ ਦੇ ਹੀ ਹੈ ਨਾ, ਪਰ ਆਏ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਸ੍ਰੀ ਨਾਨਕ ਪ੍ਰਕਾਸ਼ ਵਿੱਚ ਆਏ ਹਨ, ਪਰ ਬਚਨ ਤਾਂ ਗੁਰੂ ਦੇ ਹੀ ਹਨ ਨਾ। ਜੇ ਜਿਨ੍ਹਾਂ ਨੂੰ ਇਹ ਬਚਨਾਂ ਤੇ ਭਰੋਸਾ ਹੈ, ਉਹਨਾਂ ਤੇ ਅਸਰ ਨਹੀਂ ਪੈਣਾ ਚਾਹੀਦਾ। ਜੇ ਤੁਮ ਦੇਣਾ ਤਾਂ ਇਹ ਦੀਜੈ। ਕਹਿਣਗੇ ਜੇ ਤੂੰ ਦੇਣਾ ਚਾਹੁੰਦਾ ਹੈ ਕੁਝ ਤਾਂ ਇਹ ਦੇ ਦੇ ਹੁਣ। ਮਮ ਸੰਗਤ ਕੋ ਦੁਖੀ ਨਾ ਕੀਜੈ। ਮੇਰੀ ਸੰਗਤ ਨੂੰ ਕਿਤੇ ਦੁਖੀ ਨਾ ਕਰਨਾ ਕਲਯੁਗ। ਤੂੰ ਮੇਰੀ ਸੰਗਤ ਨੂੰ ਕਿਤੇ ਵੀ ਜਿਹੜਾ ਹੈ ਇਹ ਜਿਹੜੇ ਝੂਠੇ ਭਰੋਸੇ ਦੇ ਕੇ,
ਝੂਠੇ ਲਾਲਚ ਦੇ ਕੇ ਮੇਰੀ ਸੰਗਤ ਨੂੰ ਦੁਖੀ ਨਾ ਕਰਨਾ। ਕਲ ਜੁਗ ਬੋਲਿਓ ਦਵੈ ਕਰ ਜੋਰੇ, ਹੱਥ ਜੋੜ ਕੇ ਕਲਯੁਗ ਬੋਲਿਆ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ। ਕਹੋ ਪ੍ਰਭੂ ਤਵ ਚਰਨ ਨੇ ਹੋਰੇ, ਮਹਾਰਾਜ ਦੇ ਚਰਨਾਂ ਨੂੰ ਪੂਜ ਕਰਕੇ ਜਿਹੜਾ ਹੈ ਕਲਯੁਗ ਕਹਿੰਦਾ ਮੇਰੀ ਇਹ ਬੇਨਤੀ ਹੈ ਸਤਿਗੁਰੂ ਜੀ, ਆਇਸ ਮੈਂ ਤੁਮਰੀ ਸਿਰ ਧਰਨੀ, ਮੈਂ ਤੁਹਾਡੀ ਆਗਿਆ ਨੂੰ ਆਪਣੇ ਸਿਰ ਤੇ ਧਰਦਾ ਹਾਂ, ਮੈਂ ਮੰਨਦਾ ਹਾਂ ਜੋ ਤੁਸੀਂ ਕਿਹਾ ਹੈ। ਅਸਨ ਹੈ ਗਮਤਾ ਮੋਰਨ ਕਰਨੀ। ਦੇਖੋ ਮਹਾਰਾਜ ਮੇਰੇ 'ਚ ਕਿਹੜੀ ਸ਼ਕਤੀ ਹੈ ਕਿ ਮੈਂ ਤੁਹਾਡੇ ਬਚਨਾਂ ਨੂੰ ਮੋੜਾਂ, ਮੈਂ ਤੁਹਾਡੇ ਬਚਨ ਨਹੀਂ ਮੋੜ ਸਕਦਾ। ਦੇਖੋ ਇੱਕ ਚੀਜ਼ ਹੈ ਨਾ, ਕਲਯੁਗ ਇੱਕ ਰਿਐਲਿਟੀ ਹੈ, ਇੱਕ ਸਮਾਂ ਹੈ ਜਿਹਨੇ ਆਪਣਾ ਅਸਰ ਪਾਉਣਾ ਹੈ। ਗੁਰੂ ਨਾਨਕ ਨੇ ਉਸ ਨੂੰ ਜਿਹੜਾ ਐਕਸਕਲੂਸ਼ਨ ਦਿੱਤਾ ਹੈ ਕਿ ਮੇਰੇ ਸਿੱਖਾਂ ਵਾਸਤੇ ਤੂੰ ਇਹ ਐਕਸਕਲੂਸ਼ਨ, ਜਿਵੇਂ ਕ੍ਰੋਸਸ ਹੁੰਦੇ ਨੇ ਵੀ ਤੂੰ ਐਕਸਕਲੂਡ ਕਰਨਾ ਮੇਰੇ ਸਿੱਖਾਂ ਨੂੰ, ਤੂੰ ਮੇਰੇ ਸਿੱਖ ਜਿਹੜੇ ਐਸਾ ਕਰਦੇ ਨੇ ਤੇ ਕਰਨ ਸਿੱਖਾਂ ਦੀ ਜਿਹੜੀ ਮਹਾਰਾਜ ਨੇ ਜਿਹੜਾ ਹੈ ਉਹਨਾਂ ਨੂੰ ਕਿਵੇਂ ਆਇਡੈਂਟੀਫਾਈ ਕੀਤਾ, ਉਹਨਾਂ ਦੀ ਕਰਨੀ ਦੇ ਨਾਲ। ਜੋ ਸਿੱਖ ਮੇਰੇ ਬਚਨਾਂ ਤੇ ਭਰੋਸਾ ਕਰਨ ਵਾਲੇ ਨੇ, ਜੋ ਗੁਰਬਾਣੀ ਪੜਨ ਵਾਲੇ ਨੇ, ਨਾਮਦਾਨ ਇਸ਼ਨਾਨ ਕਰਨ ਵਾਲੇ ਨੇ, ਤੂੰ ਉਹਨਾਂ ਤੇ ਅਸਰ ਨਹੀਂ ਪਾਉਣਾ, ਤੂੰ ਉਹਨਾਂ ਨੂੰ ਐਕਸਕਲੂਡ ਕਰਨਾ ਹੈ। ਦੋਹਰਾ ਏਕੰਕਾਰ ਆਇਸ ਮੁਝੈ ਸੋ ਤੁਮ ਕਹੋ ਸੁਨਾਏ। ਇਸ ਕਰਕੇ ਕਹਿੰਦੇ ਏਕੰਕਾਰ ਆਇਸ ਮੁਝੈ, ਕਹਿਣਗੇ ਮਹਾਰਾਜ ਤੁਹਾਡੀ ਆਗਿਆ ਪਰਮੇਸ਼ਰ ਦੀ ਆਗਿਆ ਹੈ। ਮਹਾਰਾਜ ਮੈਂ ਤੁਹਾਨੂੰ ਜਿਹੜਾ ਜੋ ਤੁਸੀਂ ਸੁਣਾਈ ਹੈ ਇਹੀ ਪਰਮੇਸ਼ਰ ਦੀ ਆਗਿਆ ਮੇਰੇ ਵਾਸਤੇ ਹੁਕਮ ਹੈ। ਕਲਯੁਗ ਕਹਿੰਦਾ ਬੁੱਧ ਸਬਨ ਵਿਪਰੀਤ ਕਰ ਦੇਹੋਂ ਕੋ ਕਰਮ ਚਲਾਏ, ਪਰ ਕਹਿੰਦੇ ਮੈਂ ਬਾਕੀਆਂ ਨੂੰ ਨਹੀਂ ਛੱਡਣਾ, ਬਾਕੀਆਂ ਦੀ ਮੈਂ ਵਿਪਰੀਤ ਦੇ ਵਿੱਚ ਪਾਵਾਂਗਾ ਤੇ ਕਹਿੰਦੇ ਕੁਕਰਮ ਚਲਾਏ, ਮੈਂ ਭੈੜੇ ਕਰਮ ਉਹਨਾਂ ਤੋਂ ਕਰਾਵਾਂਗਾ ਸਿਰੇ ਵਾਲੇ। ਕਹਿੰਦੇ ਕਿਉਂਕਿ ਕਹਿੰਦਾ ਉਹਨਾਂ ਨੂੰ ਨਹੀਂ ਮੈਂ ਛੱਡਦਾ, ਆਪਾਂ ਤੁਹਾਡੇ ਸਿੱਖਾਂ ਦੇ ਨੇੜੇ ਵੀ ਮੈਂ ਨਹੀਂ ਜਾਵਾਂਗਾ। ਚੌਪੇ ਚੋਰੀ ਯਾਰੀ ਨਿੰਦਾ ਕੂਰਨ, ਦੇਖੋ ਚੋਰੀ ਕਰਨਗੇ ਲੋਕ, ਯਾਰੀਆਂ ਕਰਨਗੇ, ਹਾਂਜੀ ਇਲੀਗਲ ਜਿਹੜੇ ਹਨ ਕੰਮ ਕਰਨਗੇ, ਨਿੰਦਿਆ ਕਰਨਗੇ। ਲੰਪਟ ਲੋਭੀ ਤ੍ਰਿਸ਼ਨਾ ਭੂਰੰ, ਦੇਖੋ ਲਸਟਫੁਲ ਲੋਕ ਹੋਣਗੇ, ਲੋਭੀ ਗ੍ਰੀਡੀ ਹੋਣਗੇ ਲੋਕ, ਤ੍ਰਿਸ਼ਨਾ ਭੁੱਖੇ ਹੋਣਗੇ ਜਿਹੜਾ ਹਨ, ਉਹਨਾਂ ਵਿੱਚ ਇਹ ਬਹੁਤ ਸਾਰੀ ਲਾਲਸਾ ਐਸੀਆਂ ਹੋਣਗੀਆਂ। ਬਾਟ ਪਾਰਸੋ ਸੂਰ ਕਹਾਵ ਹੈ, ਲੁਟੇਰੇ ਹੋਣਗੇ ਲੋਕ ਤੇ ਜਿਹੜੇ ਹਨ ਲੁਟੇਰਿਆਂ ਦੇ ਵਿੱਚ ਲੁਟੇਰੇ ਲੁੱਟ ਮਾਰ ਕਰਕੇ ਆਪਣੇ ਆਪ ਨੂੰ ਵੱਡੇ ਸੂਰਮੇ ਵਾਰੀਅਰ ਅਖਾਉਣਗੇ। ਪਿਸਨ ਬੜੇ ਆਦਰ ਕੋ ਪਾਵ ਹੈ, ਕਹਿਣਗੇ ਚੁਗਲਖੋਰ ਲੋਕ ਬੰਦੇ ਜਿਹੜੇ ਹਨ ਨਾ ਉਹ ਆਦਰ ਮਾਣ ਪਾਉਣਗੇ, ਲੋਕੀ ਉਹਨਾਂ ਦੀ ਇੱਜ਼ਤ ਕਰਨਗੇ। ਜਿਹੜੇ ਚੁਗਲਖੋਰ ਹੋਣਗੇ, ਜੋ ਝੂਠੀਆਂ ਗੱਲਾਂ ਕਰਨਗੇ, ਉਹਨਾਂ ਦਾ ਮਾਣ ਦੁਨੀਆ ਤੇ ਹੋਵੇਗਾ। ਅੱਜ ਕੱਲ੍ਹ ਲੋਕ ਕਹਿੰਦੇ ਨਾ ਵੀ ਆਪਣੇ ਲੀਡਰ ਕਿਉਂ ਐਸੇ ਨੇ, ਐਸਾ ਜਿਹੜਾ ਆਨਸਰ ਮਿਲ ਗਿਆ ਜੀ। ਕਹਿੰਦੇ ਜਿਹੜੇ ਚੁਗਲਖੋਰ ਲੋਕ ਨੇ, ਝੂਠੇ ਨੇ, ਠੱਗੀਆਂ ਮਾਰਨ ਵਾਲੇ, ਜਿਹੜੇ ਗ੍ਰੀਡੀ ਨੇ, ਲਸਟਫੁਲ ਹਨ, ਜਿਨ੍ਹਾਂ ਵਿੱਚ ਸਾਰੀਆਂ ਹੀ ਬੁਰਾਈਆਂ ਹਨ, ਉਹੀ ਬੰਦੇ ਲੋਕਾਂ ਨੂੰ ਚੰਗੇ ਲੱਗਣਗੇ ਤੇ ਉਹਨਾਂ ਦਾ ਹੀ ਆਦਰ ਸਤਕਾਰ ਹੋਇਆ ਕਰੇਗਾ। ਬਹੁ ਬੋਲਤ ਸੇ ਗੁਣੀ ਕਹਾਵ ਹੈ, ਕਹਿਣਗੇ ਜਿਹੜਾ ਬਹੁਤਾ ਬੋਲੇਗਾ ਭਾਵੇਂ ਬਕਵਾਸ ਹੀ ਕਿਉਂ ਨਾ ਕਰੇ ਕਿ ਉਹਨਾਂ ਦਾ ਆਦਰ ਬਹੁਤਾ ਹੋਵੇਗਾ। ਉਹਨੂੰ ਲੋਕ ਕਹਿਣਗੇ ਬਹੁਤ ਬੋਲ ਸੇ ਗੁਣੀ ਕਹਾਵੇ, ਉਹਨਾਂ ਲੋਕ ਵਾਹ ਬੜੇ ਗੁਣਾ ਵਾਲੇ ਆ, ਭਾਵੇਂ ਬਕਵਾਸ ਹੀ ਕਰਨ, ਕੋਈ ਗੱਲ ਨਹੀਂ ਜੀ, ਇੱਧਰ ਉੱਧਰ ਦੀਆਂ ਮਾਰੀ ਜਾਣ। ਹਾਂਜੀ ਕਿੰਨੇ ਲੋਕ ਹਨ ਜਿਹੜੇ ਹਨ ਐਸੇ ਬਕਵਾਸ ਕਰਦੇ ਹਨ। ਹਾਂਜੀ ਉਹ ਬਕਵਾਸ ਦੇ ਵਿੱਚੋਂ ਲੋਕ ਉਹਨਾਂ ਕੇ ਬੜੇ ਗੁਣੀ ਲੋਕ ਨੇ, ਹਾਂਜੀ ਬੜੇ ਵਰਚੂਅਸ ਵਾਲੇ, ਪਰ ਹੈ ਬਕਵਾਸ। ਲੋਕ ਜਦ ਬਹੁਤਾ ਬੋਲਣ ਕਰਕੇ, ਬਹੁਤਾ ਬੋਲਣ ਝੱਖੜ ਹੋਏ, ਮਾਰੋ ਤਾਂ ਇਹ ਕਹਿੰਦੇ ਨੇ, ਪਰ ਲੋਕਾਂ ਵਾਸਤੇ ਜਿਹੜਾ ਬਹੁਤਾ ਬੋਲਦਾ ਹੋਵੇ ਨਾ ਉਹੀ ਗੁਣੀ ਹੈ, ਉਹੀ ਚੰਗਾ ਹੈ। ਸੱਚ ਕਹੈ ਤਿਸ ਸੱਚ ਠਹਿਰਾਵ ਹੈ, ਦੇਖੋ ਜਿਹੜਾ ਕੋਈ ਸੱਚ ਬੋਲੇਗਾ ਨਾ ਲੋਕ ਉਹਨੂੰ ਮੂਰਖ ਕਹਿਣਗੇ ਵੀ ਇਹ ਮੂਰਖ ਬੰਦਾ ਹੈ, ਪਤਾ ਨਹੀਂ ਕੀ ਬੋਲੀ ਜਾਂਦਾ ਹੈ। ਹਾਂਜੀ ਇਹ ਮੂਰਖ ਬੰਦਾ ਹੈ। ਦੇਖੋ ਗੁਣੀ ਨੂੰ ਜੋ ਸੱਚ ਬੋਲੇਗਾ ਉਹਨੂੰ ਲੋਕ ਮੂਰਖ ਕਹਿਣਗੇ। ਗੁਣੀਆਂ ਨਕੇਰ ਨਿਰਾਦਰ ਹੋ, ਦੇਖੋ ਜਿਹੜੇ ਵਰਚੂਸ ਵਾਲੇ ਬੰਦੇ ਹਨ, ਜਿਹੜੇ ਬੰਦੇ ਗੁਣ ਕਮਾਉਂਦੇ ਹਨ, ਗੁਣ ਕਰਦੇ ਹਨ, ਲੋਕ ਉਹਨਾਂ ਦੀ ਬੇਇੱਜ਼ਤੀ ਕਰਨਗੇ, ਉਹਨਾਂ ਨਾਲ ਨਿਰਾਦਰ ਕਰਨਗੇ, ਲੋਕ ਉਹਨਾਂ ਨੂੰ ਤਿਰਸਕਾਰ ਕਰਨਗੇ। ਉਹ ਲੋਕਾਂ ਦਾ ਜਿਹੜੇ ਗੁਣੀ ਲੋਕ ਹੋਣਗੇ, ਜਿਹੜੇ ਭਲਾਈ ਕਰਨ ਵਾਲੇ ਹਨ। ਭੂਪ ਨਿਕਟ ਬੈਠ ਹੈ ਸੱਠ ਜੋ, ਦੇਖੋ ਮੂਰਖ ਲੋਕ, ਝੂਠੇ ਲੋਕ ਰਾਜਿਆਂ ਕੋਲ ਬਹਿ ਕੇ ਸਲਾਹਾਂ ਦਿਆ ਕਰਨਗੇ। ਦੋਹਰਾ ਕਲਮਲ ਆਲੈ ਹੋਏ ਨਰ ਕਿਰਪਨ ਨਾ ਕਰਹੀ ਦਾਨ, ਲੋਕੀ ਪਾਪਾਂ ਦੇ ਘਰ ਬਣ ਜਾਣਗੇ, ਲੋਕੀ ਪਾਪਾਂ ਦੇ ਸੈਂਟਰ ਬਣ ਜਾਣਗੇ। ਕਹਿਣ ਲੱਗੇ ਜਿਹੜਾ ਹਨ ਇਹ ਕੰਜੂਸ ਲੋਕ ਜੋ ਕਿਸੇ ਨੂੰ ਕੁਝ ਨਾ ਦੇਣ ਵਾਲੇ, ਕਹਿਣ ਲੱਗੇ ਆਪਣੇ ਆਪ ਨੂੰ ਦਾਨੀ ਅਖਵਾਉਣਗੇ, ਦੰਦੇ ਕੁਝ ਨਾ ਹੋਣਗੇ, ਬਸ ਥੋੜਾ ਦੇਣਾ ਤੇ ਕਹਾਉਣਾ ਬਹੁਤਾ ਜ਼ਿਆਦਾ ਹੈ। ਐਸਾ ਜਿਹੜਾ ਹੈ ਵਡਿਆਈ ਵਾਸਤੇ ਜਿਹੜਾ ਹਨ ਮਾੜਾ ਮੋਟਾ ਕਰਨਗੇ, ਪਰ ਦੇਣਗੇ ਕੱਖ ਨਹੀਂ। ਭਾਵੇਂ ਡਾਲਾ ਦੇ ਕੇ 100 ਰਿੰਗੇ ਜਿਹੜਾ ਹਨ, $1 ਦੇ ਕੇ $100 ਚੱਕਣ ਵਾਲੇ ਹੋਣਗੇ। ਐਸੇ ਬੰਦੇ ਜਿਹੜੇ ਹੋਣਗੇ ਇਹ ਸੰਸਾਰ ਵਿੱਚ ਮਾਣ ਪਾਉਣਗੇ। ਧਰਮ ਹੈ ਤੇ ਵਿਪਰੀਤ ਹੋਏ ਪਾਵਹਿ ਕਸਤ ਨਿਦਾਨ, ਦੇਖੋ ਜਿਹੜੇ ਹਨ ਧਰਮ ਤੋਂ ਵਿਪਰੀਤ ਉਲਟ
ਉਲਟ ਦੀਆਂ ਰੀਤੀਆਂ ਇਹ ਚਲਾਉਣਗੇ, ਉਲਟੇ ਹੋ ਕੇ ਚੱਲਣਗੇ ਤੇ ਕਿ ਹੋਏ ਪਾਵੈ ਕਸ਼ਟ ਨਿਧਾਨ। ਜਿਹੜੇ ਸੱਚਮੁੱਚ ਧਰਮੀ ਲੋਕ ਨੇ ਉਹ ਦੁੱਖ ਪਾਉਣਗੇ ਵਿਚਾਰੇ, ਉਹਨਾਂ ਨੂੰ ਲੋਕੀ ਦੁਖੀ ਕਰਨਗੇ, ਉਹਨਾਂ ਦੀ ਨਿੰਦਿਆ ਕਰਨਗੇ, ਉਹਨਾਂ ਨੂੰ ਤਿਰਸਕਾਰ ਕਰਨਗੇ ਵਿਚਾਰੇ ਸੱਚਿਆਂ ਨੂੰ, ਝੂਠਿਆਂ ਨੂੰ ਸਿਰ ਤੇ ਚੁੱਕੀ ਫਿਰਨਗੇ। ਚੌਪੇ ਦਿਜ ਵਿਵਹਾਰੀ ਬਹੁਰ ਕਿਸਾਨਾ। ਦੇਖੋ ਜਿਹੜੇ ਦਿਜ ਹਨ, ਪੰਡਤ ਹਨ, ਜਿਹੜੇ ਲੋਕਾਂ ਨੂੰ ਲੁੱਟਣਗੇ ਪੂਜਾ ਦੇ ਬਹਾਨਾ ਲਾ ਕੇ, ਵਿਵਹਾਰੀ ਜਿਹੜੇ ਬਿਜ਼ਨਸ ਲੋਕ ਨੇ, ਜਿਹੜੇ ਬਿਜ਼ਨਸ ਕਰਕੇ ਲੋਕਾਂ ਨਾਲ ਧੋਖੇ ਕਰਨਗੇ, ਤੇ ਬਹੁਰ ਕਿਸਾਨਾ ਜਿਹੜੇ ਕਿਸਾਨ, ਜਿਹੜੇ ਖੇਤੀਬਾੜੀ ਕਰਨ ਵਾਲੇ ਹੋਣਗੇ, ਤਿਨਕੋ ਆਦਰ ਹੋਏ ਮਹਾਨਾ। ਉਹਨਾਂ ਦਾ ਬੜਾ ਆਦਰ ਹੋਏਗਾ। ਕਹਿੰਦੇ ਵੀ ਇਹ ਪੈਸੇ ਕਮਾਉਂਦੇ ਨੇ। ਲੋਕ ਅੱਜ ਕੱਲ ਕਿਸੇ ਨੂੰ ਕਿਵੇਂ ਦੇਖਦੇ ਹਨ ਵੀ ਇਹ ਕਿੰਨਾ ਕੁ ਪੈਸਾ ਕਮਾਉਂਦਾ, ਉਨੀ ਕੁ ਨੂੰ ਇੱਜ਼ਤ ਦਿੱਤੀ ਜਾਂਦੀ ਹੈ। ਵੀ ਰਿਸੀਵ ਆਲ ਦ ਪ੍ਰਾਈਡ, ਆਲ ਦ ਆਨਰ ਬਿਕਾਜ਼ ਆਫ ਮਾਇਆ। ਆਪਾਂ ਨੂੰ ਮਾਇਆ ਕਰਕੇ ਲੋਕ ਵਡਿਆਉਂਦੇ ਆ, ਹੋਰ ਕਿਸੇ ਕਰਕੇ ਨਹੀਂ। ਜਿਨ੍ਹਾਂ ਕੋਲ ਬਹੁਤੀ ਮਾਇਆ ਹੈ ਉਹਨਾਂ ਨੂੰ ਬਹੁਤੀ ਵਡਿਆਈ ਦਿੰਦੇ ਹਨ ਲੋਕ, ਉਹਨਾਂ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਹਨ। ਵੇਦ ਪਾਠ ਕੀ ਤਤ ਵਿਚਾਰੀ। ਜੋ ਵੇਦਾਂ ਦਾ ਪਾਠੀ ਹੋਵੇਗਾ, ਜੋ ਬ੍ਰਹਮ ਵਿਦਿਆ ਨੂੰ ਪੜਨ ਵਾਲੇ ਹਨ, ਜੋ ਜਾ ਕੇ ਜਿਹੜੇ ਹਨ ਗ੍ਰੰਥਾਂ ਨੂੰ ਵਿਚਾਰਨ ਵਾਲੇ ਨੇ, ਜੋ ਵਿਦਿਆ ਪੜ੍ਹ ਕੇ ਵਿਦਿਆ ਪੜਾਉਣ ਵਾਲੇ ਨੇ, ਜੋ ਵਿਦਿਆ ਦੀ ਕਥਾ ਕਰਨ ਵਾਲੇ ਹੋਣਗੇ, ਵਿਦਿਆ ਨੂੰ ਸਿਖਾਉਣ ਵਾਲੇ ਹੋਣਗੇ, ਜੋ ਤਤ ਪਰਮਾਤਮਾ ਦੀ ਵਿਚਾਰ ਨੂੰ ਦੇਣ ਵਾਲੇ ਹੋਣਗੇ, ਲੋਕਾਂ ਨੂੰ ਇਹ ਗਿਆਨ ਦੇਣਗੇ ਵੀ ਇੱਕੋ ਪਰਮਾਤਮਾ ਆਤਮਾ ਕਰਕੇ ਸਾਰਿਆਂ ਚ ਵਸਦਾ ਹੈ, ਐਸਿਆਂ ਨੂੰ ਤਿਨ ਹੈ ਕਹਿਤ ਇਹ ਫਿਰਤ ਖੁਆਰੀ। ਉਹਨਾਂ ਨੂੰ ਕਹਿਣਗੇ ਖੁਆਰੀ ਹੈ, ਵਿਹਲੇ ਤੁਰੇ ਫਿਰਦੇ ਹਨ, ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਰਹਿ ਗਿਆ, ਇਹ ਤਾਂ ਵਿਹਲੇ ਤੁਰੇ ਫਿਰਦੇ ਹਨ। ਉਹਨਾਂ ਦੀ ਇੱਜ਼ਤ ਕੋਈ ਨਹੀਂ ਹੋਵੇਗੀ। ਇੱਥੇ ਇੱਜ਼ਤ ਉਹਨਾਂ ਦੀ ਹੋਵੇਗੀ ਜਿਨ੍ਹਾਂ ਕੋਲ ਮਾਇਆ ਹੋਵੇਗੀ। ਭੂਪ ਕਹੈ ਹਮਕੋ ਨਿਤ ਟੋਟੂ। ਹਾਂ, ਕਹਿਣ ਲੱਗੇ ਭੂਪ ਕਹੈ, ਕਹਿਣ ਲੱਗੇ ਜਿਹੜੇ ਰਾਜੇ ਹਨ, ਹਮਕੋ ਨਿਤ ਟੋਟੂ, ਕਹਿਣ ਲੱਗੇ ਉਹ ਹਮੇਸ਼ਾ ਹੀ ਇਹੀ ਕਹਿਣਗੇ ਵੀ ਸਾਨੂੰ ਘਾਟਾ ਪੈ ਰਿਹਾ ਹੈ। ਦੇਖੋ ਅੱਜ ਕੱਲ੍ਹ ਤਾਂ ਗਵਰਨਮੈਂਟਸ ਵੀ ਕਹਿਣ ਲੱਗ ਗਿਆ ਨਾ ਸਾਨੂੰ ਘਾਟਾ ਪੈ ਰਿਹਾ ਹੈ। ਪ੍ਰਜਾ ਕਹੇ ਹਮ ਲੇਹ ਖਸੋਟੂ। ਤੇ ਜਿਹੜੀ ਪ੍ਰਜਾ ਹੈ ਉਹ ਕੀ ਸੋਚਦੀ ਆ ਕਿ ਅਸੀਂ ਗਵਰਨਮੈਂਟ ਤੋਂ ਜਿਹੜਾ ਹੈ ਚੋਰੀ ਕਰ ਲਈਏ, ਵੱਧ ਤੋਂ ਵੱਧ ਪੈਸਾ ਜਿਹੜਾ ਹਨ ਚੁਰਾ ਲਈਏ, ਧੋਖੇ ਨਾਲ ਗਵਰਨਮੈਂਟ ਤੋਂ ਪੈਸਾ ਲੈ ਕੇ ਆਪਣੇ ਕੋਲ ਰੱਖ ਲਈਏ। ਪੋਲੀਟੀਸ਼ੀਅਨਸ ਵੀ ਇਹੀ ਸੋਚਦੇ ਨੇ ਵੀ ਗਵਰਨਮੈਂਟ ਨੂੰ ਲੁੱਟ ਕੇ ਪੈਸਾ ਆਪਣੇ ਘਰ ਵਿੱਚ, ਆਪਣੇ ਅਕਾਊਂਟ ਵਿੱਚ ਰੱਖ ਲਈਏ। ਲੋਕਾਂ ਨੂੰ ਲੁੱਟ ਮਾਰ ਪਈ ਰਹੇਗੀ ਤੇ ਜਿਹੜੀਆਂ ਗਵਰਨਮੈਂਟਸ ਹੋਣਗੀਆਂ, ਰਾਜ ਹੋਣਗੇ, ਉਹਨਾਂ ਨੂੰ ਘਾਟਾ ਪਈ ਜਾਏਗਾ ਕਿਉਂਕਿ ਸਾਰੇ ਲੁਟੇਰੇ ਥੱਲੇ ਰੱਖੇ ਹੋਣਗੇ। ਸੰਨਿਆਸੀ ਸੰਚਾ ਹੈ ਬਹੁਤ ਧਨ ਕੋ। ਦੇਖੋ ਸੰਨਿਆਸੀ ਲੋਕ ਜਿਹੜਾ ਆਪਣਾ ਘਰ-ਬਾਰ ਛੱਡ ਕੇ ਕੇਵਲ ਜਿਹੜਾ ਹਨ ਕੱਪੜੇ ਵੀ ਨਹੀਂ ਪਾਉਂਦੇ, ਕਹਿੰਦੇ ਉਹ ਨੰਗੇ ਹੀ ਕਈ ਰਹਿੰਦੇ ਹਨ ਵੀ ਅਸੀਂ ਦੁਨੀਆ ਛੱਡ ਦਿੱਤੀ। ਕਹਿੰਦੇ ਐਸੇ ਵੀ ਜਿਹੜੇ ਹਨ ਸਭ ਕੁਝ ਛੱਡ ਕੇ ਲੋਕਾਂ ਦਾ ਧਨ ਲੈਣਗੇ ਜਾ ਕੇ। ਅਸਨ ਬਸਨ ਅਲਪ ਗ੍ਰਹਸਤਨ ਕੋ। ਦੇਖੋ ਗ੍ਰਸਤੀਆਂ ਦੇ ਦੇਣ ਵਾਲਿਆਂ ਦੇ ਘਰ ਵਿੱਚ ਉਨੇ ਪਦਾਰਥ ਨਹੀਂ ਹੋਣਗੇ ਜਿੰਨਾ ਸੰਨਿਆਸੀਆਂ ਕੋਲ, ਮੰਗਣ ਵਾਲਿਆਂ ਕੋਲ ਹੋਣਗੇ। ਆਪਨੇ ਸੁਣਿਆ ਹੋਣਾ ਕਈ ਬੈਗਰਸ ਵੀ ਬਹੁਤ ਧਨੀ ਹਨ। ਜਿਹੜੇ ਬੈਗਰਸ ਹਨ ਉਹ ਧਨੀ ਬਣ ਜਾਣਗੇ, ਜਿਹੜੇ ਦੇਣ ਵਾਲੇ ਉਹ ਗਰੀਬ ਹੋ ਜਾਣਗੇ। ਔਰ ਗਣਨ ਕਰ ਕਹਾਂ ਸੁਣਾਓ। ਕਹਿੰਦੇ ਹੋਰ ਮੈਂ ਗਿਣ ਕੇ ਕੀ ਦੱਸਾਂ ਕੱਲ ਜੋ ਕਹਿੰਦਾ ਦੁਨੀਆ ਵਿੱਚ ਕੀ ਹਾਲ ਹੋਣਾ ਹੈ। ਮੋਰ ਸਮੇਂ ਕੋ ਜੌਨ ਪ੍ਰਭਾਉ। ਕਹਿਣਗੇ ਮੇਰੇ ਸਮੇਂ ਦਾ ਜਿਹੜਾ ਪ੍ਰਭਾਵ, ਜਿਹੜਾ ਇਨਫਲੂਐਂਸ ਹੈ। ਜਹ ਸਤ ਤਪ ਬ੍ਰਤ ਧਰਮ ਉਪਾਸਨ। ਜਿੱਥੇ ਸਤ ਹੈ, ਜਿੱਥੇ ਤਪ ਹੈ, ਜਿੱਥੇ ਵਰਤ ਹੈ, ਜਿੱਥੇ ਧਰਮ ਹੈ ਜਾਂ ਧਰਮ ਦੀ ਉਪਾਸਨਾ ਹੋ ਰਹੀ ਹੈ, ਸਭ ਇੱਕ ਬਾਰ ਹੈ ਕਰੋ ਬਿਨਾਸਨ। ਸਾਰਾ ਮੈਂ ਇੱਕ ਵਾਰ ਵਿਨਾਸ਼ ਕਰ ਦੇਣਾ, ਮੈਂ ਸਾਰਾ ਖਤਮ ਕਰ ਦੇਣਾ। ਦੁਨੀਆ 'ਚ ਮੈਂ ਧਰਮ ਨਹੀਂ ਰਹਿਣ ਦੇਣਾ, ਬਸ ਸਿਰਫ ਪਖੰਡੇ ਪਖੰਡ ਰਹਿਣ ਦੇਣਾ ਹੈ। ਦੋਹਰਾ ਆਇਸ ਅਸ ਕਰਤਾਰ ਕੀ ਸੋ ਤੁਮਰੀ ਹੀ ਹੋਏ। ਉਸ ਵੇਲੇ ਜਿਹੜਾ ਹਨ ਕਲਯੁਗ ਕਹਿੰਦਾ ਪਰ ਮੈਨੂੰ ਤੁਹਾਡੇ ਜਿਹੜਾ ਹਨ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਤੁਸੀਂ ਕਰਤਾਰ ਰੂਪ ਹੋ, ਤੁਸੀਂ ਪਰਮੇਸ਼ਰ ਰੂਪ ਹੋ। ਇਹ ਵੀ ਮੈਂ ਕਿਉਂ ਕਰ ਰਿਹਾ ਹਾਂ ਕਿਉਂਕਿ ਤੁਸੀਂ ਉਹ ਮੈਨੂੰ ਕਿਹਾ ਕਰਨ ਵਾਸਤੇ, ਕਿਉਂਕਿ ਸਮਾਂ ਹੀ ਐਸਾ ਹੈ, ਮੇਰਾ ਕੰਮ ਹੀ ਐਸਾ ਕਰਾਉਣਾ, ਪਾਪ ਕਰਾਉਣੇ ਹਨ ਦੁਨੀਆ ਤੋਂ। ਅਬ ਜਹ ਬਿਦ ਉਚਰੋ ਪ੍ਰਭੂ ਮੈਂ ਮਾਨੂਗਾ ਸੋਏ। ਹੇ ਪ੍ਰਭੂ ਜਿਵੇਂ ਤੁਸੀਂ ਹੁਣ ਮੈਨੂੰ ਕਹੋਗੇ ਨਾ ਮੈਂ ਉਸ ਤਰ੍ਹਾਂ ਹੀ ਤੁਹਾਡੀ ਗੱਲ ਮੰਨਾਂਗਾ, ਕਿਉਂਕਿ ਇਹ ਕਲਯੁਗ ਦਾ ਤੁਸੀਂ ਮੈਨੂੰ ਹੀ ਬਣਾਇਆ ਤੇ ਮੈਥੋਂ ਇਹ ਕੰਮ ਕਰਾ ਰਹੇ ਹੋ। ਜੇ ਤੁਸੀਂ ਮੈਨੂੰ ਕਹੋਗੇ ਇਹ ਨਹੀਂ ਕਰਨਾ, ਮੈਂ ਤੁਹਾਡੀ ਆਗਿਆ ਵਿੱਚ ਹਾਂ। ਚੌਪੇ ਮੈਂ ਆਇਸ ਰਾਵਰ ਅਨੁਸਾਰੀ। ਮੈਂ ਹਮੇਸ਼ਾ ਤੁਹਾਡੀ ਆਗਿਆ ਵਿੱਚ ਰਹਿਣ ਵਾਲਾ ਹਾਂ। ਕਲਯੁਗ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਨੂੰ, ਤਦ ਭਲੇ ਹੋ ਕੁਛ ਭੇਟ ਹਮਾਰੀ। ਇਸ ਕਰਕੇ ਮੇਰੇ ਤੋਂ ਭੇਟਾ ਲੈ ਲਓ ਸਤਿਗੁਰੂ ਜੀ ਕਿਰਪਾ ਕਰਕੇ। ਕੰਚਨ ਮੰਦਰ ਦਰਬ ਮਹਾਨਾ। ਮਹਾਰਾਜ ਮੈਂ ਤੁਹਾਨੂੰ ਕੰਚਨ ਦੇ ਮੰਦਰ ਦੇਣਾ ਚਾਹੁੰਦਾ ਹਾਂ, ਸੋਨਾ ਜੜਿਆ ਹੋਵੇ, ਸੋਨੇ ਦੀਆਂ ਕੰਧਾਂ ਹੋਣ, ਮੈਂ ਐਸਾ ਮੰਦਰ ਤੇ ਬਹੁਤ ਸਾਰਾ ਮਾਇਆ ਮੈਂ ਤੁਹਾਨੂੰ ਦੇਣਾ ਚਾਹੁੰਦਾ ਹਾਂ। ਜਬ ਲੇਵੋ ਹੋਵਾ ਹਰ ਖਾਨਾ। ਜੋ ਤੁਸੀਂ ਮੇਰੇ ਤੋਂ ਲਓਗੇ ਨਾ ਮੈਂ ਤਾਂ ਖੁਸ਼ ਹੋਵਾਂਗਾ। ਕੱਲ ਜੋ ਕਹਿੰਦਾ ਮਹਾਰਾਜ ਜਰੂਰ ਮੇਰੇ ਤੋਂ ਇੰਨਾ ਤਾਂ ਲੈ ਲਓ ਨਾ। ਸੁਨ ਕਰ ਬਿਗਸੇ ਸ੍ਰੀ ਗੁਣ ਖਾਨੀ। ਇਹ ਸੁਣ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਖੁਸ਼ ਹੋਏ।
ਬੜੇ ਆਨੰਦ ਵਿੱਚ ਆਏ ਸਤਿਗੁਰੂ ਜੀ ਗੁਣਾ ਦੀ ਖਾਣ। ਹੋਇ ਪ੍ਰਸੰਨ ਬੋਲੇ ਤਬ ਬਾਣੀ। ਖੁਸ਼ ਹੋ ਕੇ ਸਤਿਗੁਰਾਂ ਨੇ ਇਹ ਬਚਨ ਕੀਤੇ ਗੁਰੂ ਨਾਨਕ ਸਾਹਿਬ ਜੀ ਨੇ। ਸਭ ਜੁਗ ਤੇ ਬੜ ਤੇਜ ਤੁਮਾਰਾ। ਕਹਿਣ ਲੱਗੇ ਸਾਰੇ ਯੁਗਾਂ ਤੋਂ ਸਭ ਤੋਂ ਵੱਡਾ ਤੇਜ ਤੇਰਾ ਇਹ ਕਲਯੁਗ, ਜਿਹੜਾ ਸਤਯੁਗ ਤ੍ਰੇਤਾ ਦੁਆਪਰ ਨੂੰ ਜੇ ਕੰਪੇਅਰ ਕਰੀਏ ਤਾਂ ਤੇਰਾ ਤੇਜ ਸਭ ਤੋਂ ਜ਼ਿਆਦਾ ਹੈ, ਤੂੰ ਸਭ ਤੋਂ ਪਾਵਰਫੁਲ ਯੁਗ ਹੈ। ਉਹ ਵਹਿ ਗੋ ਇਹ ਵਾਕ ਹਮਾਰਾ। ਕਹਿਣ ਲੱਗੇ ਸਾਡਾ ਇਹ ਵਾਕ, ਅਸੀਂ ਇਹ ਬਚਨ ਕਰਦੇ ਹਾਂ ਤੁਹਾਡਾ ਤੇਰੇ ਨਾਲ ਅਸੀਂ। ਤੋਰ ਕਾਲ ਕੀਰਤ ਕਰਤਾਰਾ। ਜੇ ਤੇਰੇ ਸਮੇਂ ਦੇ ਵਿੱਚ ਕੋਈ ਪਰਮਾਤਮਾ ਦੀ ਕੀਰਤੀ ਕਰੇਗਾ, ਕੋਈ ਪਰਮਾਤਮਾ ਦੀ ਪ੍ਰੇਸ ਕਰੇਗਾ, ਕੋਈ ਗੁਰਬਾਣੀ ਪੜ੍ਹੇਗਾ, ਕੋਈ ਨਾਮ ਜਪੇਗਾ, ਮਹਿਮਾ ਤਾਂ ਕੀ ਬਦੈ ਅਪਾਰ। ਉਹਨਾਂ ਦੀ ਵਡਿਆਈ ਬਹੁਤ ਵਧੇਗੀ, ਉਹਨਾਂ ਦੀ ਕਮਾਈ ਨਾਲੋਂ ਉਹਨਾਂ ਦੀ ਵਡਿਆਈ ਬਹੁਤ ਜ਼ਿਆਦਾ ਹੋਵੇਗੀ। ਲੱਖ ਬਰਖ ਸਤਜੁਗ ਕੀ ਕਰੇ। ਦੇਖੋ 1 ਲੱਖ ਸਾਲ ਉਮਰ ਸੀਗੀ ਸਤਜੁਗ ਦੀ, ਇਸ ਕਰਕੇ ਆਪਾਂ ਹੁਣ ਕੰਪੈਰੀਜ਼ਨ ਲੈ ਲਈਏ। ਜੇ ਕੋਈ ਬੰਦਾ ਵਾਹਿਗੁਰੂ ਵਾਹਿਗੁਰੂ 100,000 ਵਾਰੀ ਕਰਦਾ ਹੈ ਸਤਜੁਗ ਦੇ ਵਿੱਚ, ਆਯੁਤ ਬਰਖ ਤ੍ਰੇਤੇ ਚਿਤ ਧਰੇ। ਹੁਣ ਤ੍ਰੇਤੇ ਵਿੱਚ ਉਮਰ 10,000 ਸਾਲ ਦੀ ਰਹਿ ਗਈ। ਮਤਲਬ ਜੇ ਕੰਪੇਅਰ ਕਰੀਏ, ਕੋਈ ਤ੍ਰੇਤੇ ਵਿੱਚ ਵਾਹਿਗੁਰੂ 10,000 ਵਾਰੀ ਕਵੇ, ਉਹਦਾ ਇਕੁਅਲਨ ਹੈ ਸਤਜੁਗ ਦੀ ਜੇ ਵਿੱਚ ਕਹਿਣ ਨਾਲ 100,000। ਕੋਈ 100,000 ਵਾਰੀ ਸਤਜੁਗ ਵਿੱਚ ਕਹਿੰਦਾ ਹੈ, ਤ੍ਰੇਤੇ ਵਿੱਚ 10,000 ਵਾਰੀ ਜੇ ਕੋਈ ਕਹਿੰਦਾ ਵਾਹਿਗੁਰੂ, ਉਹਦਾ ਇਕੁਅਲਨ ਹੈ 100,000 ਦੇ ਨਾਲ ਸਤਜੁਗ ਵਿੱਚ। ਦੁਆਪਰ ਕਰਤ ਜੇ ਬਰਖ ਹਜ਼ਾਰਾ। ਹੁਣ ਦੁਆਪਰ ਵਿੱਚ ਉਮਰ ਘਟ ਗਈ, 1000 ਸਾਲ ਦੀ ਹੋ ਗਈ, ਤੇ ਦੁਆਪਰ ਵਿੱਚ 1000 ਵਾਰੀ ਵਾਹਿਗੁਰੂ ਕਿਹਾ ਇਸ ਇਕੁਅਲਨ ਟੂ 10,000 ਵਾਰੀ ਕਿਹਾ ਤ੍ਰੇਤੇ ਵਿੱਚ, ਤੇ 100,000 ਵਾਰੀ ਕਿਹਾ ਸਤਜੁਗ ਵਿੱਚ। ਸੋ ਕਲ ਅਲਪ ਕਾਲ ਸੁਖ ਸਾਰਾ। ਸੋ ਪਰ ਹੁਣ ਦੇਖੋ ਕਲਯੁਗ ਦੇ ਵਿੱਚ ਉਮਰ 100 ਸਾਲ ਰਹਿ ਗਈ ਹੈ, 100 ਇਅਰਸ ਦੀ ਰਹਿ ਗਈ ਉਮਰ। ਤੇ ਇਸ ਕਰਕੇ ਜਿਹੜਾ ਕੋਈ 100 ਵਾਰੀ ਵਾਹਿਗੁਰੂ ਕਹੇਗਾ, ਉਹਦਾ ਇਕੁਅਲਨ ਹੋਵੇਗਾ ਦੁਆਪਰ ਵਿੱਚ 1000, ਤ੍ਰੇਤੇ ਵਿੱਚ 10,000, ਤੇ ਸਤਜੁਗ ਵਿੱਚ 100,000 ਵਾਰੀ। ਦੇਖੋ ਹੁਣ ਇੱਥੇ ਕਲਯੁਗ ਵਿੱਚ ਥੋੜਾ ਕੀਤੀਆਂ ਬਹੁਤਾ ਮਿਲਦਾ ਹੈ, ਬਹੁਤਾ ਜਿਹੜਾ ਹੈ ਕਿੰਨੇ 4 ਗੁਣਾ ਜਿਹੜਾ ਹੈ ਵੱਧ ਮਿਲਦਾ ਹੈ। ਪ੍ਰੀਤ ਯੁਕਤ ਹਰ ਕੀਰਤ ਕਰੇ। ਕਹਿਣਗੇ ਇਸ ਕਰਕੇ ਪ੍ਰੀਤ ਯੁਕਤ, ਜਿਹੜਾ ਵੀ ਕੋਈ ਇੱਥੇ ਪ੍ਰੀਤੀ ਦੇ ਨਾਲ ਪਰਮੇਸ਼ਰ ਦੀ ਭਗਤੀ ਕਰੇਗਾ, ਨਾਮ ਜਪੇਗਾ, ਬਾਣੀ ਪੜ੍ਹੇਗਾ ਤੇ ਪਰਮੇਸ਼ਰ ਦੀ ਪ੍ਰੇਸ ਕਰੇਗਾ, ਸੋ ਤਤਕਾਲ ਵਿਖੈ ਭਵ ਤਰਈ। ਉਹ ਸੱਚਮੁੱਚ ਹੀ ਤਰ ਜਾਏਗਾ, ਬਹੁਤ ਸੌਖੇ ਤਰੀਕੇ ਨਾਲ ਤਰ ਜਾਏਗਾ ਸੰਸਾਰ ਵਿੱਚੋਂ। ਬਹੁਰੋ ਚਾਹੇ ਤਜ ਦੇਨ ਉਪਾਇਨ। ਬਹੁਰ ਚਾਹੇ ਜੇ ਫੇਰ ਵੀ ਤੈਨੂੰ ਕੋਈ ਦੇਣ ਦੀ ਚਾਹਨਾ ਹੈ, ਕਲਯੁਗ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੇ ਤੂੰ ਭੇਟਾ ਫੇਰ ਵੀ ਦੇਣਾ ਚਾਹੁੰਦਾ ਹਾਂ, ਰਤਨ ਜੜੇ ਕੰਚਨ ਕੇ ਆਇਨ। ਕਹਿਣਗੇ ਰਤਨ, ਜਿਹੜੇ ਰਤਨ ਹਨ ਡਾਇਮੰਡਸ ਦੇ ਨਾਲ ਐਮਬੈਡਡ ਹੋਏ ਸੋਨੇ ਦੇ ਘਰ ਜਿਹੜਾ ਤੂੰ ਦੇਣਾ ਚਾਹੁੰਦਾ ਹਾਂ। ਚਤੁਰਥ ਜਾਮਾ ਜਬ ਹਮ ਧਰ ਹੈ। ਕਹਿਣਗੇ ਜਦੋਂ ਮੈਂ ਚੌਥਾ ਜਾਮਾ ਧਾਰਾਂਗਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਦੋਂ ਅਸੀਂ ਗੁਰੂ ਰਾਮਦਾਸ ਰੂਪ ਹੋ ਕੇ ਪ੍ਰਗਟ ਹੋਵਾਂਗੇ ਸੰਸਾਰ ਤੇ, ਮਾਇਆ ਸਹਿਤ ਲੈਨ ਤਬ ਕਰ ਹੈ। ਅਸੀਂ ਮਾਇਆ ਸਮੇਤ ਤੈਨੂੰ ਕਬੂਲ ਕਰਾਂਗੇ, ਤੈਨੂੰ ਜਿਹੜਾ ਹੈ ਤੈਨੂੰ ਕਬੂਲ ਕਰਾਂਗੇ ਉਸ ਵੇਲੇ। ਸੋ ਇਸੇ ਪ੍ਰਕਾਰ ਕਲਯੁਗ ਨੂੰ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਆਪਣੇ ਚੌਥੇ ਸਰੂਪ ਵਿੱਚ ਆਵਾਂਗੇ ਤਾਂ ਉਦੋਂ ਤੈਨੂੰ ਕਬੂਲ ਕਰਾਂਗੇ, ਤੇਰੀ ਭੇਟਾ ਅਸੀਂ ਲਵਾਂਗੇ। ਸੋ ਇਹਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਦੱਸਿਆ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਮਾਇਆ 12 ਕੋ ਦੂਰ ਰਹਿੰਦੀ ਸੀ, ਗੁਰੂ ਅੰਗਦ ਦੇਵ ਜੀ ਤੋਂ 6 ਕੋ ਮਾਇਆ ਦੂਰ ਰਿਹਾ ਕਰਦੀ ਸੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਵਿੱਚ ਮਾਇਆ ਦਰਵਾਜ਼ੇ ਤੱਕ ਆ ਗਈ ਸੀ, ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਮਾਇਆ ਨੂੰ ਫਿਰ ਸੇਵਾ ਵਿੱਚ ਲਾਇਆ। ਸੋ ਉੱਥੇ ਜਿਹੜਾ ਗੁਰੂ ਰਾਮਦਾਸ ਮਹਾਰਾਜ ਨੇ ਹੀ ਸ਼ੁਰੂ ਕੀਤਾ ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਵਸਾਉਣ ਵਾਸਤੇ, ਤੇ ਸਰੋਵਰ ਦੀ ਸੇਵਾ ਕੀਤੀ। ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਮੰਦਰ ਸਾਹਿਬ ਨੂੰ ਬਣਾਉਣਾ ਕੀਤਾ, ਤੇ ਅੱਜ ਦੇਖੋ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਸੋਨਾ ਲੱਗਿਆ ਹੋਇਆ ਹੈ। ਤੇ ਮਾਇਆ ਜਿਹੜੀ ਹੈ ਇਤਨੀ ਜ਼ਿਆਦਾ ਸ੍ਰੀ ਹਰਮੰਦਰ ਸਾਹਿਬ 'ਚ ਆਉਂਦੀ ਹੈ ਜਿਹਦੀ ਕੋਈ ਗਿਣਤੀ ਕੋਈ ਨਹੀਂ, ਜਿਹਦੇ ਅੱਗੇ ਪੰਜਾਬ ਗੌਰਮੈਂਟ ਵਰਗੀਆਂ ਵੀ ਗੌਰਮੈਂਟ ਹਾਰ ਜਾਂਦੀਆਂ ਨੇ। ਦੇਖੋ ਉਹ ਜਿਹੜੀਆਂ ਹਨ ਉਹ ਮਾਇਆ ਇਤਨੀ ਜ਼ਿਆਦਾ ਉੱਥੇ ਅੱਜ ਵੀ ਆਉਂਦੀ ਹੈ, ਤੇ ਇਹੀ ਬਚਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਲਯੁਗ ਨਾਲ ਕੀਤਾ। ਸੁਣ ਕਰ ਕਲਯੁਗ ਔਰ ਹਰਖਾਨਾ। ਇਹ ਮਹਾਰਾਜ ਦਾ ਬਚਨ ਸੁਣ ਕੇ ਕਲਯੁਗ ਬੜਾ ਖੁਸ਼ ਹੋਇਆ। ਕਰ ਪਦ ਬੰਦਨ ਬਚਨ ਬਖਾਨਾ। ਮਹਾਰਾਜ ਦੇ ਚਰਨਾਂ ਉੱਤੇ ਮੱਥਾ ਟੇਕ ਕਰਕੇ ਜਿਹੜਾ ਹਨ ਬੇਨਤੀ ਇਹ ਕੀਤੀ ਕਲਯੁਗ ਨੇ, ਤੁਮ ਸੰਗਤ ਕੇ ਨਿਕਟ ਨਾ ਜੋ ਜੈ ਹੋ। ਕਹਿਣ ਲੱਗਾ ਮਹਾਰਾਜ ਮੇਰਾ ਬਚਨ ਹੈ, ਕਲਯੁਗ ਕਹਿੰਦਾ ਤੁਹਾਡੇ ਨਾਲ ਮੈਂ ਤੁਹਾਡੀ ਸੰਗਤ ਦੇ ਨੇੜੇ ਕਿਤੇ ਨਹੀਂ ਜਾਵਾਂਗਾ, ਜਿੱਥੇ ਤੁਹਾਡੀ ਸੰਗਤ ਹੋਇਆ ਕਰੇਗੀ ਮੈਂ ਉੱਥੇ ਨੇੜੇ ਵੀ ਨਹੀਂ ਜਾਵਾਂਗਾ। ਆਨ ਜੀਵ ਦੰਬੀ ਦੁਖਦੈ ਹੋ। ਜਿਹੜਾ ਕੋਈ ਜੀਵ ਆਵੇ ਜਿਹੜਾ ਦੰਬੀ ਪਖੰਡੀ ਹੋਵੇ, ਹਿਪੋਕ੍ਰਿਟ ਹੋਵੇ, ਉਹਨੂੰ ਮੈਂ ਛੱਡਣਾ ਕੋਈ ਨਹੀਂ, ਮੈਂ ਉਹਨੂੰ ਬਹੁਤ ਦੁੱਖ ਦਿਆਂਗਾ।
ਹਿਪੋਕ੍ਰਿਟਸ ਨੂੰ ਨਹੀਂ ਮੈਂ ਕਿਤੇ ਵੀ ਛੱਡਦਾ, ਭਾਵੇਂ ਉਹ ਧਰਮੀ ਬੰਦਾ ਕਿਉਂ ਨਾ ਅਖਵਾਵੇ ਆਪਣੇ ਆਪ ਨੂੰ। ਤੁਮਰੇ ਬਚਨ ਜੇ ਸਿੱਖ ਕਮਾਵ ਹੈ, ਜੇ ਤੁਹਾਡੇ ਬਚਨ ਕੋਈ ਸਿੱਖ ਕਮਾਉਂਦਾ ਹੈ, ਤਿਨ ਪਰ ਮੋਰਾ ਕਛ ਨਾ ਬਸਾਵ ਹੈ, ਉਹਦੇ ਉੱਤੇ ਮੇਰਾ ਕੋਈ ਅਸਰ ਨਹੀਂ ਪਵੇਗਾ। ਦੇਖੋ ਜਿਹੜੇ ਗੁਰਸਿੱਖ ਹੁੰਦੇ ਨੇ ਉਹਨਾਂ ਉੱਤੇ ਕਲਯੁਗ ਦਾ ਅਸਰ ਨਹੀਂ ਪੈਂਦਾ। ਕਲਯੁਗ ਉਹਨਾਂ ਵਾਸਤੇ ਕੁਝ ਵੀ ਨਹੀਂ ਹੈ। ਕਲਯੁਗ ਨਨ ਐਗਜ਼ਿਸਟੈਂਸ ਹੈ ਉਹਨਾਂ ਵਾਸਤੇ ਜਿਨ੍ਹਾਂ ਦੇ ਹਿਰਦੇ ਵਿੱਚ ਗੁਰਬਾਣੀ ਵਸਦੀ ਹੈ, ਜਿਹਦੇ ਹਿਰਦੇ ਵਿੱਚ ਗੁਰੂ ਦਾ ਪਿਆਰ ਵਸਦਾ ਹੈ। ਭੇਟ ਦੇ ਬਰ ਗੁਰ ਤੇ ਲੈ ਕਰ, ਸੋ ਇਹ ਭੇਟਾ ਦੇ ਕੇ ਜਿਹੜਾ ਕਲਯੁਗ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਵਰ ਲੈ ਕੇ ਵਿਦਾ ਭਇਓ ਚਰਨਨ ਪਰ ਸਿਰ ਧਰ, ਤੇ ਕਲਯੁਗ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਆਪਣਾ ਸਿਰ ਰੱਖ ਕੇ ਮੱਥਾ ਟੇਕਿਆ ਤੇ ਉੱਥੋਂ ਫਿਰ ਅੱਗੇ ਚਲਿਆ ਗਿਆ, ਅਲੋਪ ਹੋ ਗਿਆ, ਇਨਵਿਜ਼ੀਬਲ ਹੋ ਗਿਆ ਕਲਯੁਗ। ਪੜ੍ਹੈ ਸੁਨਹਿ ਸਰਦਾ ਔਰ ਥਾਪੈ। ਹੁਣ ਦੇਖੋ ਕਵੀ ਸੰਤੋਖ ਸਿੰਘ ਜੀ ਇੱਥੇ ਦੱਸਦੇ ਹਨ ਇਹ ਕਥਾ ਨੂੰ ਦਾ ਜਿਹੜਾ ਹੈ ਸੁਣਨ ਦਾ ਮਹੱਤਮ ਕੀ ਹੈ। ਜਿਨ੍ਹਾਂ ਨੇ ਇਹ ਕਥਾ ਪ੍ਰੇਮ ਨਾਲ ਸੁਣੀ ਹੈ ਉਹਨਾਂ ਨੂੰ ਅੱਗੇ ਗੁਰੂ ਮਹਾਰਾਜ ਦੇ ਸਦਕਾ ਕੀ ਬਖਸ਼ਿਸ਼ ਹੋਵੇਗੀ। ਕਹਿੰਦੇ ਹਨ ਪੜ੍ਹੈ ਸੁਣੈ, ਜਿਹੜਾ ਵੀ ਕੋਈ ਇੱਕ ਜਿਹੜਾ ਹਨ ਇਹ ਪ੍ਰਸੰਗ ਨੂੰ ਇਹ ਕਥਾ ਨੂੰ ਪੜ੍ਹੇਗਾ ਸੁਣੇਗਾ ਸ਼ਰਧਾ ਦੇ ਨਾਲ ਆਪਣੇ ਹਿਰਦੇ ਵਿੱਚ ਧਾਰਨ ਕਰੇਗਾ, ਤਿਨ ਪਰ ਕਲਯੁਗ ਨਹੀਂ ਵਿਆਪੈ, ਉਹਨਾਂ ਦੇ ਉੱਤੇ ਕਲਯੁਗ ਨਹੀਂ ਵਿਆਪੇਗਾ, ਉਹਨਾਂ ਉੱਤੇ ਕਲਯੁਗ ਦਾ ਅਸਰ ਨਹੀਂ ਪਏਗਾ। ਬਿਕੋਜ਼ ਇਹ ਕਥਾ ਵਿੱਚ ਕਲਯੁਗ ਦੇ ਸਾਰੇ ਸੀਕ੍ਰੇਟ ਦੇ ਦਿੱਤੇ। ਕਲਯੁਗ ਕਿਵੇਂ ਵਰਤਦਾ ਹੈ, ਜਿਹੜਾ ਹਨ SOP ਜਿਹੜਾ ਕਲਯੁਗ ਦਾ ਹੈ ਨਾ, ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਜਿਹੜੇ ਹਨ ਉਹ ਸਾਰੇ ਹੀ ਦੱਸ ਦਿੱਤੇ। ਕਲਯੁਗ ਕਿਹਦੇ ਤੇ ਅਸਰ ਪਾਉਂਦਾ ਕਿਹਦੇ ਤੇ ਨਹੀਂ ਪਾਉਂਦਾ, ਕਲਯੁਗ ਕੀ ਕਰਦਾ ਨਹੀਂ, ਇਹ ਸਾਰਾ ਕੁਝ ਦੱਸ ਦਿੱਤਾ। ਮਤਲਬ ਇਹ ਆ ਨਾ ਕਿ ਭੇਦ ਖੋਲ ਦਿੱਤਾ, ਕਲਯੁਗ ਦਾ ਸਾਰਾ ਸੀਕ੍ਰੇਟ ਖੋਲ ਦਿੱਤਾ। ਮਹਾਰਾਜ ਨੇ ਦੱਸ ਦਿੱਤਾ ਵੀ ਜਿਹੜਾ ਕਲਯੁਗ ਹੈ ਉਹ ਜਿਹੜਾ ਹੈ ਉਹਦਾ ਅਸਰ ਨਹੀਂ ਪਵੇਗਾ ਜੇ ਕੋਈ ਬਾਣੀ ਪੜ੍ਹੇਗਾ ਨਾਮ ਜਪੇਗਾ। ਤੇ ਇਹ ਜਿਹੜਾ ਹੈ ਕਹਿੰਦੇ ਇਹ ਸੁਣ ਕਰਕੇ ਜਿਹੜਾ ਕੋਈ ਪ੍ਰੇਮ ਨਾਲ ਸੁਣੇਗਾ ਨਾ ਮੰਨੇਗਾ ਨਾ ਉਹਦੇ ਤੇ ਕਲਯੁਗ ਦਾ ਕਿਤੇ ਅਸਰ ਨਹੀਂ ਪਵੇਗਾ। ਗਮਨ ਸ੍ਰੀ ਗੁਰ ਬਹੁਰ ਅਗਾਰੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣ ਅੱਗੇ ਉਹਨਾਂ ਨੇ ਗਮਨ ਕੀਤਾ, ਜਾਣਾ ਕੀਤਾ। ਲੋਕ ਉਦਾਹਰਨ ਪਰ ਉਪਕਾਰੀ, ਜੋ ਲੋਕਾਂ ਦੇ ਉਧਾਰ ਵਾਸਤੇ, ਜੀਵਾਂ ਦੇ ਉਧਾਰ ਵਾਸਤੇ, ਦੁਨੀਆ ਦੇ ਉਧਾਰ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਐਸਾ ਪਰ ਉਪਕਾਰ ਕਰ ਰਹੇ ਹਨ। ਸੋ ਇੱਥੇ ਹੀ ਇਸ ਜਿਹੜਾ ਹਨ ਅਧਿਆਇ ਦੀ ਸਮਾਪਤੀ ਹੈ। ਪੜ੍ਹੈ ਸੁਨਹਿ ਸਰਦਾ ਔਰ ਥਾਪੈ, ਤਿਨ ਪਰ ਕਲਯੁਗ ਨਹੀਂ ਵਿਆਪੈ, ਗਮਨ ਸ੍ਰੀ ਗੁਰ ਬਹੁਰ ਅਗਾਰੀ, ਲੋਕ ਉਦਾਹਰਣ ਪਰ ਉਪਕਾਰੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਕਲਯੁਗ ਪ੍ਰਸੰਗ ਵਰਣਨੰ ਨਾਮ 10ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।